ਲਓ ਜੀ, ਗੁੱਡ ਮਾਰਨਿੰਗ ਪੰਜਾਬ ਵਾਲੀ ਤੇ ਗੁੱਡ ਈਵਨਿੰਗ ਕੈਨੇਡਾ ਵਾਲੀ। ਮੈਨੂੰ ਐਂ ਹੁੰਦਾ ਵੀ ਕਿਸੇ ਵੇਲੇ ਬੰਦਾ ਕਹਿੰਦਾ ਵੀ ਯਾਰ ਤੁਸੀਂ ਸਤਿ ਸ੍ਰੀ ਅਕਾਲ ਹੀ ਕਰ ਦਿੰਦੇ ਹੋ, ਤੇ ਮਤਲਬ ਅਲੱਗ-ਅਲੱਗ ਮੌਸਮ ਦੇ ਹਿਸਾਬ ਨਾਲ, ਸਮੇਂ ਦੇ ਹਿਸਾਬ ਨਾਲ ਵੀ ਕਰਨੀ ਚਾਹੀਦੀ। ਸੋ ਮੈਂ ਕਿਹਾ ਚਲੋ ਅੱਜ ਅੰਗਰੇਜ਼ਾਂ ਦੇ ਹਿਸਾਬ ਨਾਲ ਅੱਗੇ ਪਿੱਛੇ ਕਰ ਦਿੰਦੇ ਹਾਂ। ਪ੍ਰੋਗਰਾਮ ਉਹੀ ਹੈ ਜੀ, ਪ੍ਰਾਈਮ ਫੋਕਸ ਚੈਨਲ ਵੀ ਉਹੀ, ਪ੍ਰਾਈਮ ਏਸ਼ੀਆ TV, ਮੈਂ ਵੀ ਬੰਦਾ ਉਹੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਅਸੀਂ ਆਪਣੇ ਸਮੇਂ ਮੁਤਾਬਕ ਆ ਗਏ ਹਾਂ। ਬਾਕੀ ਰਹੀ ਗੱਲਬਾਤ ਖਬਰਾਂ ਦੀ, ਉਹ ਤਾਂ ਗੱਲਾਂ ਬਾਤਾਂ ਕਰਨੀਆਂ ਪੈਣੀਆਂ, ਕਿਉਂਕਿ ਕਾਫੀ ਕੁਛ ਤੱਤਾ ਹੋਇਆ ਕਹਿੰਦੇ 24 ਘੰਟਿਆਂ ਦੇ ਵਿੱਚ ਪੰਜਾਬ 'ਚ। ਫਿਰ ਇਸ ਤੋਂ ਇਲਾਵਾ ਆਪਾਂ ਗੱਲ ਕਰਾਂਗੇ ਕੋਈ ਕੇਂਦਰ ਵਾਲੇ ਪਾਸਿਓਂ, ਤੇ ਉੱਧਰੋਂ ਵੀ ਕੁਛ ਇੱਕ ਦੂਸਰੇ ਦੇ ਉੱਪਰ ਬਿਆਨਬਾਜ਼ੀ ਹੋਈ ਹੈ। ਬਾਕੀ ਕੁਛ ਗੱਲਾਂ ਬਾਤਾਂ ਪੰਜਾਬੋਂ ਮੁਲਕੋਂ ਬਾਹਰ ਦੀਆਂ ਵੀ ਕਰ ਲਵਾਂਗੇ, ਤੇ ਗੱਲਾਂ ਬਾਤਾਂ ਕਰਨ ਲਈ ਨਾਲ ਆਪਣੇ ਵੀਰ ਪਰਮਵੀਰ ਬਾਠ ਵੀ। ਹੋਰ ਬਾਠ ਸਾਹਿਬ ਕਿੱਦਾਂ? ਚੜ੍ਹਦੀ ਕਲਾ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਅੱਜ ਤਾਂ ਭਰਾ ਨੇ ਝੱਗਾ ਧੋਤਾ ਪਾਇਆ ਲੱਗਦਾ। ਐਵੇਂ ਕਿਤੇ ਐਵੇਂ ਅੱਜ ਥੋੜਾ ਸਰਫ ਜ਼ਿਆਦਾ ਲਾ ਲਿਆ, ਹੋਰ ਕੀ ਅਜੇ ਜਾਂਚ ਨਹੀਂ ਨਾ ਆਉਂਦੀ। ਅੱਜ ਨੀਲ ਮੁੱਕਾ ਸੀ, ਅਜੇ ਜਾਂਚ ਨਹੀਂ ਨਾ ਆਉਂਦੀ। ਸੰਧਾਲੀਆ ਸਾਹਿਬ, ਮੈਂ ਨਾ ਇੱਕ ਮੈਨੂੰ ਵੈਸੇ ਚੇਤਾ ਆਇਆ, ਘਰੇ ਆਮ ਬੰਦਾ ਜਿਹੜਾ ਨਾ, ਤੁਹਾਡੀ ਨਹੀਂ ਗੱਲ ਕਰਦਾ, ਤੁਸੀਂ ਮਹਿਸੂਸ ਕਰਨਾ ਹੈ ਬਸ ਅੱਜ। ਅੱਛਾ, ਸਿਰਫ ਮਹਿਸੂਸ ਕਰਨਾ ਹੈ। ਕਿਉਂ ਲੱਗਦਾ ਵੀ ਅੱਜ ਕੁਛ ਵਾਹਵਾ ਮਹਿਸੂਸ ਕਰਾਓਗੇ ਮੈਨੂੰ, ਜਿਹੜਾ ਤੁਸੀਂ ਆਉਂਦੇ ਅੱਜ ਝੱਗੇ ਤੋਂ ਹੀ ਸ਼ੁਰੂ ਹੋਏ ਆ। ਆਮ ਬੰਦੇ ਦੇ ਘਰ ਦੀ ਜਿਹੜੀ ਕੰਧ ਹੁੰਦੀ ਆ, ਉੱਥੇ ਜੇ ਉਹਨੂੰ ਇੱਦਾਂ ਠੱਕ ਠੱਕ ਕਰਕੇ ਦੇਖੇ, ਕਿਤੇ ਮੰਨ ਲਓ ਊਂ ਕੁਛ ਵੱਜ ਜਾਏ, ਪਾਈਪ ਵੱਜ ਜਾਏ, ਉਹਦੀ ਆਵਾਜ਼ ਅਜੀਬ ਤਰੀਕੇ ਦੀ ਹੁੰਦੀ। ਉਹਨੂੰ ਡਰ ਹੁੰਦਾ ਕਿਤੇ ਸੀਮੈਂਟ ਨਾ ਝੜ ਜਾਵੇ। ਸਭ ਤੋਂ ਪਹਿਲਾਂ ਉਹਨੂੰ ਡਰ ਹੁੰਦਾ ਸੀਮੈਂਟ ਝੜ ਗਿਆ, ਮੁੜ ਕੇ ਸੀਮੈਂਟ ਲਾਉਣਾ ਪਊਗਾ। ਜੇ ਸੀਮੈਂਟ ਲੱਗ ਗਿਆ, ਮੁੜ ਕੇ ਬਦਰੰਗ ਜੀ ਕੰਧ ਹੋ ਜਾਣੀ ਆ, ਮੁੜ ਕੇ ਰੰਗ ਨਹੀਂ ਹੋਣਾ, ਰੰਗ ਸਾਰੀ ਕੰਧ ਨੂੰ ਕਰਾਉਣਾ ਪੈਣਾ। ਕਿਤੇ ਇੱਕ ਫਾਹਾ ਥੋੜ੍ਹੀ ਹੁੰਦਾ ਜੀ। ਉਹ ਹੈਗੀ ਆਮ ਬੰਦੇ ਦੀ ਜ਼ਿੰਦਗੀ। ਦੂਸਰੇ ਪਾਸੇ ਇੱਕ ਤੁਹਾਡੇ ਵਰਗੇ ਵੱਡੇ ਬੰਦੇ, ਸਰਦਾਰ ਬੰਦੇ, ਸੇਠ ਬੰਦੇ, ਠੀਕ ਹੈ ਜੀ। ਉਹ ਮਤਲਬ ਕੋਈ ਥੋੜਾ ਜਿਹਾ ਹੋਰ ਲਾਓ ਪੰਜ ਚਾਰ ਚੀਜ਼ਾਂ ਨਾਲ, ਮਤਲਬ ਜੇ ਹੁਣ ਕਰਜ਼ਾਈ ਕਰਨਾ ਚਾਹੀਦਾ ਨਾ ਕਰੋ, ਉਰੇ ਕਿਉਂ ਰਹਿਣ ਦੇਣੀ ਗੱਲ। ਮੁੰਬਈ ਦੇ ਵਿੱਚ ਇੱਕ ਬੰਦਾ ਕਾਰੋਬਾਰ ਕਰਦਾ ਸੀ, ਤਾਂ ਮੈਂ ਤਾਂ ਜਦੋਂ ਵੱਡੀਆਂ ਖਬਰਾਂ ਪੜ੍ਹਦਾ ਮੈਨੂੰ ਤਾਂ ਭਰਾ ਦਾ ਚੇਤਾ ਆ ਜਾਂਦਾ। ਨਹੀਂ, ਖਬਰਾਂ ਵੱਡੀਆਂ ਜਿੱਦਾਂ ਆਉਂਦਾ, ਬੰਦਾ ਥੋੜਾ ਵੱਡਾ। ਉਹ ਬੰਦਾ ਕਾਰੋਬਾਰ ਕਰਦਾ ਸੀ ਅੰਧੇਰੀ 'ਚ। ਕਿਸੇ ਨੇ ਸ਼ਿਕਾਇਤ ਕਰਤੀ ਵੀ ਇਹਦੇ ਕੋਲ ਪੈਸੇ ਬੜੇ ਆ। ਨਹੀਂ, ਹਨੇਰੇ 'ਚ ਕਿਉਂ ਕਰਦਾ ਇਹ? ਚਾਨਣੇ ਕਿਉਂ ਨਹੀਂ? ਉਹ ਅੰਧੇਰੀ ਨਹੀਂ, ਉੱਥੇ ਕਹਿੰਦੇ ਹੁੰਦੇ ਵੀ ਅੰਧੇਰੀ ਏਰੀਆ ਅੰਧੇਰੀ। ਹਾਂ, ਉਹ ਪੁਲਿਸ ਵਾਲੇ ਉਹਦੇ ਉੱਥੇ ਗਏ ਦਫ਼ਤਰ, ਛੋਟਾ ਜਿਹਾ ਦਫ਼ਤਰ ਕਹਿੰਦੇ। ਉਹਨਾਂ ਨੇ ਜਾ ਕੇ ਦੇਖਿਆ, ਤੇ ਉਹ ਇੱਕ ਵਾਰੀ ਤਾਂ ਜਾ ਕੇ ਮੁੜ ਕੇ ਆ ਗਿਆ। ਕਹਿੰਦੇ ਯਾਰ ਉੱਥੇ ਕੁਛ ਨਾ ਬਸ 4 ਕੁ ਫਾਈਲਾਂ ਆ, ਇੱਕ ਜਾਗਿਆ, 4 ਗਲਾਸ ਆ ਪਾਣੀ ਦੇ, 2 ਸੋਫੇ ਪਏ, ਇਸ ਤੋਂ ਬਾਅਦ ਉੱਥੇ ਹੈ ਕੁਛ ਨਹੀਂ। ਬੰਦਾ ਉੱਥੇ ਖਾਉਂ ਖਾਉਂ ਕਰੀ ਜਾਂਦਾ, ਗੱਲ ਕੁਛ ਨਹੀਂ। ਉਹ ਕਹਿੰਦੇ ਇੱਦਾਂ ਨਹੀਂ, ਇੱਕ ਵਾਰੀ ਫੇਰ ਜਾਓ, ਚੰਗੀ ਤਰ੍ਹਾਂ ਕੰਧਾਂ ਖੜਕਾ ਕੇ ਦੇਖਿਓ। ਘਰ ਦੇ ਭੇਤੀ ਨੇ ਲੰਕਾ ਢਾਈ ਸੀ। ਉਹ ਫੇਰ ਗਏ ਕੰਧ ਨੂੰ ਇਹਦੇ ਠੱਕ ਠੱਕ ਕਰਨ। ਉਹ ਕਹਿੰਦੀ ਯਾਰ ਘਰੋਂ ਅਸੀਂ ਵੀ ਆਉਂਦੇ ਆ, ਜਦੋਂ ਸਾਡੇ ਘਰ ਦੀਆਂ ਕੰਧਾਂ ਨਾਲ ਠੱਕ ਠੱਕ ਕਰਦੇ, ਆਵਾਜ਼ ਹੋਰ ਤਰ੍ਹਾਂ ਦੀ ਆਉਂਦੀ, ਇਹਦੀ ਹੋਰ ਤਰ੍ਹਾਂ ਦੀ। ਫਿਰ ਸੱਬਲ ਲਿਆਂਦੀ, 2 ਵਾਰੀ ਸੱਬਲ ਮਾਰੀ, ਤਾਂ ਆਮ ਬੰਦੇ ਦੇ ਸੀਮੈਂਟ ਰੇਤਾ ਝੜਦਾ ਹੁੰਦਾ, ਉੱਥੋਂ ਨੋਟ ਝੜਨ। ਫਿਰ ਮਸ਼ੀਨਾਂ ਮੰਗਾ ਲਈਆਂ 2 ਪੌਣੇ 10 ਕਰੋੜ ਰੁਪਈਆ ਛੋਟੇ ਜਿਹਾ ਦਫ਼ਤਰ ਦੀਆਂ ਕੰਧਾਂ ਹੀ ਥੱਪੀ ਫਿਰਦਾ ਸੀ। ਕਿਆ ਬਾਤ। ਫਿਰ ਦੂਜੀ ਕੰਧ ਨੂੰ ਸੱਬਲ ਮਾਰ ਲਈ। 19 ਕਿਲੋ ਚਾਂਦੀ ਆਹ ਕੰਧਾਂ 'ਚੋਂ ਝੜੇ। ਤੁਸੀਂ ਦੇਖੋ, ਆਪਣੇ ਮਾੜੇ ਬੰਦੇ ਦੇ ਘਰ ਦੇ ਵਿੱਚ ਤਾਂ ਕੀੜੀਆਂ ਹੀ ਛੇਕ ਕਰ ਦਿੰਦੀਆਂ। ਅਗਲੇ ਨੇ ਚਾਂਦੀ ਦੀਆਂ ਕੰਧਾਂ ਬਣਾਈਆਂ, ਤੇ ਹੁਣ ਕਹਿੰਦੇ ਜੋ ਪੌਣੇ 10 ਕਰੋੜ ਦਾ ਹਿਸਾਬ ਲੈਣਾ ਕੈਸ਼ ਕੰਧਾਂ 'ਚ ਚਿਣਿਆ, ਤੇ 19 ਕਿਲੋ ਚਾਂਦੀ ਦੀਆਂ ਇੱਟਾਂ ਆਈਆਂ, ਕਿੱਥੋਂ ਉਹਦਾ ਹਿਸਾਬ ਕਿਤਾਬ ਲੈਣਾ। ਮੈਂ ਸੋਚਦਾ ਸੀ ਕਿ ਭਾਈ ਇੱਥੇ ਜੇ ਕਿਤੇ ਕੰਧ ਕੌਲਾ ਕੋਈ ਛੱਤਿਆ ਹੋਵੇ, 150 ਇੱਟ ਬਚ ਜਾਵੇ ਨਾ, ਇੱਟ ਜਿਹੜੀ ਨੋਰਮਲ ਇੱਟ ਹੁੰਦੀ ਆ, ਬੀਬੀਆਂ ਉਹਨੂੰ ਹੀ ਕਦੇ ਬਰਸਾਤਾਂ ਆ ਗਈਆਂ ਚੱਕ ਕੇ ਇਹਨੂੰ ਰੱਖ, ਕਦੇ ਉਹਨੂੰ ਰੱਖ, ਕਿਤੇ ਕੰਮ ਆ ਜਾਂਦੀਆਂ। ਅਗਲਾ ਚਾਂਦੀ ਦੀਆਂ ਕਢਾਈ ਫਿਰਦੇ ਵਿੱਚ। ਇਹ ਮਾੜੇ ਬੰਦੇ ਦੇ ਕੰਧਾਂ 'ਚੋਂ ਕਲਰ ਹੀ ਡਿੱਗਦਾ, ਹੋਰ ਕੁਛ ਨਹੀਂ। ਅਗਲਿਆਂ ਦੇ ਚਾਂਦੀ ਡਿੱਗਣ ਡਈ ਆ। ਫਰਕ ਤਾਂ ਇੰਨਾ ਕੀ ਆ, ਪਰ ਕਾਰਨ ਇਹ ਆ ਵੀ ਇਹ ਜਿਹੜੀਆਂ ਚੋਰ ਮੋਰੀਆਂ ਕਿਤੇ ਨਾ ਕਿਤੇ ਰਹਿ ਗਈਆਂ, ਜਾਂ ਬਣੀਆਂ ਬਣਾਈਆਂ, ਜਾਂ ਜੋ ਵੀ ਹੈਗਾ, ਉਹਦਾ ਕਰਕੇ ਇਹ ਸਾਰਾ ਕੁਛ ਹੁੰਦਾ। ਵੀ ਜੇ ਮੰਨ ਲਓ ਸਿਸਟਮ ਸਾਰਾ ਆਪਣੀ ਥਾਂ 'ਤੇ ਸਹੀ ਹੋਵੇ, ਤੇ ਨਾ ਇਹੋ ਜਿਹਾ ਮੌਕਾ ਮਿਲੇ। ਇਹ ਤਾਂ ਜੇ ਹੁਣ ਵੈਸੇ ਮੈਨੂੰ ਲੱਗਦਾ ਹੁੰਦਾ ਵੀ 10 ਕਰੋੜ, ਪੌਣੇ 10 ਕਰੋੜ, 19-20 ਕਿਲੋ ਚਾਂਦੀ, ਇਹ ਲੋਕਾਂ ਨੂੰ ਆਮ ਲੱਗਣ ਲੱਗ ਪਈ। ਕਿਉਂਕਿ ਤੁਹਾਡੇ ਧਿਆਨ 'ਚ ਹੋਣਾ ਵੀ ਜਦੋਂ ਨੋਟਬੰਦੀ ਦਾ ਜ਼ਮਾਨਾ ਆਇਆ ਸੀ ਜੀ, ਉਦੋਂ ਜਦੋਂ ਲਾਉਂਦੇ ਸੀ ਵੀ ਯਾਰ ਫਲਾਨੇ ਥਾਂ 'ਤੇ 2000 ਨਹੀਂ ਮਿਲਦਾ, ਤੇ ਕਈਆਂ ਥਾਵਾਂ 'ਤੇ ਅੰਦਰ ਭਰੇ ਸੀ। ਉਹ ਜਿਹੜੇ ਇਹਨਾਂ ਸਾਜ਼ੋ ਸਮਾਨ ਇਕੱਠਾ ਕਰ ਲੈਂਦੇ ਲੋਕ ਵੀ ਹਾਂਜੀ ਫਲਾਨੇ ਥਾਂ ਪਹੁੰਚਾਉਣਾ, ਇੱਥੋਂ ਇੱਥੇ ਕੱਢ ਕੇ ਇੱਥੇ ਪਹੁੰਚਾਉਣਾ। ਕੋਈ ਤਾਂ ਡੂੰਘਾ ਕਾਰੋਬਾਰ ਹੁੰਦਾ ਹੀ ਹੋਊਗਾ WhatsApp, ਜਿਹੜਾ ਵੀ ਇਹਨਾਂ ਉਹ, ਕਿਉਂਕਿ ਇਹ ਤਾਂ ਗੱਲ ਪੱਕੀ ਆ ਵੀ ਅਗਲੇ ਬੰਦੇ ਨੇ ਕਣਕ ਦੇ ਵੇਚੀ ਨਹੀਂ ਹੁਣ, ਜਿਹਦਾ ਝਾੜ ਕੱਢਿਆ ਵੀ ਉਹਦੇ ਪੈਸੇ ਹੋਣਗੇ, ਹੈ ਨਾ। ਵੀ ਹੈ ਤਾਂ ਉਹ ਕਿਸੇ ਡੂੰਘੀ ਚੀਜ਼ ਦੇ ਪੈਸੇ, ਵੀ ਨਾ ਉਹ ਘੁੜਕਾ ਚਲਾਉਂਦਾ ਹੀ, ਆਹੋ, ਨਾ ਉਹ ਗੰਢੇ ਵੇਚਦਾ ਹੀ, ਨਾ ਉਹਨੇ ਕਿਸੇ ਦੀ ਮੰਡੀ ਦੇ ਵਿੱਚੋਂ ਨਿੰਬੂ ਚੱਕ ਕੇ ਵੇਚੇ ਆ, ਵੀ ਜਿਹੜਾ ਉਹਨੇ ਪੌਣੇ 10 ਕਰੋੜ ਰੁਪਇਆ ਕੰਧਾਂ ਹੀ ਥੱਪ ਲਿਆ। ਫਿਰ ਇੱਕ ਮੇਰੇ ਮਨ 'ਚ ਹੋਰ ਆਇਆ, ਮੈਂ ਕਿਹਾ ਚਲੋ ਭਰਾ ਬੈਠਾ ਗੱਲ ਕਰ ਲੈਂਦੇ ਆ। ਮੈਨੂੰ ਐਂ ਲੱਗਿਆ ਕਿ ਆ ਜਿਹੜਾ ਕੰਡਿਆਲੀ ਤਾਰ 'ਤੇ ਪੈਸੇ ਖਰਚੇ, ਆ ਜਿਹੜਾ ਬਾਰਡਰ ਬਣਾਤਾ, ਦੇਸ਼ 2 ਹੋ ਗਿਆ, 2 ਦੇ ਵੀ ਬੰਗਲਾਦੇਸ਼ ਬਣ ਗਿਆ, ਬਾਅਦ 'ਚ 3 ਹੋ ਗਿਆ ਸੁੱਖ ਨਾਲ, ਹੈ ਨਹੀਂ। ਇੱਦਾਂ ਨਹੀਂ ਸੀ ਕਰਨਾ ਚਾਹੀਦਾ, ਕਿਉਂਕਿ ਇੱਕ ਹੀ ਆ ਸਮੱਸਿਆ, ਉੱਥੇ ਦੀ ਉੱਥੇ ਹੀ ਆ। ਜਾਣੀ ਸਾਡੀਆਂ ਆਦਤਾਂ, ਸਾਡੇ ਸੁਭਾਅ ਸਾਰੇ ਹੀ ਮਿਲਦੇ ਆ, ਥੋੜ੍ਹਾ ਬਹੁਤ ਹੀ ਕਿਤੇ ਫਰਕ ਆ।
ਆਪਣੇ ਵੀ ਇੱਥੇ ਲੀਡਰਾਂ ਦੀ ਗੱਲ ਚੱਲਦੀ ਹੁੰਦੀ ਆ ਜੀ, ਆਮ ਬੰਦੇ ਨੂੰ ਰੋਟੀ ਨਹੀਂ ਖਾਣ ਨੂੰ ਜੁੜਦੀ। ਤਾਂ ਭਾਰਤ ਦੇ ਇੱਕ ਸੂਬੇ 'ਚੋਂ ਕਰੇ ਰੌਲਾ ਪਿਆ ਸੀ ਕਿ ਉਹਨੂੰ ਕਿਸੇ ਸਿਆਣੇ ਨੇ ਕਹਿਤਾ ਤੇਰਾ ਵਾਸ਼ਰੂਮ ਦਾ ਮੂੰਹ ਪਰਲੇ ਪਾਸੇ ਨੂੰ ਬਣਿਆ, ਉਹਨੇ ਸਾਰਾ ਢਵਾ ਕੇ 2 ਕਰੋੜ ਵਾਸ਼ਰੂਮ ਤੇ ਲਾਤਾ। ਫਿਰ ਇੱਕ ਵਾਰੀ ਚਰਚਾ ਚੱਲਦੀ ਸੀ, ਉਹਨੂੰ ਪਰਦੇ ਪਸੰਦ ਨਹੀਂ ਆਏ, ਆਮ ਬੰਦੇ ਦੀ ਜੇਬ 'ਚ 5 ਰੁਪਏ ਨਹੀਂ ਹੁੰਦੇ, ਉਹਨੇ 55 ਲੱਖ ਦੇ ਪਰਦੇ ਲਵਾ ਲਏ। ਜਾਣੀ ਬੜੀਆਂ ਕਹਾਣੀਆਂ। ਹੁਣ ਇਮਰਾਨ ਖਾਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਦੇ ਬਾਰੇ ਵੀ ਚਰਚਾ ਕਿ ਜਦੋਂ ਦਾ ਪ੍ਰਧਾਨ ਮੰਤਰੀ ਬਣਨਾ ਸੀ ਲੋਕਾਂ ਨੂੰ ਕਹਿੰਦਾ ਸੀ ਮੈਂ ਸਾਈਕਲ ਤੇ ਦਫ਼ਤਰ ਜਾਇਆ ਕਰੂੰ, ਪਾਕਿਸਤਾਨ ਦਾ ਖਜ਼ਾਨਾ ਖਾਲੀ ਹੈ। ਮੈਨੂੰ ਪੰਜਾਬ ਦਾ ਚੇਤਾ ਆ ਗਿਆ, ਜਦੋਂ ਖਜ਼ਾਨਾ ਖਾਲੀ ਇੱਕਦਮ ਤੁਹਾਡੇ ਮਨ 'ਚ ਆਉਂਦਾ ਨਾ, ਧੂੰਆਂ ਜਿਹਾ ਨਿਕਲਦਾ ਕੰਨਾਂ ਦੇ ਵਿੱਚੋਂ ਸੂਸ਼ੀ ਖਾ ਕੇ। ਹੁਣ ਉਹਦੇ ਵਿੱਚੋਂ ਕੀ ਨਿਕਲਦਾ ਕਿ ਉਹ ਕਹਿੰਦੇ ਜੀ ਪਹਿਲਾਂ ਵੀਡੀਓ ਚੱਲ ਰਹੀਆਂ ਉਹ ਕਿ ਮੈਂ ਸਾਈਕਲ ਤੇ ਜਾਇਆ ਕਰੂੰਗਾ, ਮੇਰੀ ਪਾਰਟੀ ਜਿੱਤ ਗਈ, ਮੈਨੂੰ ਪ੍ਰਧਾਨ ਮੰਤਰੀ, ਮੈਂ ਪਾਕਿਸਤਾਨ ਦਾ ਪਹਿਲਾਂ ਖਜ਼ਾਨਾ ਭਰੂੰਗਾ। ਇੱਥੇ ਬਹੁਤ ਸਾਰੇ ਉਹ ਕੰਮ ਨੇ ਜਿਹੜੇ ਕਰਨ ਵਾਲੇ, ਬਾਕੀ ਨੇ ਪੈਸੇ ਪਹਿਲਾਂ ਉਹਨਾਂ ਦੇ ਲਾਉਣੇ ਆ। ਤੇ ਹੁਣ ਕਹਿੰਦੇ ਜਦੋਂ ਫਿਰ ਉਹ ਪ੍ਰਧਾਨ ਮੰਤਰੀ ਬਣ ਗਿਆ, ਸਾਬਕਾ ਹੋ ਗਿਆ, ਹੁਣ ਹਿਸਾਬ ਕਿਤਾਬ ਨਿਕਲਿਆ ਕਿ ਉਹਨਾਂ ਦੇ ਘਰ ਤੋਂ ਉਹਨਾਂ ਦੇ ਦਫ਼ਤਰ ਦੀ ਦੂਰੀ ਸੀ 15 ਕਿਲੋਮੀਟਰ। 15 ਅਸੀਂ ਨਹੀਂ ਕਹਿੰਦੇ ਸਾਈਕਲ ਤੇ ਜਾਓ, ਸਾਡੇ ਲੋਕ ਕਾਰ ਤੇ ਜਾਂਦੇ ਕੋਈ ਨਹੀਂ, ਪਰ ਜਿੰਨੀ ਵਾਰੀ ਵੀ ਆਪਣੇ ਘਰ ਤੋਂ ਉਹ ਦਫ਼ਤਰ ਤੱਕ ਗਏ, ਕਹਿੰਦੇ ਹੈਲੀਕਾਪਟਰ 'ਚ ਗਏ, ਹਰ ਗੇੜੇ ਦਾ 8 ਲੱਖ ਰੁਪਏ ਲੱਗਦਾ ਸੀ। ਕੁਝ ਵੀ ਨਹੀਂ ਹੈ 15 ਕਿਲੋਮੀਟਰ। ਕਿਤੇ ਮੈਂ ਤਾਂ ਇਹਦੋਂ ਗੱਲੋਂ ਹੈਰਾਨ ਆ ਵੀ ਤਕੜਾ ਹੀ ਹੋਣਾ ਉਹ ਪਾਇਲਟ ਜਿਹੜਾ ਵੀ ਪਹਿਲਾਂ ਚੜਾਉਂਦਾ ਸੀ ਫਿਰ ਲਾਉਂਦਾ ਸੀ 15 ਕਿਲੋਮੀਟਰ ਦੇ। ਹੋ ਸਕਦਾ ਚੜਾਉਣ ਨੂੰ ਪਹਿਲਾਂ ਦੂਜੇ ਪਾਸੇ ਨੂੰ ਲੈ ਜਾਂਦਾ ਹੋਵੇ। ਆ ਵੀ ਉੱਥੋਂ ਦੇ ਨੇ ਵੀ ਯਾਰ ਆਪਾਂ ਜਾਣਾ ਤੇ ਐਨੂੰ, ਤੂੰ ਐਨੂੰ ਦੱਬ ਲਿਆ, ਕਹਿੰਦਾ ਸਰ ਥੋੜਾ ਗਰਮ ਜਿਹਾ ਕਰ ਲਈਏ, ਇਹ ਕਿਹੜਾ ਵੀ ਮਤਲਬ ਸਾਈਕਲ ਹੈ ਵੀ ਉੱਥੇ ਬ੍ਰੇਕ ਮਾਰ ਲਾਂਗੇ, ਥੋੜਾ ਤਤਾ ਜਿਹਾ ਕਰਕੇ ਮੈਂ ਉੱਥੇ ਲਾਉਣਾ ਇਹਨੂੰ ਇੱਕ ਨਾ। ਪਰ ਚਲੋ ਕਾਰਨ ਇਹ ਆ ਵੀ ਇਹ ਜਿਹੜਾ ਸਾਰੇ ਦਾਅਵੇ ਹੁੰਦੇ ਨਾ ਖਾਸ ਕਰਕੇ ਲੀਡਰਾਂ ਦੇ ਵੀ ਨਾ ਮੈਂ ਕੁਝ ਖਾਣਾ ਨਾ ਖਾਣ ਦੇਣਾ, ਇਹ ਉੱਦਾਂ ਜਿਹਦੇ ਦਾਅਵੇ ਹੁੰਦੇ ਆ ਜਿੱਦਾਂ ਮੈਂ ਕਿਸੇ ਵੇਲੇ ਨਹੀਂ ਕਰ ਦਿੰਦਾ ਵੀ ਯਾਰ ਹੁਣ ਮੈਂ ਸਰੀਰ ਘਟਾਉਣਾ, ਹੁਣ ਮੈਂ ਬਹੁਤਾ ਨਾ ਇੱਧਰ ਉੱਧਰ ਤਾਂ ਨਹੀਂ ਖਾਇਆ ਕਰਨਾ। ਬੰਦਾ ਆਪਣੇ ਨਾਲੋਂ ਤਾਂ ਤਗੜਾ ਹੁੰਦਾ ਵੀ ਨਹੀਂ ਇੱਧਰ ਉੱਧਰ ਦਾ ਖਾਇਆ ਕਰਨਾ, ਪਰ ਜਦੋਂ ਸਾਹਮਣੇ ਰੱਖਿਆ ਜਾਵੇ ਫਿਰ ਕਿਸੇ ਵੇਲੇ ਮਿੱਠਾ ਵੇਖਦੇ ਆ, ਕਿਸੇ ਵੇਲੇ ਲੂਣ ਵੇਖਦੇ ਆ, ਕਿਸੇ ਵੇਲੇ ਚਟਪਟਾ ਵੇਖਦੇ ਹੀ ਛਕਾਇਆ ਜਾਂਦਾ। ਉਹ ਮੈਨੂੰ ਇਹ ਲੱਗਦਾ ਹੁੰਦਾ ਵੀ ਜਿਹੜੇ ਲੀਡਰ ਸਾਹਿਬਾਨ ਕਈ ਨਾ ਕਹਿ ਦਿੰਦੇ ਵੀ ਨਾ ਮੈਂ ਖਾਣਾ ਨਾ ਖਾਣ ਦੇਣਾ ਜੀ, ਉਹ ਵੀ ਉਹਨਾਂ ਕੁ ਚਿਰ ਹੀ ਆਂਦੇ ਜਿੰਨੀ ਦੇਰ ਤੱਕ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਯਾਰ ਮਿਲਦਾ ਕਿੱਥੋਂ। ਜਦੋਂ ਅਗਲੇ ਬੰਦੇ ਜਮਾਂ ਹੀ ਬੂਹਾ ਖੜਕਾ ਕੇ ਆਂਦੇ ਵੀ ਮਹਾਰਾਜ ਚੱਕੋ, ਉਹ ਕਹਿੰਦਾ ਕਾਹਦੇ, ਬਸ ਤੁਸੀਂ ਨਜ਼ਾਰੇ ਲੈਣੇ ਆ, ਇਹ ਨਹੀਂ ਪੁੱਛਣਾ ਵੀ ਇਹ ਕਾਹਦੇ ਆ, ਇਹ ਸਮਝ ਕੇ ਛਕੀ ਜਾਣਾ ਵੀ ਘਰ ਦਾ ਬਣਿਆ, ਘਰ ਦਾ ਹੀ ਬਣ। ਅਗਲਾ ਕਹਿੰਦਾ ਯਾਰ ਇਹਦੇ 55 ਲੱਗਦਾ, ਸਰ ਕੋਈ ਗੱਲ ਨਹੀਂ 65 ਕਰ ਦਾਂਗੇ। ਨਹੀਂ ਯਾਰ 65 ਮੈਂ ਤੇ 75 ਸੁਣੇ, ਕੋਈ ਨਹੀਂ ਸਰ 80 ਆਊਗਾ, ਚਿੰਤਾ ਨਹੀਂ ਕਰਨੀ ਤੁਸੀਂ, ਖਿੱਚ ਕੇ ਰੱਖੋ ਬਸ। ਮਤਲਬ ਸੈਟਿੰਗ ਹੀ ਆ। ਜਦੋਂ ਹੁਣ ਅਗਲੇ ਦੇ ਜਾ ਕੇ ਸੁੱਟਣਗੇ ਸਮਾਨ ਸਾਹਮਣੇ ਤੇ ਫਿਰ ਉਹ ਤੋਂ ਬਾਅਦ ਹੌਲੀ ਹੌਲੀ ਬੰਦਾ ਛਕਣ ਲੱਗ ਪੈਂਦਾ। ਫਿਰ ਜਦੋਂ 6 ਮਹੀਨੇ ਪੈਂਟ ਆਉਣੋਂ ਹਟ ਜਾਂਦੀ, ਫਿਰ ਹੌਲੀ ਹੌਲੀ ਕੰਡਾ ਚੈੱਕ ਕਰਦਾ, ਫਿਰ ਆਂਦਾ ਯਾਰ ਭਾਰ ਪਤਾ ਨਹੀਂ ਕਦੇ ਨਾ ਵਧੀਆ ਜਾਂਦਾ, ਮੈਂ ਤੇ ਖਾਂਦਾ ਹੀ ਕੁਛ ਨਹੀਂ। ਉਹ ਇਹ ਨਹੀਂ ਵੇਂਦਾ ਵੀ ਮੈਂ ਕੁਛ ਨਹੀਂ ਖਾਂਦਾ, ਖਵਾਉਣ ਵਾਲੇ ਖਵਾਈ ਜਾਂਦੇ ਆ। ਸੰਧਾਲੀਆ ਸਾਹਿਬ ਇੱਕ ਇਸ ਗੱਲੋਂ ਤਾਂ ਇਮਰਾਨ ਖਾਨ ਦਾ ਬਹੁਤੇ ਪੰਜਾਬੀ ਧੰਨਵਾਦ ਕਰਦੇ ਆ ਕਿ ਸ਼੍ਰੀ ਕਰਤਾਰਪੁਰ ਸਾਹਿਬ ਦਾ ਲੰਘਾ ਉਹਨਾਂ ਦੇ ਕਾਰਜਕਾਲ 'ਚ ਖੁੱਲਿਆ। ਪਰ ਜੇ ਪਾਕਿਸਤਾਨ ਵਾਲੇ ਪੱਖ ਤੋਂ ਦੇਖੀਏ ਤਾਂ ਉਹਨਾਂ ਨੇ ਇੱਕ ਨਾਅਰਾ ਦਿੱਤਾ ਸੀ ਨਵਾਂ ਪਾਕਿਸਤਾਨ, ਕਿ ਮੈਨੂੰ ਪ੍ਰਧਾਨ ਮੰਤਰੀ ਬਣਾਓ, ਮੇਰੀ ਪਾਰਟੀ ਨੂੰ ਜਿਤਾਓ, ਸਾਡੀ ਉੱਥੋਂ ਦੀ ਪਾਕਿਸਤਾਨ ਦੇ ਵਿੱਚ ਕੇਂਦਰ ਦੀ ਸਰਕਾਰ ਬਣਾਓ, ਦੇਸ਼ ਸਾਨੂੰ ਦਿਓ, ਨਵੇਂ ਪਾਕਿਸਤਾਨ ਦੀ ਲੋੜ ਆ ਬਣਾ ਦਿਆਂਗੇ। ਹੁਣ ਕਹਿੰਦੇ ਆ ਜਦੋਂ ਹਿਸਾਬ ਕਿਤਾਬ ਕੀਤਾ, ਕਹਿੰਦੇ ਜੀ ਨਵਾਂ ਪਾਕਿਸਤਾਨ ਬਣਾਉਣ ਲਈ ਕੀ ਲੋੜ ਹੈ, ਪਾਕਿਸਤਾਨ ਦੇ ਪੜ੍ਹੇ ਲਿਖੇ ਹੋਣ ਦੇ ਲਈ, ਪਾਕਿਸਤਾਨ ਦੇ ਨੌਜਵਾਨਾਂ ਨੂੰ ਪੜ੍ਹਾਉਣ ਲਈ ਕਾਹਦੀ ਲੋੜ ਹੈ, ਯੂਨੀਵਰਸਿਟੀਆਂ ਦੀ। ਤਾਂ ਕਹਿੰਦੇ ਨਵੀਂ ਤਾਂ ਨਹੀਂ ਕੋਈ ਖੁੱਲੀ, ਉਹਨਾਂ ਦੇ ਕਾਰਜਕਾਲ 'ਚ 2 ਬੰਦ ਹੋ ਗਈਆਂ। ਤੇ ਫਿਰ ਤਾਂ ਹੀ ਨਵਾਂ ਬਣੂਗਾ। ਫਿਰ ਉਹੀ ਗੱਲ, ਹੁਣ ਨਵੇਂ ਪਾਕਿਸਤਾਨ 'ਚ ਕੁਛ ਤੇ ਵੱਖਰਾ ਹੋਣਾ ਚਾਹੀਦਾ ਨਾ। ਉਹ ਕਹਿੰਦੇ ਵੀ ਪਹਿਲੇ ਪਾਕਿਸਤਾਨ 'ਚ ਇੰਨੀਆਂ ਯੂਨੀਵਰਸਿਟੀਆਂ ਸੀ, ਨਵੇਂ 'ਚ 2 ਘੱਟ ਨੇ, ਨਵਾਂ ਹੋ ਗਿਆ ਗੱਲ ਤੇ ਇਹੀ ਹੈ। ਪਰ ਚਲੋ ਕਾਰਨ ਇਹ ਆ ਵੀ ਇਹ ਆਪਾਂ ਇਸ ਕਰਕੇ ਬੇਨਤੀ ਕਰ ਰਹੇ ਹਾਂ ਵੀ ਇਹ ਉਹ ਚੀਜ਼ ਹੈ ਜਿਸ ਚੀਜ਼ ਦੇ ਝੰਬੇ ਆਮ ਲੋਕ ਨੇ, ਅਤੇ ਉਹਨਾਂ ਨੂੰ ਹਰ ਵਾਰ ਆਸ ਹੁੰਦੀ ਹੈ ਕੋਈ 24 ਸਾਲੀ ਵੋਟਾਂ ਪਾ ਲੈਂਦਾ, ਕੋਈ 25 ਸਾਲੀ ਪਾ ਲੈਂਦਾ ਵੀ ਯਾਰ ਸ਼ਾਇਦ ਕੁਛ ਚੇਂਜ ਆ ਜਾਵੇ, ਪਰ ਚੇਂਜ ਆਉਂਦੀ ਨਹੀਂ। ਹੁਣ ਉਸੇ ਚੇਂਜ ਨੂੰ ਲੱਭਦੇ ਪਾਕਿਸਤਾਨ ਵਾਲੇ ਇੱਕ ਨਾ ਫਿਰ ਆਪਣਾ ਪ੍ਰਧਾਨ ਮੰਤਰੀ ਲਾ ਕੇ ਬਹਿ ਗਏ ਆ। ਹੁਣ ਜਿਨ੍ਹਾਂ ਨੂੰ ਸ਼ਰੀਫ ਸਾਹਿਬ ਨੂੰ ਬਣਾਇਆ, ਵੇਖੋ ਸ਼ਰਾਫਤ ਦੇ ਨਾਲ ਕਿੰਨੇ ਕੁ ਮਹੀਨੇ ਚਲਾਉਂਦੇ ਪਏ, ਤਾਂ 5-6 ਮਹੀਨੇ ਹੀ ਵਿੱਚ ਉਹਦੇ। ਪਰ ਜੇ ਦੁਬਾਰਾ ਜਦੋਂ ਇਲੈਕਸ਼ਨਾਂ ਹੁੰਦੀਆਂ ਉਦੋਂ ਦੇਖੋ ਵੀ ਇਹਨਾਂ ਦਾ ਦਾਅ ਲੱਗ ਜਾਂਦਾ, ਜਾਂ ਫਿਰ ਇਮਰਾਨ ਖਾਨ ਸਾਹਿਬ ਦੁਬਾਰਾ ਆ ਜਾਂਦੇ ਆ। ਇਹ ਤਾਂ ਰਹਿ ਗਈ ਉਹਦੀ ਕਿਸਮਤ ਜੀ। ਆਪਾਂ ਗੱਲ ਕਰੀਏ ਪੰਜਾਬ ਦੀ, ਕਿਉਂਕਿ ਮਹੀਨਾ ਪੰਜਾਬ ਵਾਲਿਆਂ ਨੂੰ ਵੀ ਹੋ ਗਿਆ, ਇਹਨਾਂ ਨੇ ਵੀ ਕਹਿੰਦੇ ਬਦਲਾਅ ਲਿਆਉਣਾ ਹੈ, ਬਦਲਾਅ ਦੀ ਗੱਲ ਏ, ਬਦਲਾਅ ਚੱਲਦਾ ਏ। ਉਹ ਹੁਣ ਬਦਲਾਅ ਤੇ ਬਦਲਾ ਵਿਰੋਧੀ ਇਹ ਆਖੀ ਜਾਂਦੇ, ਉਹ ਕਹਿੰਦੇ ਤੇ ਬਦਲਾਅ ਸੀ, ਬਸ ਐੜਾ ਕਿਸੇ ਨੇ ਨਾਲੋਂ ਲਾਤਾ ਤੇ ਬਦਲਾ ਹੋ ਗਿਆ, ਐੜਾ ਖਾਲੀ ਹੈ ਨਾ। ਜਿਹਦਾ ਇੱਥੇ ਬਹੁਤ ਸਾਰੇ ਸ਼ਬਦ ਹੁੰਦੇ ਤਾਂ ਵਿੱਚੋਂ ਕਹਿੰਦੇ ਜੀ ਆਪਾਂ ਹੁਣ ਸਟੋਰ ਕੀ ਆ, ਉਹਨੂੰ ਕੋਸਟਕੋ ਕਹਿੰਦੇ, ਆਪਾਂ ਕਹਿੰਦੇ ਕੋਸਟਕੋ ਕਹਿ ਦਈਦਾ, ਕਹਿੰਦੇ ਜੀ ਟੀ ਦਾ ਸਾਈਲੈਂਟ ਆ, ਖਾਲੀ ਆ, ਇਹ ਤਾਂ ਇਹ ਬੋਲਣੀ ਨਹੀਂ ਤੁਸੀਂ। ਇੱਦਾਂ ਹੀ ਉਹ ਕਹਿੰਦੇ ਐੜਾ ਹੈਗਾ ਕਿ ਨਹੀਂ ਹੈਗਾ, ਬੋਲਣਾ ਕਿ ਨਹੀਂ ਬੋਲਣਾ ਤੁਹਾਡੇ 'ਤੇ ਨਿਰਭਰ ਕਰਦਾ। ਸੱਤਾਧਾਰੀ ਧਿਰ ਕਹਿੰਦੀ ਆ ਕਿ ਬਦਲਾਅ ਦੇ ਪਿੱਛੇ ਐੜਾ ਹੈਗਾ, ਵਿਰੋਧੀ ਧਿਰ ਕਹਿੰਦੀ ਆ ਜੀ ਬਦਲਾਅ ਦੇ ਪਿੱਛੇ ਐੜਾ ਹੈ ਨਹੀਂ, ਬਦਲਾ ਹੀ ਆ। ਹੁਣ ਤੁਸੀਂ ਦੇਖੋ ਕਿ ਕਾਂਗਰਸ ਪਾਰਟੀ ਵਾਲੇ ਨੇ ਆਪਣੇ ਪ੍ਰਧਾਨ ਦੀ ਤਾਜਪੋਸ਼ੀ ਕਰ ਲਈ, ਪਰ ਨਾਲ ਹੀ ਉਹਨਾਂ ਨੇ ਚਰਚਾ ਖਿੱਚ ਦਿੱਤੀ। ਖਹਿਰਾ ਸਾਹਿਬ ਵੀ ਕਹਿੰਦੇ, ਰੰਧਾਵਾ ਸਾਹਿਬ ਵੀ ਕਹਿੰਦੇ, ਸਿੱਧੂ ਸਾਹਿਬ ਵੀ ਕਹਿੰਦੇ, ਵੜਿੰਗ ਸਾਹਿਬ, ਜਾਣੀ ਕਾਂਗਰਸ ਦੇ ਜਿੰਨੇ ਸਾਹਿਬ ਆ
ਬਾਕੀ ਸਾਰੇ ਮੁੱਦਿਆਂ ਤੇ ਭਾਵੇਂ ਇੱਕ ਦੂਜੇ ਨਾਲ ਉਹਨਾਂ ਦੀ ਸੁਰ ਰਲਦੀ ਹੋਵੇ ਨਾ ਹੋਵੇ, ਪਰ ਬੀਬੀ ਅਲਕਾ ਲਾਂਬਾ ਨੂੰ ਪੰਜਾਬ ਦੀ ਪੁਲਿਸ ਜਿਹੜਾ ਨੋਟਿਸ ਦੇ ਕੇ ਆਈ ਹੈ ਕਿ ਬੀਬੀ ਜੀ 26 ਤਰੀਕ ਤੱਕ ਮੜ ਜਾ ਕੇ ਪੇਸ਼ ਹੋਇਓ, ਸਬੂਤ ਦਿਓ। ਆ ਜਿਹੜੇ ਦਾਅਵੇ ਤੁਸੀਂ ਵੀਡੀਓਜ਼ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਕੀਤੇ ਨੇ, ਕਿਸ ਆਧਾਰ ਤੇ ਕੀਤੇ ਨੇ, ਦੋਸ਼ ਤੁਸੀਂ ਵੱਡੇ ਵੱਡੇ ਲਾਏ ਆ, ਕਿਸ ਆਧਾਰ ਤੇ ਲਾਏ ਆ, ਉਸ ਮੁੱਦੇ ਤੇ ਤੁਸੀਂ ਦੇਖੋ ਕਿ ਵੜਿੰਗ ਸਾਹਿਬ ਤੇ ਪ੍ਰਤਾਪ ਸਿੰਘ ਬਾਜਵਾ, ਇੱਕ ਸੂਬਾ ਕਾਂਗਰਸ ਦੇ ਪ੍ਰਧਾਨ, ਦੂਜੇ ਵਿਰੋਧੀ ਧਿਰ ਦੇ ਨੇਤਾ, ਸਾਂਝੀ ਚਿੱਠੀ ਕਾਂਗਰਸ ਵੱਲੋਂ ਲਿਖ ਕੇ ਪਾਈ ਡੀਜੀਪੀ ਸਾਹਿਬ ਨੂੰ ਕਿ ਪਰਚਾ ਵਾਪਸ ਲੈ ਲਓ ਜੀ, ਪਰਚਾ ਗਲਤ ਕੀਤਾ ਜੀ, ਸਿਆਸੀ ਬਦਲਾਖੋਰੀ ਹੈ, ਇਸ ਕਰਕੇ ਜੇ ਤੁਸੀਂ ਇਹ ਪਰਚਾ ਵਾਪਸ ਨਾ ਲਿਆ ਤੇ ਸਾਨੂੰ ਫਿਰ ਸੜਕਾਂ ਤੇ ਆਉਣ ਲਈ ਮਜਬੂਰ ਹੋਣਾ ਪਊ। ਖਹਿਰਾ ਸਾਹਿਬ ਨੇ ਵੀ ਕਹਿ ਦਿੱਤਾ, ਸੁਖਪਾਲ ਸਿੰਘ ਖਹਿਰਾ ਤੇ ਇੱਥੇ ਤੱਕ ਚਲੇ ਗਏ, ਉਹ ਕਹਿੰਦੇ ਅਰਵਿੰਦ ਕੇਜਰੀਵਾਲ ਸਾਹਿਬ ਕਹਿੰਦੇ ਹੁੰਦੇ ਮੈਨੂੰ ਦਿੱਲੀ 'ਚ ਤਾਕਤ ਨਹੀਂ ਮਿਲੀ, ਪੁਲਿਸ ਨਹੀਂ ਸਾਡੀ, ਆਹ ਨਹੀਂ ਸਾਡਾ, ਉਹ ਕਹਿੰਦੇ ਮੈਂ ਅੱਜ ਗੱਲ ਲਿਖ ਕੇ ਦੇਣ ਨੂੰ ਤਿਆਰ ਹਾਂ। ਜੇ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਕਿਤੇ ਤਾਕਤਾਂ ਮਿਲ ਗਈਆਂ ਤਾਂ ਮੋਦੀ ਸਾਹਿਬ ਤੋਂ ਵੀ ਵੱਧ ਸਖਤ ਸਵਾਲ ਹੋਣੇ ਆ। ਨਹੀਂ ਵੈਸੇ ਇਹ ਜਿਸ ਹਿਸਾਬ ਨਾਲ ਉਹਨਾਂ ਨੇ ਸਾਰਿਆਂ ਨੇ ਆਪਣੇ ਵੱਲੋਂ ਇਕਜੁੱਟਤਾ ਦਾ ਪ੍ਰਗਟਾਵਾ ਜੀ, ਵੈਸੇ ਆਮ ਤੌਰ ਤੇ ਨਾ ਇਹ ਲਾਈਨ ਪਹਿਲਾਂ ਲਿਖੀ ਆਉਂਦੀ ਹੁੰਦੀ, ਕਈ ਵਾਰ ਸਮਝ ਨਹੀਂ ਆਉਂਦੀ ਹੁੰਦੀ ਵੀ ਯਾਰ ਇਹ ਕੀ ਗੱਲ ਵੀ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ ਗਿਆ ਜੀ। ਇਹ ਵਾਲੀ ਜਿਹੜੀ ਤਾਜ਼ਪੋਸ਼ੀ ਸੀ ਇਹ 'ਚ ਸੱਚੀ ਇਕਜੁੱਟਤਾ ਦਾ ਪ੍ਰਗਟਾਵਾ ਹੀ ਕੀਤਾ ਉਹਨਾਂ ਨੇ ਵੀ ਹਾਂ ਵੀ ਅਸੀਂ ਸਾਰੇ ਇਕੱਠੇ ਹਾਂ, ਵੀ ਇਕਜੁੱਟ ਹਾਂ। ਹੁਣ ਉਹ ਕਿੰਨੇ ਕੁ ਇਕੱਠੇ ਆ ਕਿੰਨੇ ਕੁ ਨਹੀਂ ਇਕੱਠੇ, ਮੇਰੇ ਖਿਆਲ ਨਾਲ ਬਹੁਤਿਆਂ ਨੂੰ ਪਤਾ। ਹਾਂ, ਉਹਨਾਂ ਦੇ ਇਸ ਦਬਕੇ ਦਾ ਕਿੰਨਾ ਕੁ ਸਰਕਾਰ 'ਤੇ ਅਸਰ ਹੁੰਦਾ ਜਾਂ ਕਹਿ ਲਓ ਕਿ ਡੀਜੀਪੀ ਸਾਹਿਬ 'ਤੇ ਅਸਰ ਹੁੰਦਾ, ਇਹ 26 ਤਰੀਕ ਤੋਂ ਪਹਿਲਾਂ ਤੱਕ ਉਹਦੇ 'ਤੇ ਹੋਣ ਵਾਲੀ ਕਾਰਵਾਈ ਨੇ ਦੱਸ ਦੇਣਾ। ਪਰ ਬਹੁਤਾ ਕਰਕੇ ਮੈਨੂੰ ਆਸ ਘੱਟ ਲੱਗਦੀ ਹੈ, ਕਿਉਂਕਿ ਕਾਰਨ ਹੈ ਨਾ, ਉਹ ਕਹਿੰਦੇ ਵੀ ਤੁਹਾਡੇ ਤੇ ਉਦੋਂ 78 79 80 ਸੀ ਜੀ, ਤੁਸੀਂ ਪੱਬ ਨਹੀਂ ਲੱਗਣ ਦਿੱਤਾ ਕਿਸੇ ਦਾ, ਤੇ ਹੁਣ ਤੇ ਸੁੱਖ ਨਾਲ 92 ਅਗਲਿਆਂ ਦੇ ਕੋਲ, ਉਹ ਕਿੱਦਾਂ ਪੱਬ ਲੱਗਣ ਦੇਣਗੇ, ਹੈ ਨਾ। 8 ਹੋਰ ਕਹਿੰਦੇ ਭੱਜ ਭੁੱਜ ਕੇ ਉਹਨਾਂ ਦਾ ਸੈਂਕੜਾ ਲਾਉਣ ਨੂੰ ਫਿਰਦੇ। ਉਹੀ ਤਾਂ ਚੱਕਰ ਆ ਵੀ ਹੁਣ ਕਾਰਨ ਆ ਵੀ ਪਹਿਲਾਂ ਤਾਂ ਉਹ ਸੀ ਵੀ ਉਹ ਕਹਿੰਦਾ ਵੀ ਸਾਡੇ ਵਾਲੇ ਗੱਡਾ ਭਾਈ ਸਾਹਿਬ, ਜਿੱਦਾਂ ਹੁਣ ਵੜਿੰਗ ਸਾਹਿਬ ਵੀ ਕਹਿੰਦੇ ਵੀ 150 ਸਾਲ ਪੁਰਾਣੀ ਪਾਰਟੀ ਹੈ, 150 ਸਾਲ ਪੁਰਾਣੀ ਪਾਰਟੀ, ਉਹਨਾਂ ਕੋਲੇ ਤਜਰਬਾ ਹਰ ਚੀਜ਼, ਮਤਲਬ ਇਹ ਉਹ ਗੱਡਾ ਹੋ ਗਿਆ ਵੀ ਜਿਹੜਾ ਗੱਡਾ ਪਹਿਲੇ ਟਾਈਮ ਦਾ ਸੀ, ਲੱਕੜ ਦਾ ਸੀ, ਹੈ ਨਾ, ਜਿੱਤੇ ਕਈ ਤਾਂਬੇ ਤੂੰਬੇ ਦੀਆਂ ਕਿੱਲ ਪੱਤੀਆਂ ਵੀ ਲੱਗੀਆਂ ਸੀ, ਉਹ ਵਾਲੇ ਗੱਡੇ ਦੇ ਇਹ ਹਾਲਾਤ ਨੇ। ਤੇ ਜਿਨ੍ਹਾਂ ਨੇ ਜੇ ਰੇੜੀ ਪਾਈ ਨਵੀਂ ਆਹ ਤੇ ਵੈੜਕਾ ਵੀ ਐ ਨਾਲ ਅਥਰਾ ਜਾ ਕਹਿੰਦਾ ਵੀ ਪੱਬ ਨਹੀਂ ਲੱਗਦਾ ਉਹਦਾ, ਉਹ ਆਖਣ ਵੀ ਹਾਂ ਇਹ ਸਾਡੇ ਕਹਿਣੇ 'ਚ ਆ ਜਾਣਗੇ। ਹੁਣ ਮੈਨੂੰ ਆਸ ਘੱਟ ਲੱਗਦੀ। ਨਹੀਂ, ਗੱਲ ਤਾਂ ਤੁਹਾਡੀ ਠੀਕ ਹੈ। ਬਾਕੀ ਇਹਨਾਂ ਤੋਂ ਤਾਂ ਉਹ ਤਾਂ ਡਰਨਗੇ ਨਾ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਇਹ ਅੰਦਰ ਅੰਦਰ ਹੀ ਇਕੱਠੇ ਨੇ, ਜਿੱਦਾਂ ਹੀ ਇਹ ਸੜਕ ਤੇ ਆ ਜਾਂਦੇ ਫਿਰ ਗੱਡੀ ਆਪੋ ਆਪਣੇ ਹਿਸਾਬ ਨਾਲ ਚਲਾਉਂਦੇ ਆ। ਸੰਧਾਲੀਆ ਸਾਹਿਬ ਤੁਸੀਂ ਦੇਖੋ, ਰਾਜਾ ਵੜਿੰਗ ਸਾਹਿਬ ਜਿੱਥੋਂ ਇਹ ਸਾਰੀਆਂ ਗੱਲਾਂ ਚੱਲੀਆਂ ਕਿ ਬੀਬੀ ਅਲਕਾ ਲਾਂਬਾ ਤੇ ਕੁਮਾਰ ਵਿਸ਼ਵਾਸ ਨਾਲ ਗਲਤ ਕੀਤਾ, ਬਦਲਾਖੋਰੀ ਦੀ ਭਾਵਨਾ, ਪੰਜਾਬ ਪੁਲਿਸ ਦੀ ਦੁਰਵਰਤੋਂ ਹੈ, ਅਲਟੀਮੇਟਮ ਆਮੇਟਮ, ਉੱਥੇ ਕਾਂਗਰਸ ਪਾਰਟੀ ਵਾਲੇ ਇਕੱਠੇ ਹੋਏ। ਵੈਸੇ ਦੇਖਣ ਨੂੰ ਤਾਂ ਸਾਰੇ ਬੰਦੇ ਲੱਗਦੇ ਸੀ ਕਿ ਵਾਹ ਜੀ ਵਾਹ, ਕਾਂਗਰਸ ਪਾਰਟੀ ਇਕਜੁੱਟ ਹੋ ਗਈ, ਵੜਿੰਗ ਸਾਹਿਬ ਆਸ਼ੂਤੋਸ਼ ਹੋਰਾਂ ਨੂੰ ਸਹੁੰ ਚੁਕਾਉਣੀ ਹੈ, ਕਾਂਗਰਸ ਦਾ ਕੰਮਕਾਰ ਸਾਂਭਣਾ ਹੈ। ਹਰੀਸ਼ ਚੌਧਰੀ ਉੱਥੇ, ਪ੍ਰਤਾਪ ਸਿੰਘ ਬਾਜਵਾ ਉੱਥੇ, ਚੰਨੀ ਸਾਹਿਬ ਉੱਥੇ, ਸਿੱਧੂ ਸਾਹਿਬ ਥੋੜ੍ਹੇ ਜਿਹਾ ਉੱਥੇ, ਇਹਦੇ ਤੋਂ ਇਲਾਵਾ ਸਾਬਕਾ ਐਮਐਲਏ, ਮੌਜੂਦਾ ਐਮਐਲਏ ਜਿੰਨੇ ਹੈਗੇ ਆ ਕਾਂਗਰਸ ਦੇ, ਬਹੁਤੇ ਬੰਦੇ ਉੱਥੇ ਸੀ। ਪਰ ਉੱਥੇ ਵੀ ਕਈ ਕੁਝ ਇਦਾਂ ਦਾ ਘਟਿਆ ਵਾਪਰਿਆ ਜਿਹਨੂੰ ਦੇਖ ਕੇ ਸਾਫ਼ ਤੌਰ ਤੇ ਲੱਗਦਾ ਸੀ ਕਿ ਇਹ ਬੰਦੇ ਆਏ ਆ, ਪਰ ਕਈ ਵਿੱਚੋਂ ਔਖੇ ਹੋ ਕੇ ਆਏ ਆ। ਹੁੰਦਾ ਨਾ, ਸੀਗਾ ਤਾਂ ਮੈਂ ਢਿੱਲਾ, ਮੈਂ ਕਿਹਾ ਚਲੋ ਮੂੰਹ ਦਿਖਾ ਲਿਆ, ਇਹ ਆਉਣਾ ਜਾਣਾ ਪੈਂਦਾ, ਕਿਸੇ ਦੇ ਜਾਵਾਂਗੇ ਤਾਂ ਅਗਲਾ ਆਊਗਾ। ਪਰ 3-4 ਬੰਦੇ ਗੈਰ ਹਾਜ਼ਰ ਸੀ। ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਨੇ, ਯੂਥ ਕਾਂਗਰਸ ਦੇ ਰਾਹੀਂ ਉਹ ਆਏ, ਯੂਥ ਕਾਂਗਰਸ ਦੇ ਰਾਹੀਂ ਰਾਜਾ ਵੜਿੰਗ ਸਾਹਿਬ ਆਏ। ਉਹ ਵੀ ਪ੍ਰਧਾਨਗੀ ਦੇ ਪ੍ਰਬਲ ਦਾਅਵੇਦਾਰ ਸੀ। ਲੱਗਦਾ ਸੀ ਕਿ ਭਾਈ ਐਤਕੀ ਹੋ ਸਕਦਾ ਪ੍ਰਧਾਨਗੀ ਵਾਲਾ ਗੁਣਾ ਰਵਨੀਤ ਸਿੰਘ ਬਿੱਟੂ ਤੇ ਪੈ ਜਾਏ। ਉਹਨਾਂ ਨੂੰ ਬਣਾਇਆ ਨਹੀਂ, ਉਹ ਆਏ ਨਹੀਂ। ਹਾਲਾਂਕਿ ਅਸੀਂ ਉਹਨਾਂ ਦਾ ਕੋਈ ਬਿਆਨ ਵੀ ਨਹੀਂ ਸੁਣਿਆ ਕਿ ਭਾਈ ਉਹ ਕਿਉਂ ਨਹੀਂ ਆਏ। ਹਾਲਾਂਕਿ ਜਿਹੜੇ ਭਾਰਤ ਭੂਸ਼ਣ ਆਸ਼ੂ ਨੇ, ਕਾਰਜਕਾਰੀ ਪ੍ਰਧਾਨ ਨੇ, ਉਹਨਾਂ ਨੂੰ ਬਹੁਤ ਨੇੜੇ ਗਿਣਿਆ ਜਾਂਦਾ ਰਵਨੀਤ ਸਿੰਘ ਬਿੱਟੂ ਹੋਰਾਂ ਦੇ, ਪਰ ਉਹ ਫੇਰ ਵੀ ਨਹੀਂ ਆਏ। ਫਿਰ ਤੁਸੀਂ ਦੇਖੋ ਕਿ ਇੱਕ ਕਮਾਲ ਦੀ ਗੱਲ, ਜਿੰਨੀ ਦੇਰ ਕੈਪਟਨ ਸਾਹਿਬ ਮੁੱਖ ਮੰਤਰੀ ਰਹੇ ਤੇ ਕਾਂਗਰਸ ਪਾਰਟੀ ਦੇ ਵਿੱਚ ਮਨਪ੍ਰੀਤ ਸਿੰਘ ਬਾਦਲ ਦੀ ਤੂਤੀ ਬੋਲਦੀ ਰਹੀ, ਭਾਵੇਂ ਖਜ਼ਾਨੇ ਵਾਲਾ ਪੀਪਾ ਜਿਹੜਾ ਉਹਨਾਂ ਨੂੰ ਫੜਾਇਆ ਸੀ ਕਿ ਸਾਂਭ ਕੇ ਰੱਖਣਾ ਹੀ, ਖਾਲੀ ਹੋਈ ਸੀ। ਪਰ ਹੁਣ ਸਮੇਂ ਦੀ ਤਬਦੀਲੀ ਦਾ ਪਤਾ ਨਹੀਂ ਲੱਗਦਾ। ਜੇ ਇਸ ਮਨਪ੍ਰੀਤ ਸਿੰਘ ਬਾਦਲ ਦੇ ਨਾਲ ਵੋਟਾਂ ਤੋਂ ਪਹਿਲਾਂ ਤੇ ਵੋਟਾਂ ਦੇ ਦੌਰਾਨ ਵੀ ਰਾਜਾ ਵੜਿੰਗ ਦਾ ਪੰਗਾ ਪੈ ਗਿਆ ਸੀ, ਰਾਜਾ ਵੜਿੰਗ ਪ੍ਰਧਾਨ ਨੇ, ਮਨਪ੍ਰੀਤ ਸਿੰਘ ਬਾਦਲ ਵੀ ਨਹੀਂ ਆਏ। ਤੁਹਾਨੂੰ ਚੇਤਾ ਹੋਣਾ, ਰਾਜਾ ਵੜਿੰਗ ਹੋਰਾਂ ਨੇ ਬਠਿੰਡੇ ਜਾ ਕੇ ਕਿਹਾ ਸੀ ਕਿ ਸਾਰੇ ਬਾਦਲ ਮੈਨੂੰ ਹਰਾਉਣ ਨੂੰ ਫਿਰਦੇ ਆ, ਤੇ ਇੱਥੋਂ ਤੱਕ ਕਿ ਉਹਨਾਂ ਨੇ ਕਿਹਾ ਸੀ ਕਿ ਭਾਈਆ ਦੇਖੋ ਮੇਰੇ ਇਲਾਕੇ 'ਚ ਆ ਕੇ ਦਖਲਅੰਦਾਜ਼ੀ ਕਰਦੇ ਆ, ਕਈ ਕੁਝ ਹੋਰ ਕਿਹਾ ਸੀ। ਫਿਰ ਮਨਪ੍ਰੀਤ ਸਿੰਘ ਬਾਦਲ ਹੋਰਾਂ ਦਾ ਆਉਣਾ ਤਾਂ ਔਖਾ ਹੀ ਸੀ, ਫਿਰ ਆਏ ਵੀ ਨਹੀਂ। ਨਹੀਂ, ਉਹ ਵੀ ਨਹੀਂ ਆਏ। ਦੂਜੀ ਗੱਲ ਇਹ ਹੈ ਕਿ ਜਿਹੜੇ ਜਾਖੜ ਸਾਹਿਬ ਨਹੀਂ ਆਏ, ਉਹਨੇ ਵੀ ਕਿਤੇ ਨਾ ਕਿਤੇ ਹੈਰਾਨਗੀ ਜੀ ਲੋਕਾਂ ਦੇ ਮਨਾਂ 'ਚ ਲਿਆਂਦੀ ਵੀ ਯਾਰ ਜਦੋਂ ਗੱਲ ਨਿਬੜ ਗਈ ਸੀ, ਵੈਸੇ ਕਿਉਂਕਿ ਮੋਸਟਲੀ ਉਹ ਸਿਰ ਨਹੀਂ ਆਉਂਦੇ ਹੁੰਦੇ, ਪਰ ਆ ਪਿਛਲੇ ਲਗਭਗ ਮਹੀਨੇ 1.5 ਮਹੀਨੇ ਤੋਂ ਜਿਸ ਹਿਸਾਬ ਨਾਲ ਉਹ ਨਾਰਾਜ਼ ਚੱਲਦੇ ਆ, ਉਹਨਾਂ ਨੇ ਵੀ ਆਖਿਆ ਵੀ ਨਹੀਂ ਠੀਕ ਹੈ, ਫਿਰ ਤੁਸੀਂ ਚਲਾ ਲਓ ਯਾਰ ਕਾਂਗਰਸ ਪਾਰਟੀ, ਹੁਣ ਤੁਸੀਂ ਘੱਲਣੇ ਨੋਟਿਸ, ਆਖਣਾ ਅਨੁਸ਼ਾਸਨੀ ਕਾਰਵਾਈ ਕਰਾਂਗੇ, ਤੇ ਭਾਲਦੇ ਤੁਸੀਂ ਇਹ ਹੋ ਵੀ ਮੈਂ ਹੁਣ ਤਾਜਪੋਸ਼ੀ ਸਮਾਗਮ ਤੇ ਆਵਾਂ, ਇਦਾਂ ਦੀ ਗੱਲ ਨਹੀਂ ਬਣਨੀ। ਪਰ ਸਭ ਤੋਂ ਜਿਹੜੀ ਕਹਿ ਲਓ ਕਿ ਵੀ
ਵੱਖਰੀ ਤਰ੍ਹਾਂ ਦੀ ਐਂਟਰੀ ਸੀ, ਉਹ ਸੀ ਸਿੱਧੂ ਸਾਹਿਬ ਦੀ। ਦੇਖੋ ਉਹ ਉੱਥੇ ਗਏ ਵੀ ਪਰ ਗਏ ਵੀ ਨਹੀਂ, ਉੱਥੇ ਕਹਿੰਦੇ ਵਧਾਈ ਵੀ ਦਿੱਤੀ ਪਰ ਦਿੱਤੀ ਵੀ ਨਹੀਂ, ਉੱਥੇ ਬੈਠੇ ਵੀ ਪਰ ਬੈਠੇ ਵੀ ਨਹੀਂ। ਮਤਲਬ ਇਹਨੂੰ ਕਹਿੰਦੇ ਵੀ ਬੰਦਾ ਉੱਥੇ ਹੋ ਕੇ ਵੀ ਨਾ ਹੋਇਆ ਵਰਗਾ ਤੇ ਨਾ ਹੋ ਕੇ ਵੀ ਹੋਇਆ ਵਰਗਾ। ਖੰਡ ਸੀਗੀ ਪਰ ਮਿੱਠੀ ਨਹੀਂ, ਹੈ ਨਾ। ਮਤਲਬ ਇਦਾਂ ਦਾ ਜਿਹੜਾ ਕੰਮ ਉਹਨਾਂ ਨੇ ਕੀਤਾ ਵੀ ਦੇਖੋ ਉਹ ਕਾਂਗਰਸ ਭਵਨ 'ਚ ਜਾਂਦੇ ਨੇ, ਉੱਥੇ ਅੰਦਰ ਬੈਠਦੇ ਨੇ, ਜਿੱਥੇ ਉਹ ਸਟੇਜ 'ਤੇ ਸਾਰਾ ਪ੍ਰੋਗਰਾਮ ਚੱਲਦਾ ਉੱਥੇ ਉਹ ਨਜ਼ਰ ਨਹੀਂ ਆਉਂਦੇ। ਹਾਂ ਅੰਦਰ ਕਹਿੰਦੇ ਬੈਠੇ ਰਹਿੰਦੇ, ਉਸ ਤੋਂ ਬਾਅਦ ਦਰਵਾਜ਼ੇ ਦੇ ਵਿੱਚ ਸ਼ਾਬਾਸ਼ ਦਿੰਦੇ ਆ ਵੜਿੰਗ ਸਾਹਿਬ ਨੂੰ ਜੀ ਵੀ ਠੀਕ ਹੈ ਜੀ। ਮੀਡੀਆ ਵਾਲੇ ਆਪਣਾ ਭਾਈਚਾਰਾ ਪੁੱਛਦਾ ਤੇ ਉਹਨਾਂ ਨੂੰ ਕਹਿੰਦੇ ਵੀ ਹਾਂਜੀ ਸ਼ੁਭ ਇਸ਼ਾਵਾਂ ਨੇ, ਇਹਦੇ 'ਚ ਕਿਹੜੀ ਗੱਲ ਹੈ, ਤਗੜੇ ਹੋ ਕੇ ਕੰਮ ਕਰਨ, ਉਹ ਹੋਰ ਦੱਸੋ ਕੀ ਚਾਹੀਦਾ। ਮੀਡੀਆ ਵਾਲੀ ਸਟੇਟਮੈਂਟ ਵੀ ਦੇਤੀ, ਸ਼ਾਬਾਸ਼ੀ ਵਾਲੀ ਸਟੇਟਮੈਂਟ ਵੀ ਦੇਤੀ, ਪਰ ਜਿੱਥੇ ਇੱਕ ਹਾਜ਼ਰੀ ਚਾਹੀਦੀ ਸੀ ਉਹਨਾਂ ਦੀ ਸਟੇਜ 'ਤੇ ਉੱਥੇ ਨਹੀਂ ਗਏ। ਨਹੀਂ, ਰਾਜਾ ਵੜਿੰਗ ਹੋਰਾਂ ਨੇ ਕਿਹਾ ਸਰ ਆਓ ਤੁਸੀਂ ਆਓ ਅੰਦਰ ਰਹੀ, ਕਹਿੰਦੇ ਕੋਈ ਗੱਲ ਨਹੀਂ ਰਾਜੇ, ਤਕੜੇ ਹੋ ਕੇ ਸ਼ੁਭ ਇਸ਼ਾਵਾਂ, ਬਹੁਤ ਲੰਬਾ ਪੈਂਡਾ ਕਾਂਗਰਸ ਪਾਰਟੀ ਦਾ ਨਵੀਨੀਕਰਨ ਕਰਨਾ, ਤੇ ਕਹਿ ਕੇ ਆ ਗਏ। ਜਿਹੜੇ 5-7 ਜਣੇ ਪੱਕੇ ਉਹਨਾਂ ਦੇ ਨਾਲ ਨੇ, ਉਹ ਨਾਲ ਹੀ ਆਏ ਸੀ, ਨਾਲ ਹੀ ਚਲੇ ਗਏ। ਹੁਣ ਤੁਸੀਂ ਦੇਖੋ ਕਿ ਸਿੱਧੂ ਸਾਹਿਬ ਦਾ ਵੀ ਪੈਂਤੜਾ ਅਜੀਬ ਆ। ਜੇ ਭਲਕ ਨੂੰ ਕੱਲ੍ਹ ਨੂੰ ਕੋਈ ਹਾਈਕਮਾਂਡ ਨੂੰ ਸ਼ਿਕਾਇਤ ਕਰੂ ਜੀ ਆਏ ਨਹੀਂ, ਉਹ ਕਹਿੰਦੇ ਆਏ ਸੀ, ਤੇ ਜੇ ਇਦਾਂ ਕਹਿ ਦੇਣਗੇ ਜੀ ਆਏ ਸੀ ਪਰ ਚੰਗੀ ਤਰ੍ਹਾਂ ਨਹੀਂ ਆਏ ਸੀ। ਹੁਣ ਚੰਗੀ ਤਰ੍ਹਾਂ ਵਾਲੇ ਤੇ ਚਿੱਠੀ ਇਨਵੀਟੇਸ਼ਨ 'ਚ ਹੈ ਨਹੀਂ ਸੀ ਵੀ ਤੁਸੀਂ ਚੰਗੀ ਤਰ੍ਹਾਂ ਆਉਣਾ ਹੈ, ਆਉਣਾ ਹੈ ਤਾਂ ਇਨਵੀਟੇਸ਼ਨ ਸੀਗਾ ਤੇ ਉਹ ਕਹਿੰਦੇ ਜੀ ਮੈਂ ਆ ਗਿਆ। ਨਹੀਂ ਉਹ ਉੱਦਾਂ ਹੀ ਆਏ ਜਿੱਦਾਂ ਆਪਣੇ ਆਪ ਨਹੀਂ ਪਰਿਵਾਰਾਂ ਦੇ ਵਿੱਚ ਹੁੰਦਾ ਵੀ ਵਿਆਹ ਸ਼ਾਦੀ ਆ, ਉਹ ਕਹਿੰਦਾ ਵੀ ਚਾਚੇ ਹੁਣੀ ਹੈ ਤੇ ਯਾਰ ਔਖੇ ਜਿਹਾ, ਪਰ ਹੁਣ ਸਾਥ ਉਹਨਾਂ ਨੂੰ ਦਿੱਤਾ ਤਾਂ ਹੈਗਾ ਵੀ ਤੁਸੀਂ ਆਇਓ ਜ਼ਰੂਰ। ਹੁਣ ਸੁਨੇਹਾ ਗਿਆ ਹੁੰਦਾ ਇਸ ਕਰਕੇ ਚਾਚੇ ਹੁਣੀ ਆਉਂਦੇ, ਉਹ ਕਹਿੰਦਾ ਵੀ ਬਸ ਆਇਆ ਨਹੀਂ ਫਿਰ ਚਾਚਾ, ਕਹਿੰਦੇ ਚਾਚਾ ਆਇਆ ਹਵੇਲੀ ਬੈਠਾ ਵਾ, ਘਰੇ ਨਹੀਂ ਆ। ਉਹ ਫਿਰ ਬਾਹਰਲੇ ਗੇਟ ਤੋਂ ਹਵੇਲੀ ਤੇ ਉੱਥੇ ਹੀ ਬੰਦਿਆਂ 'ਚ ਬਹਿ ਕੇ ਤੇ ਉੱਥੋਂ ਹੀ ਵਾਪਸੀ। ਫਿਰ ਮੈਂ ਫਿਰ ਜਾਣਾ ਉਹ ਟਾਈਮ ਨਾਲ ਥੋੜ੍ਹਾ ਜਿਹਾ ਵੀ ਘਰਦਿਆਂ ਨੂੰ ਨਹੀਂ ਉਹਨਾਂ ਨੇ ਉੱਥੇ ਮੂੰਹ ਖਾਇਆ ਹੁੰਦਾ, ਪਰ ਹਵੇਲੀ 'ਚੋਂ ਬਹਿ ਕੇ ਨਿਕਲ ਜਾਂਦੇ ਤੇ ਅਗਲਾ ਕਹਿੰਦਾ ਯਾਰ ਆਏ ਨਹੀਂ, ਕਹਿੰਦੇ ਨਹੀਂ ਆਏ ਤੇ ਸੀਗੇ। ਦੇਖੋ ਕਈ ਵਾਰੀ ਸੰਧਾਲੀਆ ਸਾਹਿਬ ਜਦੋਂ ਹੁੰਦਾ ਕਿ ਭਾਈ ਫੁੱਫੜ ਨੂੰ ਕਿਸੇ ਤਰੀਕੇ ਲਿਆਓ, ਮਿਲਣੀ ਕਰਾਣੀ ਹੈ, ਸਾਰਾ ਪਿੰਡ ਸਾਰੀ ਰਿਸ਼ਤੇਦਾਰੀ ਫੁੱਫੜ ਨੂੰ ਮਨਾਉਣ ਚਾਹੀਦੇ, ਫੁੱਫੜ ਮੰਨ ਵੀ ਜਾਂਦਾ ਹੈ, ਪਰ ਫੁੱਫੜ ਫਿਰ ਫੁੱਫੜ ਹੀ ਹੁੰਦਾ ਨਾ, ਉਹ ਮਿਲਣੀ ਵੀ ਕਰਾ ਲੈਂਦਾ ਹੈ। ਪਰ ਪਹਿਲਾਂ ਫੁੱਫੜ 5 ਮਿੰਟ ਫੁੱਫੜ ਕਿੱਥੇ ਇੱਥੇ ਹੀ ਸੀ, ਉਹ ਰਾਸ ਵਾਲੇ ਬੇੜਨੇ ਕੋਲ ਸੀ, ਉਹ ਢਾਬੇ ਕੋਲ ਸੀ, ਉਹ ਪਰਲੇ ਪਾਸੇ ਗੋਲ ਗੱਪਿਆਂ ਵਾਲਿਆਂ ਕੋਲ ਸੀ, ਉਹ ਜਿੱਥੇ ਸਲਾਦ ਕੱਟਦੇ ਉੱਥੇ ਸੀ। ਜਾਣੀ 5-7 ਮਿੰਟ ਲਵਾ ਕੇ ਪਹਿਲਾਂ ਮੁੰਡੇ ਵਾਲਿਆਂ ਨੂੰ ਇਹ ਪਤਾ ਵੀ ਲੱਗਦਾ ਵੀ ਫੁੱਫੜ ਦੀ ਮੁੱਛ ਖੜੀ ਜੇ। ਤੇ ਇਦਾਂ ਹੀ ਫਿਰ ਸਿੱਧੂ ਸਾਹਿਬ ਕਹਿੰਦੇ ਆਏ ਆ ਪਰ ਆਏ ਸੀ। ਹਾਂ ਨਹੀਂ ਇਹ ਤਾਂ ਗੱਲ ਹੈਗੀ ਆ, ਪਰ ਦੇਖੋ ਇੱਕ ਗੱਲ ਹੈਗੀ ਆ ਵੀ ਜੇ ਸਿੱਧੂ ਸਾਹਿਬ ਆਏ ਹੀ ਆਏ ਜੀ, ਇਹ ਨਹੀਂ ਵੀ ਉੱਥੇ ਆ ਕੇ ਉਹਨਾਂ ਨੇ ਉਹ ਪਿਛਲੀਆਂ ਗੱਲਾਂ ਛੱਡਤੀਆਂ। ਜਿਹੜੀਆਂ ਗੱਲਾਂ ਉੱਥੇ ਉਹਨਾਂ ਨੇ ਕੀਤੀਆਂ ਉਹ ਕਹਿੰਦੇ ਵੀ ਚਲੋ ਬਾਕੀ ਠੀਕ ਆ, ਭਗਵੰਤ ਬੰਦਾ ਠੀਕ ਆ, ਦੇਖੋ ਮੈਂ ਉਹਨੂੰ ਕੁਛ ਨਹੀਂ ਕਹਿੰਦੇ, ਵੀ ਇਮਾਨਦਾਰ ਬੰਦਾ, ਕੰਮ ਉਹ ਠੋਕ ਕੇ ਕਰੇ, ਜੇ ਉਹ ਚੰਗਾ ਕੰਮ ਕਰੂ ਤਾਂ ਮੈਂ ਉਹਦੇ ਨਾਲ ਆ। ਪਾਰਟੀਬਾਜ਼ੀ ਤੋਂ ਉੱਪਰ ਉੱਠ ਗਿਆ ਹੈ ਨਾ। ਉਹ ਵੀ ਕਿਤੇ ਨਾ ਕਿਤੇ ਇੱਧਰ ਉੱਧਰ ਬੰਦੇ ਜਿਹੜੇ ਗੱਲਾਂ ਸੁਣਦੇ ਹੋਣੇ ਵੀ ਯਾਰ ਤਾਜਪੋਸ਼ੀ ਇੱਧਰ ਆਪਣੇ ਪ੍ਰਧਾਨ ਜੀ ਦੀ ਹੋਈ ਜਾਂਦੀ ਹੈ, ਸਿਫਤਾਂ ਦੂਜਿਆਂ ਦੀਆਂ। ਆਪਣੇ ਵਾਲੇ ਪੁਰਾਣੇ ਪ੍ਰਧਾਨ ਜੀ ਦੂਜੀ ਪਾਰਟੀ ਦੇ ਪ੍ਰਧਾਨ ਜੀ ਦੀ ਸਿਫਤ ਕਰੀ ਜਾਂਦੇ ਆ, ਉਹ ਵੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ। ਤੇ ਉੱਥੇ ਗੱਲ ਕਰਦਿਆਂ ਜਿਸ ਹਿਸਾਬ ਨਾਲ ਉਹਨਾਂ ਨੇ ਚੰਨੀ ਸਾਹਿਬ ਵਾਲਾ ਕੁਛ ਪੁਰਾਣਾ ਹਿਸਟਰੀ ਖੋਲ੍ਹ ਲਈ, ਉਹਨੇ ਵੀ ਹੁਣ ਕਈਆਂ ਨੂੰ ਦੁਖੀ ਕੀਤਾ ਹੋਣਾ ਵੀ ਯਾਰ ਬਾਕੀ ਤਾਂ ਚਲੋ ਠੀਕ ਸੀ, ਇੱਥੇ ਆਹ ਚੈਪਟਰ ਖੋਲ੍ਹਣ ਦੀ ਕੀ ਲੋੜ ਸੀ। ਦੇਖੋ ਸਾਨੂੰ ਨਹੀਂ ਪਤਾ ਕਿ ਸਿੱਧੂ ਸਾਹਿਬ ਨੇ ਕਿਉਂ ਕਿਵੇਂ ਤੇ ਕਿੱਦਾਂ ਕਿਹਾ, ਪਰ ਇੱਕ ਗੱਲ ਹੈਗੀ ਆ, ਸੰਧਾਲੀਆ ਸਾਹਿਬ ਸਾਰੇ ਹੀ ਕਾਂਗਰਸ ਪਾਰਟੀ ਦੇ ਸਮਾਗਮ 'ਚ हरीश चौधरी ने पूछ लो, अनुशासन सबसे ऊपर है, संज्ञान लेंगे, अगर कोई पार्टी लाइन से इधर उधर भटका तो पार्टी कार्रवाई करेगी, एक प्रक्रिया है, प्रक्रिया के तहत कार्रवाई होगी, अनुशासन डिसिप्लिन ਜ਼ਰੂਰੀ ਹੈ। ਰਾਜਾ ਵੜਿੰਗ ਸਾਹਿਬ ਵੀ ਕਹਿੰਦੇ ਜੀ ਸਾਰਿਆਂ ਨੂੰ ਨਾਲ ਲੈ ਕੇ ਤੁਰਨਾ, ਪਰ ਡਿਸਿਪਲਿਨ 'ਚ ਰਹਿਣਾ ਪਊਗਾ। ਪ੍ਰਤਾਪ ਸਿੰਘ ਬਾਜਵਾ ਸਾਹਿਬ ਨੂੰ ਪੁੱਛਿਆ, ਉਹ ਕਹਿੰਦੇ ਡਿਸਿਪਲਿਨ 'ਚ ਰਹਿਣਾ ਪਊਗਾ। ਬਹੁਤ ਠੀਕ ਗੱਲ ਹੈ, ਚੰਗੀ ਲੱਗੀ ਉਹਨਾਂ ਦੀ ਗੱਲ। ਜਿਹੜਾ ਬੰਦਾ ਡਿਸਿਪਲਿਨ 'ਚ ਰਹਿੰਦਾ ਉਸ ਬੰਦੇ ਨੇ ਕਰਨਾ ਕੀ ਹੈ। ਪਰ ਮਨ 'ਚ ਸਵਾਲ ਸੀ, ਫੁਰਨਾ ਫੁਰਿਆ ਅਚਾਨਕ ਸਾਰੀਆਂ ਗੱਲਾਂ ਸੁਣਦੇ। ਮੈਂ ਸੋਚ ਰਿਹਾ ਸੀ ਕਿ ਇੱਕ ਪਾਸੇ ਪਾਰਟੀ ਹੈ ਪੀ ਤੋਂ, ਦੂਜੇ ਪਾਸੇ ਪੰਜਾਬ ਹੈ ਪੱਪੇ ਤੋਂ, ਯਾਨੀ ਕਿ ਪੀ ਤੋਂ। ਹੁਣ ਪੰਜਾਬ ਤੇ ਪਾਰਟੀ ਦੇ ਵਿਚਾਲੇ ਇਹ ਲੀਡਰ ਨੇ, ਚਾਹੇ ਪਾਰਟੀ ਕੋਈ ਵੀ ਹੈ, ਕਾਂਗਰਸ, ਅਕਾਲੀ, ਭਾਜਪਾ, ਆਪ। ਪਾਰਟੀ ਇੰਪੋਰਟੈਂਟ ਹੈ ਕਿ ਪੰਜਾਬ ਇੰਪੋਰਟੈਂਟ ਹੈ, ਇਹ ਡਿਸਿਪਲਿਨ ਨੇ ਤੈਅ ਕਰਨਾ। ਹੁਣ ਤੁਸੀਂ ਦੇਖੋ ਇਹੀ ਕਾਂਗਰਸ ਪਾਰਟੀ ਹੈ, ਤੇ ਮੈਨੂੰ ਚੇਤਾ ਆ ਗਿਆ ਕਿ ਕੈਪਟਨ ਅਮਰਿੰਦਰ ਸਿੰਘ ਹੋਰੀ ਕਹਿੰਦੇ ਸੀ ਕਿ ਮੈਨੂੰ ਪਤਾ ਤਾਂ ਹੈ ਮੇਰੇ ਕਈ ਮੰਤਰੀ ਕਈ ਐਮਐਲਏ ਰੇਤਾ ਦਾ 2 ਨੰਬਰ ਦਾ ਕੰਮ ਕਰਦੇ ਆ, ਪਰ ਪਾਰਟੀ ਨੂੰ ਨੁਕਸਾਨ ਬਹੁਤ ਪੁੱਜਣਾ ਸੀ, ਮੈਂ ਜਾ ਕੇ ਚੁੱਪ ਚਪੀਤੇ ਅੰਦਰ ਜਾ ਕੇ ਫਾਈਲ ਬੀਬੀ ਸੋਨੀਆ ਗਾਂਧੀ ਨੂੰ ਦਿੱਤੀ, ਨਹੀਂ ਤਾਂ ਪਾਰਟੀ ਨੂੰ ਨੁਕਸਾਨ ਹੋ ਜਾਣਾ ਸੀ। ਪੀ ਪੱਪੇ ਪੰਜਾਬ ਦਾ ਨੁਕਸਾਨ ਕਰਾਤਾ, ਪਾਰਟੀ ਦਾ ਨੁਕਸਾਨ ਨਹੀਂ ਹੋਣ ਦਿੱਤਾ ਸੀ ਕੈਪਟਨ ਸਾਹਿਬ ਨੇ। ਹੁਣ ਸਮਰਪਣ ਭਾਵਨਾ ਕੈਪਟਨ ਸਾਹਿਬ ਦੀ ਪਾਰਟੀ ਦੇ ਪ੍ਰਤੀ ਹੈ ਕਿ ਪੰਜਾਬ ਦੇ ਪ੍ਰਤੀ ਹੈ, ਇਹ ਪੰਜਾਬ ਦੇ ਲੋਕਾਂ ਨੇ ਤੈਅ ਕਰਤਾ। ਦੂਸਰਾ, ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਸੇ ਸਮਾਗਮ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲ ਕਰਦੇ ਆ ਕਿਹਾ ਕਿ ਡਿਸਿਪਲਿਨ ਦੇ ਕਰਕੇ ਨਹੀਂ, ਸਾਰੇ ਕਹਿੰਦੇ ਡਿਸਿਪਲਿਨ ਨਹੀਂ ਸੀ ਤਾਂ ਹਾਰੇ, ਆਪਸ 'ਚ ਲੜਦੇ ਸੀ ਤਾਂ ਹਾਰੇ। ਉਹ ਕਹਿੰਦੇ 5 ਸਾਲ ਮਾਫੀਆ ਰਾਜ ਚੱਲਿਆ ਤਾਂ ਹਾਰੇ ਆ। ਇੱਥੋਂ ਤੱਕ ਕਿ ਉਹਨਾਂ ਨੇ ਕਿਹਾ, ਉਹ ਕਹਿੰਦੇ ਜੀ
ਮੁੱਖ ਮੰਤਰੀ ਵੀ ਵਿੱਚੇ ਸੀ, ਸਾਨੂੰ ਨਹੀਂ ਪਤਾ ਨਵਾਂ ਕਿ ਪੁਰਾਣਾ, ਯਾਨੀ ਉਹਨਾਂ ਦੇ 5 ਸਾਲ ਦੇ ਕਾਰਜਕਾਲ ਦਾ। ਪਰ ਜਦੋਂ ਤੁਹਾਡੀ ਪਾਰਟੀ ਦਾ ਸਾਬਕਾ ਸੂਬਾ ਪ੍ਰਧਾਨ ਤੁਹਾਡੇ ਪਾਰਟੀ ਦੇ ਨਵੇਂ ਪ੍ਰਧਾਨ ਦੀ ਤਾਜਪੋਸ਼ੀ ਦੇ ਸਮਾਗਮ 'ਚ ਇਹ ਕਹੇ ਕਿ ਆਪਣੀ ਪਾਰਟੀ ਦੀ ਸਰਕਾਰ 5 ਸਾਲ ਮਾਫੀਆ ਰਾਜ ਦੇ ਨਾਲ ਚੱਲਦੀ ਰਹੀ, ਥੋੜੇ ਜਿਹੇ ਲੋਕ ਹੀ ਉਹਦੇ ਵਿੱਚ ਕਹਿੰਦੇ ਜੀ 2 ਨੰਬਰ ਦਾ ਕੰਮ ਕਰਦੇ ਰਹੇ। ਹੁਣ ਇੱਕ ਪਾਸੇ ਪੰਜਾਬ ਹੈ ਪੱਪੇ ਵਾਲਾ, ਦੂਜੇ ਪਾਸੇ ਪਾਰਟੀ ਹੈ ਪੱਪੇ ਵਾਲੀ। ਹੋ ਸਕਦਾ ਕਿ ਭਲਕ ਨੂੰ ਨਵਜੋਤ ਸਿੰਘ ਸਿੱਧੂ ਦੇ ਉੱਤੇ ਕਾਰਵਾਈ ਕਰ ਦੇਣ ਕਿ ਭਾਈ ਉਹ ਆਪਣੀ ਪਾਰਟੀ ਦੀ ਸਰਕਾਰ ਦੇ ਖਿਲਾਫ ਬੋਲਦੇ ਆ, ਪਰ ਮੈਨੂੰ ਲੱਗਦਾ ਕਿ ਜੇ ਤਾਂ ਉਹ ਲੋਕਾਂ ਦੇ ਪ੍ਰਤੀ, ਪੰਜਾਬ ਦੇ ਪ੍ਰਤੀ ਸਮਰਪਿਤ ਨੇ, ਹਰੀਸ਼ ਚੌਧਰੀ ਸਾਹਿਬ, ਰਾਜਾ ਵੜਿੰਗ ਸਾਹਿਬ, ਬਾਜਵਾ ਸਾਹਿਬ, ਸਿੱਧੂ ਸਾਹਿਬ, ਜਿੱਦਾਂ ਲਿਖ ਕੇ ਦਿੱਤਾ ਨਾ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਕਿ ਅਲਕਾ ਲੰਬਾ ਦੇ ਉੱਤੇ ਕੇਸ ਗਲਤ ਕੀਤਾ, ਇਦਾਂ ਹੀ ਸਾਰੇ ਜਣੇ ਲਿਖ ਕੇ ਦੇਣ ਕਿ ਸਾਡੀ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਾਹਿਬ, ਉਹਨਾਂ ਨੂੰ ਐਂ ਲੱਗਦਾ ਹੈ ਕਿ ਸਾਡੀ ਪਾਰਟੀ ਦੀ ਸਰਕਾਰ ਸੀ 5 ਸਾਲ ਤੇ ਉੱਥੇ 2 ਨੰਬਰ ਦਾ ਕੰਮ ਹੋਇਆ, ਵਿੱਚ ਸਾਬਕਾ ਮੁੱਖ ਮੰਤਰੀ ਦੀ ਸ਼ਮੂਲੀਅਤ ਸੀ, ਉੱਥੇ ਕਈ ਬੰਦੇ ਰੇਤਾ ਦਾ ਕੰਮ ਕਰਦੇ। ਸਾਡੀ ਪਾਰਟੀ ਦੇ ਬਣਾਏ 4.5 ਸਾਲ ਦੇ ਮੁੱਖ ਮੰਤਰੀ ਨੂੰ ਲੱਗਦਾ ਸੀ ਕਿਰਪਾ ਕਰਕੇ ਡੀਜੀਪੀ ਸਾਹਿਬ ਮਾੜੀ ਜੀ ਜਾਂਚ ਕਰਾਇਓ। ਉਹਦੇ ਨਾਲ ਹੋ ਸਕਦਾ ਕਿ ਪਾਰਟੀ ਦੇ ਡਿਸਪਲਿਨ ਨੂੰ ਮਾੜਾ ਮੋਟਾ ਐ ਹੋਵੇ, ਪਰ ਜਿਹੜਾ ਪੰਜਾਬ ਦੇ ਲੋਕਾਂ ਨੂੰ 5 ਸਾਲ ਸੇਕਾ ਲੱਗਾ, ਉਹਨਾਂ ਨੂੰ ਸ਼ਾਇਦ ਠੰਡੀ ਹਵਾ ਦਾ ਬੁੱਲਾ ਆਵੇ। ਨਹੀਂ, ਲੋਕਾਂ ਨੂੰ ਠੰਡੀ ਹਵਾ ਦਾ ਬੁੱਲਾ ਆਵੇ ਚਾਹੇ ਨਾ ਆਵੇ, ਆਪ ਤੱਤੀ ਹਵਾ ਦੇ ਬੁੱਲੇ ਚਲੇ ਜਾਣ ਅਗਲੇ। ਇੱਕ ਤਾਂ ਹੁੰਦਾ ਨਾ ਵੀ ਮਤਲਬ ਕੁਹਾੜਾ ਮਾਰਨਾ ਪੈਰ ਤੇ, ਇੱਕ ਹੁੰਦਾ ਪੈਰ ਪਹਿਲਾਂ ਉੱਚੇ ਥਾਂ ਰੱਖਣਾ, ਸਾਰਿਆਂ ਨੂੰ ਦੇ ਫੇਰ ਮਾਰਨਾ। ਤੁਸੀਂ ਤੇ ਆਹ ਗੱਲਾਂ ਕਰਦੇ। ਨਹੀਂ ਵੈਸੇ ਮੇਰੇ ਮਨ 'ਚ ਆਈ, ਨਹੀਂ ਤੁਹਾਡੇ ਮਨ 'ਚ ਹੀ ਰੱਖੋ ਇਹਨਾਂ ਨੂੰ ਗੱਲਾਂ, ਇਹ ਗੱਲਾਂ ਉਹਨਾਂ ਨੂੰ ਪ੍ਰੈਕਟੀਕਲੀ ਵਾਰਾ ਨਹੀਂ ਖਾਣੀਆਂ। ਦੇਖੋ ਦੂਜੀ ਗੱਲ ਇਹ ਵੀ ਆ ਵੀ ਸਿੱਧੂ ਸਾਹਿਬ ਨੇ ਜਿਹੜੀ ਇਹ ਵੀ ਗੱਲ ਕਹੀ ਨਾ ਵੀ ਕਾਂਗਰਸ ਪਾਰਟੀ 'ਚ ਬੰਦੇ ਚੰਗੇ ਹੈਗੇ ਆ ਜੀ, ਨਾਲ ਉਹਨਾਂ ਨੇ ਕਿਹਾ ਵੀ ਕੁਛ ਚੰਗੇ ਨੇ, ਫਿਰ ਗਿਣਤੀ ਵੀ ਉਹਨਾਂ ਨੇ ਕੁਛ ਕਹੀ ਵੀ ਇੰਨੇ ਕੁ ਬੰਦੇ ਚੰਗੇ ਨੇ ਤੇ ਚੰਗਿਆਂ ਨੂੰ ਲੈ ਕੇ ਆਪਾਂ ਅੱਗੇ ਚੱਲਣਾ। ਹੁਣ ਇਹਦੇ ਗੱਲ ਬੜੀ ਕਲੀਅਰ ਕੱਟ ਹੋ ਗਈ ਵੀ ਕਾਂਗਰਸ ਪਾਰਟੀ 'ਚ ਵੀ ਬੜੇ ਬੰਦੇ ਚੰਗੇ ਨੇ, ਇਹ ਸਿੱਧੂ ਸਾਹਿਬ ਮੰਨਦੇ ਆ। ਸਿੱਧੂ ਸਾਹਿਬ ਦੇ ਦੂਸਰੇ ਪਾਸੇ ਵਾਲਾ ਧੜਾ ਜਿਹੜਾ ਉਹ ਵੀ ਮੰਨਦੇ ਵੀ ਕਾਂਗਰਸ ਪਾਰਟੀ 'ਚ ਬਹੁਤ ਚੰਗੇ ਬੰਦੇ ਨੇ। ਰੌਲਾ ਸਿਰਫ ਇੱਥੇ ਆ ਵੀ ਆਪੋ ਆਪਣੇ ਚੰਗੇ ਨੇ, ਕੋਈ ਸਾਂਝੇ ਚੰਗੇ ਜਿੱਦਣ ਤੱਕ ਨਹੀਂ ਬਣਦੇ ਉਹਨਾਂ ਦੇ, ਉਨੀ ਦੇਰ ਤੱਕ ਹਾਂ ਜਿਹੜੀ ਗੱਲ ਤੁਸੀਂ ਕਹਿੰਦੇ ਵੀ ਇੱਕ ਪਾਸੇ ਪੀ ਵਾਲਾ ਪੰਜਾਬ ਤੇ ਇੱਕ ਪਾਸੇ ਪੀ ਵਾਲੀ ਪਾਰਟੀ, ਉਹ ਗੱਲ ਨਹੀਂ ਬਣਨੀ। ਠੀਕ ਹੈ, ਇਹ ਉਨੀ ਦੇਰ ਤੱਕ ਦੋਵਾਂ ਨੇ ਇੱਕ ਦੂਸਰੇ ਨੂੰ ਪਾਣੀ ਪੀ ਕੇ ਕੋਸਣਾ। ਕੁੱਲ ਮਿਲਾ ਕੇ ਇਹ ਗੱਲ ਲੱਗਦੀ। ਪਰ ਇੱਕ ਗੱਲ ਹੈਗੀ ਆ, ਸਿੱਧੂ ਸਾਹਿਬ ਥੋੜਾ ਬੋਲਣ ਬਹੁਤਾ ਬੋਲਣ, ਪਰ ਜਿਨ੍ਹਾਂ ਨੇ ਬੋਲਣ ਦੀ ਉਹ ਗੱਲ ਕਰਦੇ ਸੀ ਵਾਰ-ਵਾਰ, ਚੰਨੀ ਸਾਹਿਬ ਉਹ ਥੋੜਾ ਜਿਹਾ ਬੋਲੇ। ਉਹਨਾਂ ਨੂੰ ਜਦੋਂ ਪੁੱਛਦੇ ਸੀ ਉਹ ਜੀ ਆਂਦੇ ਸੀ ਸਿੱਧੂ ਸਾਹਿਬ, ਉਹ ਯਾਰ ਭਰਾਵਾ ਕਹਿੰਦਾ ਯਾਰ ਕੋਈ ਹੋਰ ਸਵਾਲ ਪੁੱਛ ਲਾ ਯਾਰ, ਚਲੋ ਠੀਕ ਹੈ। ਇੱਧਰ ਉੱਧਰ ਦੀ ਗੱਲ ਕੀਤੀ, ਨਹੀਂ ਚੰਗੀ ਗੱਲ ਆ, ਬਾਕੀ ਵੀ ਸਾਰਾ ਕੁਝ ਠੀਕ ਹੈ। ਉਹ ਯਾਰ ਕੋਈ ਹੋਰ ਗੱਲ ਪੁੱਛ ਲਾ, ਮੈਨੂੰ ਕਿਉਂ ਵਾਰ-ਵਾਰ ਮੈਨੂੰ ਪੁੱਛੀ ਨਹੀਂ। ਉਹ ਕਹਿੰਦੇ ਨਹੀਂ ਵੀ ਬਾਕੀ ਤਾਂ ਚਲੋ ਠੀਕ ਹੈ ਵੀ ਉਹ ਕਹਿੰਦੇ ਜੀ ਤੁਹਾਡੀ ਜ਼ਿੰਮੇਵਾਰੀ ਬਣ, ਕਹਿੰਦੇ ਮੈਂ ਤਾਂ ਕਹਿਣ ਡਿਆ ਵੀ ਮੇਰੀ ਜ਼ਿੰਮੇਵਾਰੀ ਬਣਦੀ ਸੀ, ਸਿਹਰਾ ਮੇਰੇ ਬੰਨਿਆ, ਮੇਰਾ ਕਰਕੇ ਪਾਰਟੀ ਹਾਰ ਗਈ, ਮੈਂ ਜ਼ਿੰਮੇਵਾਰੀ ਲੈ ਲਈ। ਪ੍ਰਧਾਨ ਦੀ ਆਪੇ ਕਹਿੰਦੇ ਨਹੀਂ ਕੋਈ ਬਣਦੀ ਜ਼ਿੰਮੇਵਾਰੀ ਤਾਂ ਨਾ ਸੀ, ਮੈਂ ਕੀ ਬੋਲਾਂ ਹੈ ਨਾ। ਇਦਾਂ ਹੀ ਸੀ ਜਿਸ ਹਿਸਾਬ ਨਾਲ ਚੰਨੀ ਸਾਹਿਬ ਵਿਚਾਰੇ ਮਤਲਬ ਜਾਨ ਛਡਾ ਕੇ ਤੇ ਕਹਿੰਦੇ ਵੀ ਚਲੋ ਜੇ ਮੈਂ ਮਾੜਾ ਤੇ ਮੈਂ ਹੀ ਮਾੜਾ ਸੀ ਯਾਰ, ਮੇਰੀ ਜਾਨ ਛੱਡ ਦਿਓ। ਉਹ ਤੋਂ ਵੀ ਲੱਗਾ ਵੀ ਦੁਖੀ ਕਿਤੇ ਉਹ ਵੀ ਅੰਦਰੋਂ ਬੜੇ ਸੀ। ਨਹੀਂ ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਸੰਧਾਲੀਆ ਸਾਹਿਬ, ਮੇਰੇ ਤਾਂ ਮਨ ਦੇ ਵਿੱਚ ਹੋਰ ਖਿਆਲ ਆਇਆ, ਬੜੇ ਚਰਚੇ ਚੱਲਦੇ ਹੁੰਦੇ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀੋਂ ਚੱਲਦੀ ਆ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਹੁਕਮ ਤਾਂ ਆਉਂਦੇ ਆ। ਤੁਸੀਂ ਇਹ ਦੇਖੋ ਕਿ 5 ਰਾਜ ਸਭਾ ਦੇ ਮੈਂਬਰ ਚੁਣੇ ਗਏ, ਮੀਟਿੰਗ ਕੇਜਰੀਵਾਲ ਸਾਹਿਬ ਨੇ ਲਈ, ਭਗਵੰਤ ਮਾਨ ਸਾਹਿਬ ਕਹਿੰਦੇ ਅਫਸਰ ਮੈਂ ਭੇਜੇ, ਗਰੰਟੀਆਂ ਕੇਜਰੀਵਾਲ ਸਾਹਿਬ ਨੇ ਦਿੱਤੀਆਂ, ਜਾਣੀ ਕਿਤੇ ਨਾ ਕਿਤੇ ਹਾਈ ਕਮਾਂਡ ਦਾ ਪ੍ਰਭਾਵ ਹੈਗਾ। ਪਰ ਕਾਂਗਰਸ ਇਹ ਸਭ ਤੋਂ ਵੱਧ ਦੋਸ਼ ਲਾਉਂਦੇ ਸੀ ਕਿ ਭਾਈ ਇਹ ਦਿੱਲੀੋਂ ਚੱਲਦੇ ਆ। ਨਵਜੋਤ ਸਿੰਘ ਸਿੱਧੂ ਨੇ ਐਸਏ ਪ੍ਰੋਗਰਾਮ 'ਚ, ਵਾਹੇ ਮਨ 'ਚ ਗੱਲ ਆ ਗਈ ਮੇਰੇ ਸੁਣ ਕੇ, ਉਹ ਕਹਿੰਦੇ ਜੀ ਮੈਨੂੰ 6 ਮਹੀਨੇ ਪ੍ਰਧਾਨ ਬਣਾ ਕੇ ਰੱਖਿਆ, ਬੰਦਾ ਇੱਕ ਨਹੀਂ ਲਾਉਣ ਦਿੱਤਾ, ਨਾ ਬਲਾਕ ਪ੍ਰਧਾਨ ਨਾ ਜ਼ਿਲ੍ਹਾ ਪ੍ਰਧਾਨ, ਕਹਿੰਦੇ ਸੀ ਹਰੀਸ਼ ਚੌਧਰੀ ਲਾਉਣਗੇ। ਉਹ ਕਾਂਗਰਸ ਪਾਰਟੀ ਦੇ ਇੰਚਾਰਜ ਨੇ, ਉਹ ਦਿੱਲੀ ਵਾਲਿਆਂ ਨੇ ਲਾਏ ਆ। ਇਹਦਾ ਮਤਲਬ ਹੈ ਕਿ ਜਿਹੜੇ ਕਾਂਗਰਸੀ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਦੇ ਫੈਸਲੇ ਦਿੱਲੀੋਂ ਹੁੰਦੇ ਆ, ਤੁਹਾਡੀ ਪਾਰਟੀ ਦਾ 15 ਦਿਨ ਪਹਿਲਾਂ ਤੱਕ ਦਾ ਸੂਬਾ ਪ੍ਰਧਾਨ ਖੁਦ ਕਹਿੰਦਾ ਜੀ ਮੈਨੂੰ ਵੀ ਕੋਈ ਨਹੀਂ ਲਾਉਣ ਦਿੱਤਾ, ਮੈਨੂੰ ਕਹਿੰਦੇ ਸੀ ਸਾਡਾ ਬੰਦਾ ਲਾਊਗਾ। ਫਿਰ ਇਹਦੇ ਤੋਂ ਇਲਾਵਾ ਜੇ ਕਿਤੇ ਬਹੁਜਨ ਸਮਾਜ ਪਾਰਟੀ ਦਾ ਕੋਈ ਕੰਮਕਾਰ ਹੋਵੇ ਤਾਂ ਉੱਪਰਲੇ ਪਾਸੇ ਹੁਕਮ ਉਹ ਵੀ ਉਡੀਕਦੇ ਹੁੰਦੇ ਆ। ਇਸੇ ਤਰੀਕੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਕੁਝ ਕਰਾਉਣਾ ਹੋਵੇ ਤਾਂ ਦਿੱਲੀ ਨੂੰ ਉਹ ਵੀ ਜਾਂਦੇ ਹੁੰਦੇ ਆ। ਹਾਂ, ਅਕਾਲੀ ਦਲ ਖੇਤਰੀ ਪਾਰਟੀ ਜ਼ਰੂਰ ਆ, ਪਰ ਉੱਥੇ ਵੀ ਕਦੇ ਕਦੇ ਰੌਲਾ ਪੈਂਦਾ ਹੁੰਦਾ ਕਿ ਭਾਈ ਹੁਕਮ ਉੱਪਰਲੇ ਪਾਸੇ ਹੀ ਆਉਂਦਾ, ਸਾਰੇ ਅਧਿਕਾਰ ਆਪਾਂ ਉੱਪਰਲੇ ਪਾਸੇ ਦੇ। ਇਹਦਾ ਮਤਲਬ ਹੈ ਕਿ ਉਹ ਲੋਕਤੰਤਰੀ ਪ੍ਰਕਿਰਿਆ ਵਾਲੀ ਜਿਹੜੀ ਗੱਲਬਾਤ ਹੈ ਉਹ ਸ਼ਾਇਦ ਸਿਆਸਤ ਦੇ ਵਿੱਚ ਉੜ ਵੀ ਗਈ ਤੇ ਉੜ ਵੀ ਖੰਭ ਲਾ ਕੇ ਗਈ ਹੈ। ਨਹੀਂ, ਇਹ ਤਾਂ ਗੱਲ ਹੈਗੀ ਹੈ, ਪਰ ਦੇਖੋ ਕਾਰਨ ਨੇ ਇਹ ਗੱਲ ਮੰਨਣ ਨੂੰ ਤਿਆਰ ਕੋਈ ਨਹੀਂ। ਹੁਣ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੂੰ ਪੁੱਛ ਲਿਆ, ਕਹਿੰਦੇ ਬਾਜਵਾ ਸਾਹਿਬ ਕੀ ਦੇਖਦੇ ਹੋ ਜੀ, ਕਿੱਦਾਂ ਦਾ ਮਾਹੌਲ ਚਾਲ? ਕਹਿੰਦੇ ਮਾਹੌਲ ਚਾਲ ਤੇ ਬਹੁਤ ਮਾੜਾ, ਮੈਨੂੰ ਲੱਗਣ ਡਿਆ ਮੈਂ ਤੇ ਉਦੋਂ ਦਾ ਹੀ ਦੇਖੀ ਜਾਂਦਾ ਵੀ ਚਲੋ ਇਹਨਾਂ ਨੂੰ 2-3 ਮਹੀਨੇ ਦਿੰਦੇ ਆ, ਕੁਛ ਨਾ ਕੁਛ ਕਰਕੇ ਵਿਖਾਉਣ, ਪਰ ਹੋਣਾ ਇਹਨਾਂ ਕੋਲੋਂ ਕੁਛ ਨਹੀਂ। ਕਹਿੰਦੇ ਭਗਵੰਤ ਮਾਨ ਨਿੱਕਾ ਭਰਾ ਮੇਰਾ ਬੰਦਾ ਵਧੀਆ। ਅੱਛਾ, ਇਹ ਗੱਲ ਵੈਸੇ ਵਧੀਆ ਵੀ ਜਿੰਨੇ ਕਾਂਗਰਸੀ ਸਾਰੇ ਤਾਰੀਫ ਭਗਵੰਤ ਮਾਨ ਦੀ ਕਰਦੇ, ਬੰਦਾ ਵਧੀਆ। ਪਰ ਮੈਂ ਇਹ ਕਹਿੰਦਾ ਵੀ ਮਾਨ ਸਾਹਿਬ ਬਚ ਕੇ ਰਹੋ ਯਾਰ, ਕੇਜਰੀਵਾਲ ਬੰਦਾ ਸ਼ੈਤਾਨ ਜੀ, ਉਹਦਾ ਕੁਛ ਪਤਾ ਨਹੀਂ ਵੀ ਅੱਜ ਉਹ ਤੁਹਾਨੂੰ ਆਖਿਆ ਵੀ ਮੈਂ ਤੁਹਾਡਾ, ਮੈਂ ਪੰਜਾਬ ਦਾ, ਉਹ ਹੈ ਨਹੀਂ ਇਹ ਪੰਜਾਬ ਦਾ ਜੀ।
ਉਹ ਪਤਾ ਨਹੀਂ ਵੀ ਉਹਨੇ ਕਦੋਂ ਕਿੱਥੋਂ ਕਿਹੜੀ ਗੱਲ ਕਿਵੇਂ ਕੱਢ ਕੇ ਤੇ ਕੀ ਕੱਢ ਮਾਰਨੀ ਆ, ਉਹਦੇ ਮਨ 'ਚ ਕੀ ਚੱਲਦਾ। ਜੇ ਮਾਨ ਸਾਹਿਬ ਇਹਦਾ ਪਤਾ ਲਾ ਕੇ ਰੱਖਿਓ, ਇਹ ਨਾ ਹੋਵੇ, ਕਿਉਂਕਿ ਉਹਨਾਂ ਨੇ ਹੌਲੀ ਹੌਲੀ ਵਿੱਚੋਂ ਜਿਹੀਆਂ ਗੱਲਾਂ ਜੀਆਂ ਜੋੜਦਿਆਂ ਕਿਹਾ ਵੀ ਬੰਦੇ ਹਰਿਆਣੇ 'ਚ ਜਾ ਕੇ ਕੋਈ ਗੱਲ ਕਰਦੇ ਆ, ਦਿੱਲੀ 'ਚ ਕੋਈ ਗੱਲ ਕਰਦੇ ਆ, ਹੁਣ SYL ਨਹਿਰ ਦੇ ਪਾਣੀ ਦੀਆਂ ਗੱਲਾਂ ਕਰੀ ਜਾਂਦੇ ਆ ਵੀ ਜੇ ਸਾਰਾ ਕੁਝ ਇਸੇ ਤਰ੍ਹਾਂ ਹੀ ਹੱਥ ਵੱਢ ਕੇ ਆਪਾਂ ਮਾਨ ਸਾਹਿਬ ਦਿੰਦੇ ਰਹੇ ਤੇ ਕੱਲ੍ਹ ਨੂੰ ਪਤਾ ਨਹੀਂ ਅਗਲੇ ਬੰਦੇ ਕਦੋਂ ਆਖਣ ਵੀ ਚੰਗਾ ਵੀ ਅਸੀਂ ਚੱਲੇ ਹਾਂ। ਇਹਨਾਂ ਤੋਂ ਬਚਿਓ। ਹੁਣ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਵੀ ਪੰਜਾਬ ਦਾ ਫਿਕਰ ਹਰੇਕ ਲੀਡਰ ਨੂੰ ਆ, ਪੰਜਾਬ ਦੇ ਮੁੱਖ ਮੰਤਰੀ 'ਤੇ ਪੂਰਾ ਯਕੀਨ ਹੈ, ਵਿਸ਼ਵਾਸ ਹੈ, ਕਹਿੰਦੇ ਚੰਗੇ ਕੰਮ ਕਰੋ, ਆਪਾਂ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਤੁਹਾਡੇ ਨਾਲ ਖੜੇ ਹਾਂ। ਫਿਰ ਤਰਾਜ ਜਿਹੜਾ ਵੀ ਕੇਜਰੀਵਾਲ ਹੁੰਦੇ ਕਰੀ ਜਾਂਦੇ ਨੇ ਇਹਦੇ ਅਗਲੇ ਕਹਿੰਦੇ ਵੀ ਯਾਰ ਜੇ ਤੁਸੀਂ ਗੱਲ ਕਰਦੇ ਹੋ ਤਾਂ ਤੁਸੀਂ ਕਹਿੰਦੇ ਸਾਡੀ ਪਾਰਟੀ ਦਿੱਲੀੋਂ ਚੱਲਦੀ ਹੈ, ਜੇ ਅਸੀਂ ਕਹਿੰਦੇ ਸਾਡੇ ਵਾਲੀ ਦਿੱਲੀੋਂ ਚੱਲਦੀ ਫਿਰ ਤੁਹਾਨੂੰ ਤਰਾਜ ਵੀ ਤੁਸੀਂ ਦਿੱਲੀੋਂ ਕਿਉਂ ਚਲਾਉਂਦੇ ਯਾਰ ਬਾਈ। ਨਹੀਂ, ਇਹ ਗੱਲ ਤੁਹਾਡੀ ਠੀਕ ਹੈ। ਮੈਨੂੰ ਨਾ ਇਹ ਦਿੱਲੀ ਤੋਂ ਰਾਜਸਥਾਨ ਚੇਤੇ ਆ ਗਿਆ, ਇੰਚਾਰਜ ਸਾਹਿਬ ਉੱਥੇ ਦੇ ਆ। ਦੋ ਗੱਲਾਂ ਬਹੁਤ ਸਾਰੇ ਲੋਕਾਂ ਨੇ ਧਿਆਨੀਆਂ ਹੋਣੀਆਂ। ਜਦੋਂ ਨਾ ਇੱਕ ਕੁਰਸੀ ਪਈ ਸੀ ਉੱਥੇ ਕਮਰੇ ਦੇ ਵਿੱਚ, ਇੱਥੇ ਰਾਜਾ ਵੜਿੰਗ ਸਾਹਿਬ ਨੇ ਜਿਹੜੀ ਕੁਰਸੀ ਦੇ ਉੱਤੇ ਬੈਠ ਕੇ ਤਾਂ ਫਿਰ ਇੱਦਾਂ ਸਾਈਨ ਕਰਕੇ ਤੇ ਕੰਮ ਕਰ ਐਜ਼ ਏ ਪ੍ਰੈਜ਼ੀਡੈਂਟ ਸਾਂਭਣਾ ਸੀ। ਰਾਜਾ ਵੜਿੰਗ ਸਾਹਿਬ ਨੇ ਵੀ ਬੈਠਣਾ ਸੀ ਅਜੇ ਉੱਥੇ, ਬਾਕੀ ਚੰਨੀ ਸਾਹਿਬ, ਬਾਜਵਾ ਸਾਹਿਬ, ਸਾਰੇ ਬੰਦੇ ਆਲੇ ਦੁਆਲੇ ਖੜੇ। ਜਿਹੜੇ ਭਾਰਤ ਭੂਸ਼ਣ ਆਸ਼ੂ ਨਾਲ ਕਾਰਜਕਾਰੀ ਪ੍ਰਧਾਨ ਲਾਏ ਉਹ ਪਿੱਛੇ ਖੜੇ, ਹਰੀਸ਼ ਚੌਧਰੀ ਸਾਹਿਬ ਥੋੜ੍ਹੇ ਜਿਹੇ ਅੱਗੇ ਸੀ। ਅਮਰਿੰਦਰ ਸਿੰਘ ਰਾਜਾ ਵੜਿੰਗ ਹੋਰਾਂ ਨੇ ਭਾਰਤ ਭੂਸ਼ਣ ਆਸ਼ੂ ਦੀ ਬਾਂਹ ਫੜ ਕੇ ਉਹਨਾਂ ਨੂੰ ਚੌਧਰੀ ਸਾਹਿਬ ਦੇ ਅੱਗੇ ਕਰਤਾ ਆਪਣੇ ਕੋਲ। ਚੌਧਰੀ ਸਾਹਿਬ ਥੋੜ੍ਹੇ ਜਿਹੇ ਪਿੱਛੇ ਹੋ ਗਏ। ਭਾਰਤ ਭੂਸ਼ਣ ਆਸ਼ੂ ਹੋਰਾਂ ਨੇ ਮੋਰੇ ਪਲੇਟ ਦੇ ਵਿੱਚ ਬਰਫੀ ਪਈ ਸੀ, ਰਾਜਾ ਵੜਿੰਗ ਦਾ ਮੂੰਹ ਮਿੱਠਾ ਕਰਾਉਣਾ ਸੀ, ਉਹਨਾਂ ਨੇ ਪਲੇਟ ਦੇ ਵਿੱਚੋਂ ਬਰਫੀ ਚੱਕੀ। ਇੰਨੀ ਦੇਰ ਨੂੰ ਹਰੀਸ਼ ਚੌਧਰੀ ਉਹਨਾਂ ਨੇ ਹੱਥ ਫੜ ਕੇ ਬਰਫੀ ਵੀ ਵਿੱਚ ਰਖਾਤੀ ਤੇ ਪਲੇਟ ਆਪ ਚੱਕ ਲਈ। ਗੱਲ ਕੁਝ ਵੀ ਨਹੀਂ, ਜਾਣੀ ਮੁੜ ਕੇ ਸਾਰਿਆਂ ਨੇ ਬਰਫੀ ਖੋਏ, ਆਸ਼ੂ ਸਾਹਿਬ ਦੇ ਹੱਥ 'ਚ ਪਲੇਟ ਨਹੀਂ ਆਈ। ਨਹੀਂ, ਪਰ ਇਹ ਵੀ ਗੱਲ ਬੜੀ ਹੈਰਾਨੀ ਵਾਲੀ ਸੀ ਵੀ ਦੇਖੋ ਜੇ ਤੇ ਇੰਚਾਰਜ ਨੇ ਚੌਧਰੀ ਸਾਹਿਬ ਵੀ ਠੀਕ ਹੈ ਵੀ ਤੁਸੀਂ ਚਾਹੁੰਦੇ ਹੋ ਵੀ ਬਰਫੀ ਪਹਿਲਾਂ ਤੁਸੀਂ ਖਵਾਉਣੀ, ਤੁਸੀਂ ਖਵਾ ਦਿਓ ਨਾ, ਆਪ ਵੀ ਨਹੀਂ ਖਵਾਈ, ਉੱਥੋਂ ਫੜ ਕੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਨੂੰ ਪਲੇਟ ਦੇ ਦਿੱਤੀ ਵੀ ਤੁਸੀਂ ਬਰਫੀ ਖਵਾਓ। ਤੁਹਾਡਾ ਬੰਦਾ ਹੀ ਇੱਕ ਮੇਰੇ ਅੱਜ ਗੱਲ ਨਿਬੇੜ ਲਓ। ਨਹੀਂ, ਮੈਂ ਤਾਂ ਇਹ ਗੱਲ ਸੋਚਦਾ ਸੀ ਯਾਰ ਪਲੇਟਾਂ ਦੋ ਰੱਖ ਲਓ, ਜਾਂ ਤਾਂ ਪਲੇਟਾਂ ਦੋ ਰੱਖ ਲਓ। ਦੂਸਰੇ ਪਾਸੇ ਫਿਰ ਹੈਰਾਨੀ ਵਾਲੀ ਗੱਲ, ਚੰਨੀ ਸਾਹਿਬ ਵੀ ਉਧਰਲੇ ਪਾਸੇ ਖਲੋਤੇ ਆ, ਚੰਨੀ ਸਾਹਿਬ ਦੀ ਵਾਰੀ ਨਹੀਂ ਆਈ। ਚੰਨੀ ਸਾਹਿਬ ਵਿਚਾਰੇ ਵੀ ਕਿਉਂਕਿ ਉਹ ਉੱਥੇ ਉਹਨਾਂ ਦੇ ਘਰ ਵਾਲੀ ਸੀਗੀ ਆਪਣਾ ਬੀਬੀ ਅਮਰਤਾ ਵੜਿੰਗ ਜੀ। ਅਮਰਤਾ ਵੜਿੰਗ ਨਹੀਂ ਭੈਣ ਜੀ ਤੁਸੀਂ ਵਿਖਾਓ ਜੀ, ਤੁਸੀਂ ਬੰਦੇ ਵਿਚਾਰੇ ਜਿਹੜੇ ਦੋਵੇਂ ਸਾਹਮਣੇ ਫੋਟੋ ਵਾਲੇ ਆ ਉਹਨਾਂ ਦੋਵਾਂ ਦੇ ਦਾਦ ਲੱਗੇ। ਇੱਕ ਨਾ ਮੇਰਾ ਸੰਧਾਲੀਆ ਸਾਹਿਬ ਦੇਖੋ, ਹਰੀਸ਼ ਚੌਧਰੀ ਹੋਰੀ ਸਿਆਣੇ ਬੰਦੇ ਹੋਣੇ ਜਿਨ੍ਹਾਂ ਨੂੰ ਇੰਚਾਰਜ ਲਾਇਆ, ਮੰਤਰੀ ਦਾ ਅਹੁਦਾ ਛੱਡ ਕੇ ਇੱਧਰਲੇ ਪਾਸੇ ਨੂੰ ਆਏ। ਮੈਂ ਬਿਲਕੁਲ ਨਹੀਂ ਗੱਲ ਕਰਦਾ ਕਿ ਦੂਲੋ ਸਾਹਿਬ ਨੇ ਜਾਂ ਮੈਂਬਰ ਪਾਰਲੀਮੈਂਟ ਜਸਵੀਰ ਸਿੰਘ ਢਿੰਪਰ ਨੇ ਕੀ ਕਿਹਾ, ਆਪਾਂ ਗੱਲ ਹੀ ਨਹੀਂ ਕਰਨੀ। ਹਰੀਸ਼ ਚੌਧਰੀ ਸਾਹਿਬ ਨੂੰ ਬਸ ਇੱਕੋ ਹੀ ਸਲਾਹ ਕਿ ਚੌਧਰੀ ਸਾਹਿਬ ਤੁਹਾਡੇ ਸੂਬੇ 'ਚ ਵੋਟਾਂ, ਤੁਸੀਂ MLA ਖੜਨਾ ਹੀ। ਤੁਹਾਡੇ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਇੱਕ ਇੰਚਾਰਜ ਹੁੰਦੇ ਸੀ, ਨਾ ਉਹਨਾਂ ਦਾ ਵੀ ਮੂਹਰੇ ਹਰੀਸ਼ ਸੀ ਪਰ ਪਿੱਛੇ ਕੁਝ ਹੋਰ ਸੀ। ਤੁਸੀਂ ਰਾਜਸਥਾਨ ਤੋਂ ਆ ਤੇ ਉੱਤਰਾਖੰਡ ਤੋਂ ਸੀ। ਉਹ ਫਿਰ ਚਲੇ ਗਿਆ ਸੀ ਕਿ ਭਾਈ ਸਾਡੇ ਉੱਥੇ ਵੋਟਾਂ, ਮੈਂ ਤਾਂ ਖੜਨਾ, ਮੈਂ ਤਾਂ ਮੁੱਖ ਮੰਤਰੀ ਬਣਨਾ। ਕਾਂਗਰਸ ਪਾਰਟੀ ਦੇ ਉੱਥੇ ਕਿੰਨੇ MLA ਜਿੱਤ ਗਿਆ ਪਰ ਸਾਡੇ ਸਾਬਕਾ ਇੰਚਾਰਜ ਸਾਹਿਬ ਤੋਂ ਆਪਦੀ ਸੀਟ ਨਹੀਂ ਜਿੱਤ ਹੋਈ, ਹਾਲਾਂਕਿ ਉਹ ਮੁੱਖ ਮੰਤਰੀ ਦੇ ਦਾਅਵੇਦਾਰ ਸੀ। ਇਦਾਂ ਹੀ ਤੁਸੀਂ ਹੋ, ਤੁਸੀਂ ਖੂਬ ਮਿਹਨਤ ਕਰੋ, ਪੰਜਾਬ 'ਚ ਵੀ ਕਰੋ ਪਰ ਮਾੜਾ ਮੋਟਾ ਹਲਕੇ ਚੱਕਰ ਮਾਰਿਆ ਕਰੋ, ਕਿਉਂਕਿ ਵੋਟਾਂ ਤੁਹਾਡੇ ਵੀ ਇਹ ਨਾ ਹੋਵੇ ਮੁੜ ਕੇ ਹਲਕੇ ਦੇ ਵਿੱਚੋਂ ਆਪਦਾ ਡੱਬਾ ਖਾਲੀ ਨਿਕਲਦਾ ਹੁੰਦਾ ਕਈ ਵਾਰੀ। ਦੇਖੋ ਗੱਲ ਆ ਵੀ ਉਹ ਕਹਿੰਦੇ ਵੀ ਯਾਰ ਪਾਰਟੀ ਨੇ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਨਾ, ਅਸੀਂ ਉਹ ਨਿਭਾਉਣੀ ਹੈ, ਪਾਰਟੀ ਮਜ਼ਬੂਤ ਕਰਨੀ। ਉਹ ਪਾਰਟੀ ਮਜ਼ਬੂਤੀ 'ਚ ਲੱਗੇ ਨੇ, ਜਿਵੇਂ ਤੁਸੀਂ ਗੱਲ ਸਮਝਦੇ ਨੇ ਯਾਰ ਉਹੀ ਗੱਲਾਂ। ਚਲੋ ਇੱਕ ਮੈਂ ਬੇਨਤੀ ਇੱਥੇ ਹੋਰ ਕਰਨੀ ਕਿ ਕਾਂਗਰਸ ਪਾਰਟੀ ਦੇ ਬੜੇ ਲੋਕਾਂ ਨੇ ਭਗਵੰਤ ਮਾਨ ਸਾਹਿਬ ਦੀਆਂ ਸਿਫਤਾਂ ਕੀਤੀਆਂ ਕਿ ਨਵੇਂ ਮੁੱਖ ਮੰਤਰੀ ਨੇ ਦਾਗ ਕੋਈ ਨਹੀਂ, ਕੰਮ ਕਰਨਾ ਚਾਹੁੰਦੇ ਆ। ਜਦੋਂ ਕੋਈ ਗੱਲਾਂ ਕਹਿੰਦੇ ਸੀ ਉਦੋਂ ਇੱਕ ਫੈਸਲਾ ਨਹੀਂ ਸੀ ਆਇਆ। ਹੁਣ ਇੱਕ 4-5 ਸਫ਼ੇ ਇਕੱਠੇ ਹੀ ਸਰਕਾਰੀ ਕਾਗਜ਼ ਦੇ ਉੱਤੇ ਮੋਹਰਾਂ ਲੱਗੀਆਂ, ਦਸਖਤ ਹੋਏ। ਕਹਿੰਦੇ ਆ ਜੀ 250 ਤੋਂ ਵੱਧ ਪੰਜਾਬ ਦੇ ਜਿਹੜੇ ਸਿਆਸੀ ਲੀਡਰ ਨੇ, ਧਾਰਮਿਕ ਆਗੂ ਨੇ ਜਾਂ ਸਿਆਸੀ ਲੀਡਰਾਂ ਦੇ ਪਰਿਵਾਰਾਂ ਦੇ ਮੈਂਬਰ ਨੇ, ਉਹਨਾਂ ਦੀ ਸੁਰੱਖਿਆ ਵਾਪਸ ਲੈ ਲਈ। ਕਿਸੇ ਦੇ ਕੋਲੋਂ 1 ਗਨਮੈਨ ਵਾਪਸ ਲਿਆ, ਕਿਸੇ ਤੋਂ 2, ਕਈਆਂ ਤੋਂ 4-4 ਵੀ ਵਾਪਸ ਲਏ। ਹੁਣ ਜੇ ਤਾਂ ਉਦੋਂ ਤੱਕ ਉਹ ਲਿਸਟ ਆ ਜਾਂਦੀ ਤਾਂ ਹੋ ਸਕਦਾ ਕਈ ਲੀਡਰਾਂ ਦੀ ਕਾਰ ਚਲਾ ਕੇ ਆਏ ਹੋਣੇ ਆ ਤਾਂ ਉਹਨਾਂ ਨੂੰ ਕਹਿੰਦੇ ਤੁਸੀਂ ਚੰਡੀਗੜ੍ਹ ਰਹਿ ਲਓ ਯਾਰ, ਫਿਰ ਲੀਡਰ ਕਾਰ ਆਪ ਚਲਾ ਕੇ ਜਾਣਗੇ। ਸੰਧਾਲੀਆ ਸਾਹਿਬ ਤੁਸੀਂ ਇੱਥੇ ਦੇਖੋ, ਦਾਅਵਾ ਕੀਤਾ ਗਿਆ ਸੀ ਪਿਛਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿ ਭਾਈ ਥਾਣਿਆਂ ਦੇ ਵਿੱਚ ਕੰਮ ਕਰਨਗੇ ਪੁਲਿਸ ਕਰਮਚਾਰੀ, ਆਮ ਲੋਕਾਂ ਦੀ ਸੁਰੱਖਿਆ ਲਈ ਕੰਮ ਕਰਨਗੇ। ਅਸੀਂ ਜਿਹੜੇ ਵੀ ਬੰਦਿਆਂ ਦੇ ਕੋਲੇ ਐਵੇਂ ਹੀ ਸੁਰੱਖਿਆ ਦਿੱਤੀ ਹੈ, ਚੰਨੀ ਸਾਹਿਬ ਦੇ ਪਰਿਵਾਰ ਨੂੰ ਸੁਰੱਖਿਆ ਦਿੱਤੀ ਸੀ, ਵਾਪਸ ਲੈ ਲਈ। ਸੁਖਬੀਰ ਸਿੰਘ ਬਾਦਲ ਸਾਹਿਬ ਦੇ ਭੈਣ ਜੀ ਆਦੇਸ਼ ਪ੍ਰਤਾਪ ਸਿੰਘ ਕੈਰੋ ਹੋਰਾਂ ਦੇ ਘਰੋਂ, ਬੀਬੀ ਪਰਨੀਤ ਕੌਰ ਕੈਰੋ, ਉਹਨਾਂ ਦੀ ਸੁਰੱਖਿਆ ਵਾਪਸ ਲੈ ਲਈ। ਸੁਖਜਿੰਦਰ ਸਿੰਘ ਰੰਧਾਵਾ ਸਾਹਿਬ ਦੇ ਬੇਟੇ ਦੇ ਕੋਲੇ ਵੀ ਗਨਮੈਨ ਸੀਗੇ, ਵਾਪਸ ਲੈ ਲੈ। ਇਸੇ ਤਰੀਕੇ ਬੜੇ ਬੰਦੇ ਤੁਸੀਂ ਇਹ ਦੇਖੋ ਕਿ ਅਵਿਨਾਸ਼ ਖੰਨਾ ਹੋਰੀ ਨੇ, ਉਹਨਾਂ ਤੋਂ ਵੀ ਵਾਪਸ ਲਏ ਬੰਦੇ। ਬੜੇ ਅਕਾਲੀ, ਬੜੇ ਕਾਂਗਰਸੀ, ਜਿਹੜੇ ਬੰਦੇ ਕੋਈ MLA ਰਿਹਾ, ਕੋਈ ਨਹੀਂ ਰਿਹਾ, ਕਿਸੇ ਕੋ ਮੰਤਰੀ ਦੇ ਹੁੰਦਿਆਂ ਬਹੁਤ ਸਾਰੇ ਬੰਦੇ ਸੀ, ਉਹਨਾਂ ਸਾਰਿਆਂ ਦੀ ਸੁਰੱਖਿਆ ਹੌਲੀ ਹੌਲੀ ਟਾਈਟ ਕਰ ਦਿੱਤੀ ਹੈ।
ਸੈਂਕੜੇ ਪੰਜਾਬ ਪੁਲਿਸ ਦੇ ਕਰਮਚਾਰੀ ਜਿਹੜੇ ਆ ਉਹ ਹੁਣ ਥਾਣਿਆਂ 'ਚ ਆਉਣਗੇ। ਹੋ ਸਕਦਾ ਲੋਕਾਂ ਦੇ ਕੰਮ ਥੋੜ੍ਹਾ ਜਿਹਾ ਰਵਾਂ ਹੁਣ ਹੋ ਸਕਦਾ ਕਈਆਂ ਨੂੰ ਭਗਵੰਤ ਮਾਨ ਨਾ ਚੰਗਾ ਲੱਗੇ। ਨਹੀਂ, ਇਹ ਵੀ ਗੱਲ ਹੈਗੀ ਆ, ਪਰ ਦੂਜੀ ਆਪਾਂ ਬੇਨਤੀ ਇਹ ਵੀ ਨਾਲ ਕਰ ਦਿੰਦੇ ਵੀ ਕਿਸੇ ਵੇਲੇ ਇਹ ਹੁੰਦਾ ਵੀ ਉਧਰੋਂ ਬੰਦੇ ਵਾਪਸ ਮੰਗਾ ਲਏ ਨੇ ਜੀ, ਹੁਣ ਕਿਉਂਕਿ ਆਪਾਂ ਨੂੰ ਬੰਦੇ ਚਾਹੀਦੇ ਨੇ, ਹੈ ਨਾ, ਐਡਜਸਟਮੈਂਟ ਹੀ ਆ। ਐਡਜਸਟਮੈਂਟ ਹੀ ਹੈ। ਇਹ ਨਾ ਹੋਵੇ ਵੀ ਮਤਲਬ ਉਧਰੋਂ ਬੰਦੇ ਆਉਣ ਤੋਂ ਬਾਅਦ ਤੇ 3-4 ਮਹੀਨਿਆਂ ਤੱਕ ਬੰਦਿਆਂ ਨੂੰ ਪਤਾ ਲੱਗੇ ਵੀ ਯਾਰ ਇਹ ਬੰਦਾ ਤਾਂ ਵੈਸੇ ਠੀਕ ਹੁੰਦਾ ਹੈ ਪਹਿਲਾਂ, ਹੁਣ ਨਾਲ 2-3 ਬੰਦੇ ਇਹ ਵੀ ਲਈ ਫਿਰਦਾ। ਖਤਰਾ ਕਾਹਦਾ? ਅਚਾਨਕ ਖਤਰਾ ਮਤਲਬ ਜਿਹੜਾ ਇੱਕ ਤੇ ਇਹ ਨਹੀਂ ਸਮਝ ਆਉਂਦੀ ਹੁੰਦੀ ਵੀ ਜਿਹੜਾ ਖਤਰਾ ਹੈ ਉਹ ਕੁਰਸੀ ਦੇ ਹਿਸਾਬ ਨਾਲ ਹੀ ਸ਼ਿਫਟ ਹੋ ਜਾਂਦਾ। ਕੁਰਸੀ ਹੁੰਦੀ ਆ ਨਾਲ ਦੇ ਨਾਲ ਖਤਰਾ ਆ ਜਾਂਦਾ, ਕੁਰਸੀ ਜਾਂਦੀ ਹੈ ਨਾਲ ਦੇ ਨਾਲ ਖਤਰਾ ਵੀ ਚਲੇ ਜਾਂਦਾ। ਖਤਰਾ ਕੁਰਸੀ ਤੇ ਮਗਰ ਤੁਰਿਆ ਫਿਰਦਾ, ਇਹ ਮੈਨੂੰ ਸਮਝ ਨਹੀਂ ਆਈ ਗੱਲ ਦੀ। ਪਰ ਚਲੋ ਅਜੇ ਉਹਨਾਂ ਨੇ ਨਹੀਂ ਕੀਤਾ ਐਵੇਂ ਆਪਾਂ ਆਖੀਏ, ਪਰ ਕੱਲ ਨੂੰ ਹੋਵੇ ਨਾ ਆਪਾਂ ਤਾਂ ਕਹਿੰਦੇ ਹਾਂ, ਕਿਉਂਕਿ ਕਾਰਨ ਇਹ ਆ ਨਾ ਵੀ ਜਿਸ ਹਿਸਾਬ ਨਾਲ ਇਸ ਵਕਤ ਵਿਰੋਧੀ ਤੱਤੇ ਹੈ, ਵਿਰੋਧੀ ਵੀ ਉਹ ਨੇ, ਇਹਨਾਂ ਨੂੰ ਤਾਂ ਚਲੋ ਪਹਿਲੀ ਵਾਰ ਮੌਕਾ ਮਿਲਿਆ, ਅਗਲਿਆਂ ਨੇ ਤੇ ਕਈਆਂ ਨੇ ਹੁਣ ਪੀੜ੍ਹੀ ਦਰ ਪੀੜ੍ਹੀ ਕੰਮ ਚੱਲਦਾ ਸੀ, ਉਹਨਾਂ ਨੂੰ ਭੁਲੇਖਾ ਹੀ ਨਹੀਂ ਸੀ ਕੋਈ ਵੀ ਯਾਰ ਆਪਾਂ ਵੀ ਕਦੀ ਕਿਤੇ ਸੱਤਾ 'ਚੋਂ ਬਾਹਰ ਹੋਵਾਂਗੇ। ਹੁਣ ਜਿਹੜੇ ਉਹ ਬੰਦੇ ਨੇ ਉਹ ਤਾਂ ਸਵੇਰੇ ਉੱਠ ਕੇ ਸ਼ਾਮੀ ਸੌਂਦਿਆਂ ਰਾਤ ਨੂੰ ਹਨੇਰੇ ਇੱਕੋ ਹੀ ਗੱਲਾਂ ਹੁੰਦੀਆਂ ਵੀ ਯਾਰ ਅੱਛਾ ਦੇਖੋ ਸਹੀ ਵੀ ਕਿੱਥੇ ਇੱਕ ਮਾੜਾ ਜਿਹਾ ਥਿੜਕਦੇ ਨਾਲ ਹੀ ਆਪਾਂ ਚੱਕ ਲਓ ਕਰਾ ਦਈਏ। ਇਹ ਜ਼ਰੂਰ ਖਿਆਲ ਰੱਖਿਆ ਜਾਵੇ ਵੀ ਜਿਹੜਾ ਸੁਨੇਹਾ ਆਮ ਲੋਕਾਂ ਦੇ ਵਿੱਚ ਇੱਦਾਂ ਜਾਂਦਾ ਵੀ ਆਹ ਦੇਖੋ ਜੀ ਜੋ ਅਸੀਂ ਚੰਗਾ ਕੰਮ ਕਿਹਾ ਸੀ ਅਸੀਂ ਕਰ ਰਹੇ, ਉਹ ਚੰਗਾ ਕੰਮ ਹੋਵੇ, ਪ੍ਰੈਕਟੀਕਲੀ ਲੋਕਾਂ ਨੂੰ ਨਜ਼ਰ ਵੀ ਆਵੇ। ਹਾਂ, ਜੇ ਉਹ ਚੰਗੇ ਕੰਮ ਦੀ ਆੜ 'ਚ ਕੋਈ ਇੱਕ ਹੁੰਦਾ ਵੀ ਕਿਸੇ ਵੇਲੇ 100 ਸੱਦਿਆ 'ਚ 100 'ਚੋਂ 5 ਵੀ ਵਾਪਸ ਕਿਸੇ ਨੇ ਲੈ ਲੈਣਾ ਤਾਂ ਉਹਨਾਂ 5 ਦਾ ਰੌਲਾ ਜ਼ਿਆਦਾ ਪੈਣਾ ਜੀ। 95 ਦੀ ਗੱਲ ਕਿਸੇ ਨੇ ਨਹੀਂ ਕਰਨੀ। ਸੋ ਇਹ ਆਪਾਂ ਬੇਨਤੀ ਕਰ ਸਕਦੇ ਨਹੀਂ, ਬਹੁਤ ਜ਼ਰੂਰੀ ਹੈ ਸੰਧਾਲੀਆ ਸਾਹਿਬ, ਚੰਗਾ ਹੋਇਆ ਜਿੱਥੇ ਬੇਲੋੜੀ ਸੁਰੱਖਿਆ ਦਿੱਤੀ ਹੈ, ਕਿਉਂਕਿ ਜਿਹੜੇ ਵੀ ਪੁਲਿਸ ਕਰਮਚਾਰੀ ਨੇ ਉਹਨਾਂ ਨੂੰ ਮਿਲਦੀ ਹੈ ਤਨਖਾਹ ਮਿਲਦੀ ਹੈ ਲੋਕਾਂ ਦੇ ਖਜ਼ਾਨੇ ਦੇ ਪੈਸੇ 'ਚੋਂ, ਟੈਕਸ ਦੇ ਪੈਸੇ ਦੇ ਵਿੱਚੋਂ, ਤੇ ਉਹ ਚਾਹੀਦੇ ਲੋਕਾਂ ਦੀ ਸੇਵਾ ਲਈ, ਕਰਦੇ ਉਹ ਲੀਡਰਾਂ ਦੀ ਸੇਵਾ ਆ। ਹੁਣ ਜੇ ਲੀਡਰ MLA ਨਹੀਂ ਰਿਹਾ, MP ਨਹੀਂ ਰਿਹਾ, ਮੰਤਰੀ ਨਹੀਂ ਰਿਹਾ, ਉਪ ਮੁੱਖ ਮੰਤਰੀ ਰਿਹਾ, ਤਾਂ ਫਿਰ ਜੋ ਕਾਨੂੰਨ ਦੇ ਮੁਤਾਬਕ ਜਿੰਨੀ ਕੁ ਉਹਦੀ ਸਿਕਿਉਰਿਟੀ ਬਣਦੀ ਉਨੀ ਦਿਓ ਤੇ ਬਾਕੀ ਵਾਪਸ ਬੁਲਾਓ। ਥਾਣਿਆਂ ਦੇ ਵਿੱਚ ਬੜੀ ਜਗ੍ਹਾ ਦੇ ਉੱਤੇ ਆ ਚੋਰ ਅਜੇ ਮੋਬਾਈਲ ਖੋਹ ਕੇ ਭੱਜੇ ਫਿਰਦੇ ਆ, ਚੀਨੀਆਂ ਖੋਹ ਕੇ ਭੱਜੇ ਫਿਰਦੇ ਆ। ਜੇ 200-300 ਬੰਦਾ ਵੀ ਪੰਜਾਬ ਦੇ ਥਾਣਿਆਂ ਦੇ ਵਿੱਚ ਆਊਗਾ, 50 ਨਾਕੇ ਲੱਗ ਸਕਦੇ ਆ। ਬੰਦੇ ਜਿਹੜੇ ਭੱਜੇ ਭੁੱਜੇ ਫਿਰਦੇ ਇੱਧਰ ਉੱਧਰ 2 ਨੰਬਰ ਤੇ ਕੰਮ ਕਰਦੇ ਆ, ਉਹਨਾਂ ਦੇ ਉੱਤੇ ਥੋੜੀ ਜਿਹੀ ਲਗਾਮ ਕੱਸੀ ਜਾ ਸਕਦੀ ਹੈ। ਮੈਨੂੰ ਲੱਗਦਾ ਕਿ ਇਹਦੇ ਵਿੱਚ ਸੰਧਾਲੀਆ ਸਾਹਿਬ ਕਿਸੇ ਨੂੰ ਇਤਰਾਜ਼ ਵੀ ਨਹੀਂ ਹੋ ਸਕਦਾ। ਸਟੇਟਸ ਸਿੰਬਲ ਬੜਾ ਵੱਡਾ ਹੁੰਦਾ, ਸਰਕਾਰ ਆਪਣੀਆਂ ਗਨਮੈਨ ਲੈ ਲਿਆ, ਬੜੇ ਵਧੀਆ ਟੌਰ ਦੇ ਨਾਲ ਹੁਣ ਫੋਟੋ ਖਿਚਾਉਣੇ ਆ, ਗੱਲ ਕਿਹੜੀ ਹੈ? ਉਸ ਪ੍ਰਕਿਰਿਆ ਤੋਂ ਲਾਂਭੇ ਹੋਣਾ ਜਿਹੜਾ ਉਹ ਬਹੁਤ ਜ਼ਰੂਰੀ ਹੈ। ਤੇ ਸਭ ਤੋਂ ਵੱਡੀ ਗੱਲ ਹੈ ਕਿ ਲਿਸਟ ਬਕਾਇਦਾ ਜਾਰੀ ਕੀਤੀ ਹੈ। ਹੁਣ ਸਾਰੇ ਪੰਜਾਬ ਦੇ ਲੋਕਾਂ ਨੂੰ ਪਤਾ ਕਿ ਉਹ ਕਿਹੜੇ 179 ਜਾਂ 184 ਬੰਦੇ ਨੇ ਜਿਨ੍ਹਾਂ ਤੋਂ ਸੁਰੱਖਿਆ ਵਾਪਸ ਲਈ ਹੈ, ਕਿਹੜਾ ਗਨਮੈਨ ਹੈ, ਕਿੱਦਾਂ ਵਾਪਸ ਲਿਆ, ਸਾਰੀ ਲਿਸਟ ਹੈ। ਭਲਕ ਨੂੰ ਪੰਜਾਬ ਦੇ ਲੋਕ ਦੇਖਣਗੇ ਕਿ ਭਾਈ ਇਹਨਾਂ ਦੇ ਨਾਲ ਤਾਂ ਬੰਦੇ ਫੇਰ ਆ ਗਏ, ਜਾਂ ਆਮ ਆਦਮੀ ਪਾਰਟੀ ਦੇ ਬੰਦਿਆਂ ਨੇ ਦੇਖਣਗੇ ਇਹਨਾਂ ਨਾਲ ਇੰਨੇ ਗਨਮੈਨ ਹੋਰ ਆ ਗਏ, ਲੋਕਾਂ ਨੇ ਸੋਸ਼ਲ ਮੀਡੀਆ ਤੇ ਰੌਲਾ ਪਾ ਦੇਣਾ। ਇਹਦੇ ਨਾਲ ਇੱਕ ਫੈਸਲਾ ਸਿਹਤ ਵਿਭਾਗ ਨੇ ਹੋਰ ਕੀਤਾ, ਠੀਕ ਲੱਗਿਆ ਮੈਨੂੰ। ਉਹ ਕਹਿੰਦੇ ਜੀ ਕੋਈ ਵੀ ਸਰਕਾਰੀ ਸਮਾਗਮ ਹੋਵੇ, ਬੁੱਕੇ ਫੁੱਲਾਂ ਦਾ ਸਮੂਹ ਜਿਹੜਾ ਇੱਕ ਜਗ੍ਹਾ ਬੰਨ੍ਹ ਕੇ ਉਹ ਨਹੀਂ ਭੇਟ ਕੀਤਾ ਜਾਊਗਾ ਕਿਸੇ ਨੂੰ ਵੀ। ਪਲਾਸਟਿਕ ਦਾ ਬੁੱਕੇ ਖਾਸ ਤੌਰ ਦੇ ਉੱਤੇ, ਉਹ ਕਿਉਂ ਨਹੀਂ? ਪਲਾਸਟਿਕ ਦਾ ਗੁਲਦਸਤਾ, ਉਹ ਕਹਿੰਦੇ ਜੀ ਧਰਤੀ ਦਿਵਸ ਹੈ, ਅਰਥ ਡੇ ਹੈ, ਤੇ ਪਲਾਸਟਿਕ ਦੀ ਬੇਲੋੜੀ ਵਰਤੋਂ ਤਾਂ ਆਪਾਂ ਬਿਲਕੁਲ ਖਤਮ ਕਰਨੀ ਹੈ ਕਿ ਪਲਾਸਟਿਕ ਦੀ ਵਰਤੋਂ ਉੱਥੇ ਹੀ ਹੋਵੇ ਜਿੱਥੇ ਉਹ ਤੋਂ ਬਿਨਾਂ ਸਰਦਾ ਨਹੀਂ। ਮੰਤਰੀ ਸਾਹਿਬ ਆਏ ਨੇ, DC ਸਾਹਿਬ ਆਏ ਨੇ, SSP ਸਾਹਿਬ ਆਏ ਨੇ, ਤਹਿਸੀਲਦਾਰ ਸਾਹਿਬ ਆਏ ਨੇ, ADC ਸਾਹਿਬ ਆਏ ਨੇ, ਤੇ ਉੱਥੇ ਨਾਲ 5-7 ਬੰਦੇ ਹੋਰ ਹੁੰਦੇ ਆ, 10-10 12-12 ਗੁਲਦਸਤੇ ਦਿੱਤੇ ਜਾਂਦੇ। ਉਹਨਾਂ ਨੇ ਕਿਹੜਾ ਘਰ ਲਿਜਾ ਕੇ ਰੱਖਣੇ ਆ, ਉਹਨਾਂ ਨੂੰ ਤਾਂ ਰੋਜ਼ 5-5 ਜਗ੍ਹਾ ਤੋਂ ਮਿਲਦੇ ਆ, ਉੱਥੇ ਪਏ ਰਹਿੰਦੇ ਆ। ਪਲਾਸਟਿਕ ਦੇ ਨਾਲ ਫਿਰ ਧਰਤੀ ਕਿੱਥੇ ਤੱਕ ਜਾਂਦੀ ਆ ਆਪਾਂ ਸਾਰਿਆਂ ਨੂੰ ਪਤਾ ਹੈ। ਨਾਲ ਇਹ ਵੀ ਫੈਸਲਾ ਕਰ ਦਿੱਤਾ ਸਿਹਤ ਵਿਭਾਗ ਨੇ ਕਿ ਪਲਾਸਟਿਕ ਦੀਆਂ ਪਾਣੀਆਂ ਵਾਲੀਆਂ ਬੋਤਲਾਂ ਸਰਵ ਨਹੀਂ ਕੀਤੀਆਂ ਜਾਣਗੀਆਂ। ਮੰਨ ਲਓ 10 ਬੰਦੇ ਸਟੇਜ ਤੇ ਬੈਠੇ ਆ, ਉਹਨਾਂ ਦੇ ਮੂਹਰੇ 10 ਬੋਤਲਾਂ ਪਾਣੀ ਦੀਆਂ, ਅਗਲਾ ਪੀਵੇ ਨਾ ਪੀਵੇ, ਉਹ ਪਲਾਸਟਿਕ ਵੀ ਮੁੜ ਕੇ ਧਰਤੀ ਦੇ ਲਈ ਖਤਰਾ ਪੈਦਾ ਹੁੰਦੀ ਹੈ। ਬਹੁਤ ਚੰਗੀ ਗੱਲ ਹੈ, ਕਈ ਐਸੇ ਫੈਸਲੇ ਨੇ ਜਿਹਨਾਂ ਤੇ ਪੈਸਾ ਲੱਗਦਾ ਕੋਈ ਨਹੀਂ, ਪੈਸਾ ਬਚਦਾ, ਵਾਤਾਵਰਣ ਬਚਦਾ। ਇੱਦਾਂ ਦੇ ਫੈਸਲੇ ਤਾਂ ਭਾਵੇਂ ਰੋਜ਼ 5-5 ਕਰੋ। ਤੇ ਅਸੀਂ ਵਿਰੋਧੀ ਧਿਰਾਂ ਨੂੰ ਵੀ ਬੇਨਤੀ ਕਰਦੇ ਹਾਂ, ਜੇ ਤੁਹਾਨੂੰ ਲੱਗਦਾ ਹੈ ਕਿ ਇਸ ਫੈਸਲੇ ਦੇ ਨਾਲ ਪੰਜਾਬ ਦਾ ਨੁਕਸਾਨ ਕੋਈ ਨਹੀਂ ਪਰ ਫਾਇਦਾ ਹੈਗਾ, ਸ਼ਲਾਘਾ ਵੀ ਕਰਦਿਆ ਕਰੋ। ਨਹੀਂ ਚਾਹੀਦੀ ਆ। ਦੇਖੋ ਕਾਰਨ ਹੈ ਵੀ ਉਹ ਚੀਜ਼ਾਂ ਨੇ ਜਿਹੜੀਆਂ ਵੇਖਣ ਨੂੰ ਬੜੀਆਂ ਨਿੱਕੀਆਂ ਤੇ ਨਗੂਣੀਆਂ ਲੱਗਦੀਆਂ ਜੀ, ਪਰ ਕੋਈ ਬੰਦਾ RTI ਪਾ ਕੇ ਵੇਖ ਲਵੇ ਵੀ 5 ਸਾਲਾਂ 'ਚ ਗੁਲਦਸਤਿਆਂ ਦੇ ਕਿੰਨੇ ਪੈਸੇ ਲੱਗੇ ਬਈ, ਤੇ ਉਹ ਵੀ ਨਾਲ ਤੁਸੀਂ ਹਿਸਾਬ ਲਾ ਲਓ ਵੀ ਜਿੰਨੇ ਲੱਖ ਕਰੋੜ ਬਾਅਦ ਨਿਕਲ ਆਉਣਾ ਹੁੰਦਾ ਜੀ, ਉਹਨੇ ਸਕਿੰਟ ਨਹੀਂ ਉਹਦਾ ਕੰਮ ਹੁੰਦਾ। ਆਪਾਂ ਕਈ ਵਾਰਾਂ ਦੇਖਦੇ ਹਾਂ ਵੀ ਇੱਧਰੋਂ ਬੰਦਾ ਵਿਚਾਰਾ ਉਹ ਅੱਧਾ ਪੌਣਾ ਘੰਟਾ ਹੋ ਗਿਆ ਹੁੰਦਾ ਉਹਨੂੰ ਖਲੋਤੇ ਨੂੰ ਵੀ ਹਾਂਜੀ ਸਾਹਿਬ ਨੇ ਆਉਣਾ, ਮੈਂ ਫਟਾਫਟ ਗੁਲਦਸਤਾ ਪੇਸ਼ ਕਰਨਾ। ਉਧਰੋਂ ਜਦੋਂ ਗੁਲਦਸਤਾ ਜੇ ਪੇਸ਼ ਕੀਤਾ ਜਾਂਦਾ, ਜਿਹਨੂੰ ਗੁਲਦਸਤਾ ਪੇਸ਼ ਕੀਤਾ ਜਾਂਦਾ ਨਾ ਤੇ ਉਹ ਗੁਲਦਸਤੇ ਵਾਲ ਵੇਂਦਾ ਨਾ ਫੜਾਉਣ ਵਾਲਾ ਵੇਂਦਾ, ਉਹ ਦੋਵਾਂ ਦਾ ਧਿਆਨ ਆਪਸ 'ਚ ਐਂ ਹੁੰਦਾ, ਇਹਨੇ ਜਿਹਨੂੰ ਇੱਕ ਫੋਟੋ ਵਾਲੇ ਪਾਸੇ ਹੁੰਦਾ ਤੇ ਜਿਹਨੂੰ ਗੁਲਦਸਤਾ ਫੜਾਇਆ ਹੁੰਦਾ ਉਹਨੂੰ ਨਹੀਂ ਪਤਾ ਵੀ ਮਗਰੋਂ ਕਿੰਨੇ ਧਰੂ ਕੇ ਮੁੜ ਕੇ ਲਾਂਭੇ ਕਰ ਲਈ। ਅਗਲਿਆਂ ਦੀ ਵੀ ਡਿਊਟੀ ਆ ਵੀ ਯਾਰ ਸਾਹਿਬ ਨੂੰ ਹੁਣ ਵਿਹਲਾ ਕਰਨਾ, ਸਾਹਿਬ ਥੋੜ੍ਹਾ ਫੁੱਲ ਚੁੱਕੀ ਫਿਰਨਗੇ। ਪਰ ਗੱਲ ਇਹ ਆ ਵੀ ਉਹ ਆਪਾਂ ਉਸ ਬੇਲੋੜੇ ਕੰਮ 'ਚ ਪੈਣਾ ਹੀ ਗੱਲ ਹੀ ਆ ਵੀ ਜਿਹੜਾ ਇਹ ਤਾਂ ਹੈ ਨਹੀਂ ਗਾ ਵੀ ਉਹ ਕਿਤੇ ਪੱਲਿਓ ਲੈ ਗਿਆ, ਆਫਟਰ ਆਲ ਤੇ ਕਿਤੇ ਨਾ ਕਿਤੇ ਖਜ਼ਾਨੇ 'ਚ ਹੀ ਬੋਲਣਾ, ਤੇ ਖਜ਼ਾਨਾ ਲੋਕਾਂ ਦਾ।
ਦੇਖੋ ਮੈਨੂੰ ਨਾ ਅੱਜ ਇੱਕ ਗੱਲ ਚੇਤੇ ਆਈ ਹੈ, ਹੋ ਸਕਦਾ ਕਿ ਆਪਣੇ ਪ੍ਰਾਈਮ ਏਸ਼ੀਆ ਟੀਵੀ ਦੇ ਬਹੁਤ ਸਾਰੇ ਪਰਿਵਾਰ ਦੇ ਮੈਂਬਰਾਂ ਨੇ ਉਹ ਗੱਲ ਮਹਿਸੂਸ ਕੀਤੀ ਹੋਵੇ ਜਾਂ ਉਹਨਾਂ ਦੇ ਨਾਲ ਹੰਡੀ ਹੰਡਾਈ ਹੋਵੇ। ਪਿੰਡਾਂ ਦੇ ਵਿੱਚ ਟੂਰਨਾਮੈਂਟ ਹੋਵੇ, ਸਕੂਲਾਂ ਕਾਲਜਾਂ ਦੇ ਵਿੱਚ ਸਮਾਗਮ ਹੋਵੇ, ਕੋਈ ਪਿੰਡ ਦਾ ਸਮਾਗਮ ਹੈ, ਕੁਝ ਵੀ ਹੈ, ਉੱਥੇ ਕਈ ਵਾਰੀ ਹੁੰਦਾ ਕਿ ਗੁਲਦਸਤੇ 3 4 5 ਜਾਂ 6 ਲੈ ਆਉਂਦੇ ਆ ਮੂਹਰੇ, ਦੇਖਿਆ ਯਾਰ ਮੰਤਰੀ ਸਾਹਿਬ ਨਾਲ ਬੰਦੇ 10 ਆ ਗਏ, ਉੱਥੇ ਫਿਰ ਆਪੇ ਹੀ ਹਿਸਾਬ ਲਾ ਲੈਣਾ, ਤੂੰ ਭਾਈ ਪਹਿਲਾਂ ਮੰਤਰੀ ਸਾਹਿਬ ਨੂੰ ਦੇਣਾ ਗੁਲਦਸਤਾ, ਤੂੰ ਉਹਨੂੰ ਦੇਣਾ, ਉਦੋਂ ਤੱਕ ਤੁਸੀਂ ਆਪ ਹੀ ਫੜ ਕੇ ਨਾ ਲਿਆਓ ਜੀ ਪਿੱਛੇ ਰੱਖ ਲੈਨੇ ਆ, ਤੇ ਜਿਹੜੇ 2 ਘਟਦੇ ਉਹੀ ਘੁਮਾ ਕੇ ਲਿਆ ਕੇ ਇੱਧਰ ਦੀ ਫੇਰ ਦੇ ਦੇਣੇ ਆ। ਅਕਸਰ ਹੁੰਦਾ ਨਹੀਂ ਹੋ ਜਾਂਦੀ ਗੱਲ, ਪਰ ਮੈਂ ਉਹੀ ਕਹਿਣਾ ਵੀ ਇਹਨਾਂ ਚੀਜ਼ਾਂ ਦੀ ਲੋੜ ਹੈ ਨਹੀਂ, ਇਹਦੇ ਤੋਂ ਬਚਣ ਦੀ ਲੋੜ ਆ। ਅੱਛਾ ਦੂਜੀ ਜਿਹੜੀ ਗੱਲ ਹੈ, ਜੇ ਮੈਂ ਬੜਾ ਹੈਰਾਨ ਸੀ ਵੀ ਰੌਲਾ ਪਿਆ ਨਹੀਂ ਕੁਲਦੀਪ ਸਿੰਘ ਧਾਲੀਵਾਲ ਹੋਣੀ ਜੀ, ਕਿਉਂਕਿ ਉਹਨਾਂ ਕੋਲੇ ਜਿਹੜਾ ਮਹਿਕਮਾ ਉਹਦੇ ਹਿਸਾਬ ਨਾਲ ਗੁਜਰਾਤ ਤੁਰੇ ਫਿਰਦੇ ਸੀ ਉਹ। ਅੱਛਾ, ਗੁਜਰਾਤ ਗਏ ਉੱਥੇ, ਕਿਉਂਕਿ ਅਮੂਲ ਹੈ ਤਾਂ ਉਹ ਵੀ ਉੱਥੋਂ ਦੀ ਕਾਰਪੋਰੇਟ ਹੈਗੀ ਆ, ਕੋਆਪਰੇਟਿਵ ਹੈ। ਦੇਖੋ ਵੱਡੇ ਬੰਦੇ ਹੋ ਤੁਸੀਂ, ਉਹਨੇ ਨੇ ਤੁਹਾਨੂੰ ਤਾਂ ਸਾਡੀ ਕੋਆਪਰੇਟਿਵ ਸੰਸਥਾ ਦਾ ਨਾਂ ਲੈਣਾ ਵੀ ਔਖਾ ਲੱਗਦਾ ਹੀ। ਨਹੀਂ ਇਦਾਂ ਦੀ ਗੱਲ ਨਹੀਂ, ਇਹਦਾ 1.5 ਸਾਲ ਅਸੀਂ ਨਾਰੇ ਮਾਰਦੇ ਰਹੇ ਕਾਰਪੋਰੇਟ ਇਸ ਕਰਕੇ ਕਾਰਪੋਰੇਟ ਫਸ ਗਿਆ ਕਿਤੇ। ਕੋਆਪਰੇਟਿਵ ਹੈ ਨਾ ਜਿਹੜਾ ਸਿਸਟਮ ਆ, ਆਮ ਤੌਰ ਤੇ ਆਪਾਂ ਇੱਥੇ ਵੀ ਦੇਖਦੇ ਹਾਂ ਵੀ ਹੁਣ ਵੇਰਕਾ ਹੋ ਗਿਆ ਹੈ ਨਾ ਦੁੱਧ ਦਾ ਕਰਕੇ, ਫਿਰ ਅਮੂਲ ਕਹਿੰਦੇ ਜੀ ਉਹਨੇ ਪੰਜਾਬ ਦੇ ਵਿੱਚ ਐਂਟਰੀ ਮਾਰ ਲਈ, ਫਿਰ ਕਹਿੰਦੇ ਜੀ ਬੜਾ ਫਰਕ ਪੈ ਗਿਆ। ਹੁਣ ਇੱਕ ਚੀਜ਼ ਤੇ ਇਹ ਦੇਖੀ ਜਾ ਸਕਦੀ ਸੀ ਵੀ ਨਾ ਅਸੀਂ ਕਿਉਂ ਜਾਈਏ ਗੁਜਰਾਤ ਬਈ, ਸਾਨੂੰ ਕੀ ਲੋੜ ਪਈ ਹੈ। ਪਰ ਇਹ ਮੈਂ ਤਾਂ ਗੱਲ ਕਰਨ ਲੱਗਾ ਜਿਹੜੀ ਪਿਛਲੇ ਦਿਨੀ ਭਗਵੰਤ ਮਾਨ ਹੋਰਾਂ ਨੇ ਗੱਲ ਕਹੀ ਸੀ ਵੀ ਯਾਰ ਜਿੱਥੋਂ ਸਾਨੂੰ ਜਿਹੜੀ ਚੀਜ਼ ਲੱਭੀ ਅਸੀਂ ਲੈਣ ਜਾਵਾਂਗੇ, ਜ਼ਰੂਰੀ ਹੈ। ਹੁਣ ਜੇ ਉਹ ਗੁਜਰਾਤ ਜਾਂਦੇ ਨੇ, ਗੁਜਰਾਤ ਦੇ ਵਿੱਚ ਉਹ ਕਹਿੰਦੇ ਵੀ ਸਾਰੇ ਪਲਾਂਟ ਦੇਖੇ ਉਹਨਾਂ ਨੇ ਵੀ ਕਿੱਥੇ ਦੁੱਧ ਬਣਦਾ, ਕਿੱਥੇ ਉਹਦੇ ਦੁੱਧ ਤੋਂ ਗਾਂ ਪ੍ਰੋਡਕਟ ਬਣਦੇ, ਕਿੱਥੇ ਚੌਕਲੇਟਾਂ ਬਣਦੀਆਂ, ਕਿੱਥੇ ਆਈਸਕ੍ਰੀਮ ਬਣਦੀ, ਯਾਨੀ ਕਿ ਉਹ ਪ੍ਰੋਡਕਟ ਹੁਣ ਆਪਾਂ ਵੀ ਦੇਖਦੇ ਹਾਂ ਟੀਵੀ ਦੇ ਉੱਪਰ ਬੜਾ ਵਧੀਆ ਦਿਖਾਇਆ ਜਾਂਦਾ ਵੀ ਹਾਂ ਵੀ ਅਮੂਲ ਕੀ ਇਹ ਚੌਕਲੇਟ, ਅਮੂਲ ਕੀ ਇਹ ਆਈਸਕ੍ਰੀਮ। ਬੰਦੇ ਨੂੰ ਲੱਗਦਾ ਪਤਾ ਨਹੀਂ ਯਾਰ ਇਹ ਕਿਹੜੀ ਕੰਪਨੀ ਹੋਣੀ ਹੈ, ਪਤਾ ਨਹੀਂ ਕਿਹੜੀ ਇਹ ਏਜੰਸੀ ਚਲਾਉਂਦੀ ਹੋਣੀ, ਪਰ ਹੈ ਉਹ ਕੋਆਪਰੇਟਿਵ ਅਦਾਰਾ ਜੀ। ਵੀ ਜੇ ਇੱਕ ਸਟੇਟ ਦਾ ਕੋਆਪਰੇਟਿਵ ਅਦਾਰਾ ਇੱਥੋਂ ਤੱਕ ਪਹੁੰਚ ਸਕਦਾ ਤੇ ਫਿਰ ਪੰਜਾਬ ਦਾ ਅਦਾਰਾ ਕਿਉਂ ਨਹੀਂ ਪਹੁੰਚ ਸਕਦਾ। ਹੁਣ ਕਹਿੰਦੇ ਆ ਵੀ ਉੱਥੋਂ ਸਾਰਾ ਕੁਝ ਉਹਨਾਂ ਨੇ ਦੇਖਿਆ, ਉਸ ਤੋਂ ਬਾਅਦ ਫਿਰ ਜਿਹੜੀਆਂ ਨੈਸ਼ਨਲ ਏਜੰਸੀਆਂ ਨੇ ਉਹਨਾਂ ਸਾਰਿਆਂ ਦਾ ਸਾਥ ਲੈ ਕੇ ਤੇ ਪੰਜਾਬ ਦੇ ਵਿੱਚ ਕੋਈ 12-13 ਇਸ ਤਰ੍ਹਾਂ ਦੇ ਜਿਹੜੇ ਪਲਾਂਟ ਆ ਉਹ ਹੁਣ ਲਾਉਣ ਦੀ ਯੋਜਨਾ ਹੈਗੀ ਆ ਵਾਹਵਾ ਸਾਰੇ ਕਰੋੜ ਦੇ ਨਾਲ, ਤਾਂ ਜੋ ਜਿਹੜਾ ਪੰਜਾਬ ਹੈ ਉਹਦੇ ਵਿੱਚ ਜਿਹੜਾ ਆਪਾਂ ਨੂੰ ਇਹ ਲੱਗਦਾ ਸੀ ਵੀ ਯਾਰ ਦੁੱਧ ਤਾਂ ਇਕੱਲਾ ਦੁੱਧ ਹੀ ਆ, ਜੇ ਕਿਸੇ ਨੇ ਖਰੀਦ ਲਿਆ ਨਹੀਂ ਤੇ ਨਾ ਸਹੀ। ਕਿਸੇ ਵੇਲੇ ਬੰਦਾ ਇਹ ਵੀ ਕਹਿੰਦਾ ਵੀ ਯਾਰ ਜਿਹਨੇ ਤਾਂ ਡੰਗਰ ਰੱਖੇ ਜਿਹਦਾ ਤੇ ਸਹੀ ਵਾਲਾ ਦੁੱਧ ਆ ਉਹਦਾ ਵਿਕਦਾ ਨਹੀਂ ਆ, ਤੇ ਜਿਹੜਾ ਕਹਿੰਦਾ ਵੀ ਕੋਈ ਗੱਲ ਨਹੀਂ ਤੂੰ ਗੱਲ ਕਰ ਕਿੰਨਾ ਚਾਹੀਦਾ ਉਹ ਸਵੇਰੇ ਹੀ ਪੇਸ਼ ਕਰ ਦਿੰਦਾ, ਉਹ ਵੀ ਘੱਟੋ ਘੱਟ ਲੋਕਾਂ ਨੂੰ ਆਸਰਾ ਹੋਊਗਾ। ਸੰਧਾਲੀਆ ਸਾਹਿਬ ਦੇਖੋ ਇੱਕ ਗੱਲ ਤਾਂ ਪੱਕੀ ਹੈ ਕਿ ਸਰਕਾਰ ਉਦਮ ਕਰੇ ਥੋੜਾ ਜਿਹਾ। ਇੱਕ ਤਾਂ ਜਿਹੜਾ 2 ਨੰਬਰ ਦੇ ਵਿੱਚ ਦੁੱਧ ਕਿਉਂਕਿ ਕੈਮੀਕਲ ਪਾ ਕੇ ਬਣਾਈ ਜਾਂਦੇ, ਰੋਜ਼ ਖਬਰਾਂ ਆਉਂਦੀਆਂ, ਉਹਦੇ ਨਾਲ ਪੰਜਾਬ ਦੇ ਲੋਕਾਂ ਦਾ ਨੁਕਸਾਨ ਹੈ। ਦੂਸਰਾ, ਜੇ ਕਿਤੇ ਵੇਰਕਾ ਵਾਂਗੂ ਕੰਮ ਵੇਰਕਾ ਦਾ ਅੱਗੇ ਵਧਾ ਦੇਣ, ਹੋਰ ਬਣਾਉਣੇ ਆ, ਪੰਜਾਬ ਸਰਕਾਰ ਹੋਰ ਬਣਾ ਦੇਵੇ, ਆਮ ਲੋਕਾਂ ਨੂੰ ਕਹਿੰਦਾ ਸਹਾਇਕ ਖੇਤੀਬਾੜੀ ਦੇ ਧੰਦੇ ਬਹੁਤ ਜ਼ਰੂਰੀ ਆ, ਕਿਸਾਨ ਥੱਲੇ ਡਿੱਗਿਆ। ਅੱਗੇ ਆਪਾਂ ਸਾਰਿਆਂ ਨੂੰ ਪਤਾ ਕਿ ਪਿੰਡਾਂ ਦੇ ਵਿੱਚ 1-1 2-2 ਦੁਧਾਰੂ ਪਸ਼ੂ ਜਿਹੜੇ ਆ, 2 ਮੱਝਾਂ ਜਾਂ ਗਾਵਾਂ, ਉਹ ਜ਼ਰੂਰ ਹੁੰਦੀਆਂ ਸੀ ਘਰਾਂ 'ਚ। ਲੋਕਾਂ ਨੇ ਕੁਛ ਘਰ ਵਰਤਣ ਜੋਗਾ ਰੱਖ ਲੈਣਾ, ਥੋੜਾ ਦਹੀਂ ਵੀ ਜਮਾ ਲੈਣਾ, ਚਾਹ ਲਈ ਵੀ ਰੱਖ ਲੈਣਾ, ਜੇ ਕੋਈ ਨਿਆਣਾ ਦੁੱਧ ਦਾ ਸ਼ੌਕੀਨ ਆ ਤਾਂ ਗਲਾਸ ਇੱਕ ਸ਼ਾਮ ਨੂੰ ਦੁੱਧ ਪੀਣ ਨੂੰ ਵੀ ਦੇ ਦੇਣਾ, ਤੇ ਉਹ ਡੇਅਰੀ 'ਚ ਵੀ ਪਾ ਦੇਣਾ, ਵੇਚ ਵੀ ਦੇਣਾ। 2 ਗੜਵੀਆਂ ਵੇਚਤੀਆਂ, 3 ਵੇਚਤੀਆਂ, ਗੁਜ਼ਾਰਾ ਚੱਲ ਜਾਂਦਾ ਸੀ। ਆਮ ਹੀ ਤੁਸੀਂ ਪੁੱਛੋ ਉਹ ਜੀ ਫਿਰ ਹਫ਼ਤੇ ਬਾਅਦ ਜਾਂ 15 ਦਿਨ ਪੈਸੇ ਆ ਜਾਂਦੇ, ਉਹਦੇ ਨਾਲ ਆਈ ਚਲਾਈ ਚੱਲੀ ਰਹਿੰਦੀ ਹੈ। ਉਹ ਕਈ ਵਾਰੀ ਜਿਹੜਾ ਡੇਅਰੀ ਵਾਲਾ ਹੁੰਦਾ ਉਹ ਤੋਂ ਪਹਿਲਾਂ ਵੀ ਪੈਸੇ ਫੜ ਲੈਣੇ ਕਿ ਕੋਈ ਗੱਲ ਨਹੀਂ ਜੀ, ਉਹਨੇ ਕਹਿਣਾ ਮੈਂ ਕੱਟ ਲਊਂਗਾ, ਉਹਨੂੰ ਵੀ ਪਤਾ ਵੀ ਪੈਸੇ ਇਹਨਾਂ ਦੇ ਆ ਜਾਣੇ ਆ। ਹੁਣ ਸੰਧਾਲੀਆ ਸਾਹਿਬ, ਇੱਕ ਤਾਂ ਜੇ ਜਿਹੜੇ ਸਾਡੇ ਪਸ਼ੂਆਂ ਦੇ ਡਾਕਟਰ ਨੇ, ਜਿਹੜੇ ਪਸ਼ੂਆਂ ਦੀ ਸੇਵਾ ਸੰਭਾਲ ਕਰਦੇ ਆ, ਬਹੁਤ ਜ਼ਰੂਰੀ ਇੰਪੋਰਟੈਂਟ ਰੋਲ ਉਹਨਾਂ ਦਾ, ਉਹਨਾਂ ਦੀ ਗਿਣਤੀ ਥੋੜ੍ਹੀ ਹੈ ਸਰਕਾਰੀ ਖਾਸ ਤੌਰ ਦੇ ਉੱਤੇ, ਉਹਨਾਂ ਦੀ ਗਿਣਤੀ ਵਧਾਓ। ਜੇ ਤੁਸੀਂ ਕਹਿੰਦੇ ਹੋ ਨਾ ਕਿ ਭਾਈ ਦੁਧਾਰੂ ਪਸ਼ੂਆਂ ਦਾ ਕੰਮ ਸ਼ੁਰੂ ਕਰੋ, ਆਪਾਂ ਨੂੰ ਪਤਾ ਕਿ 1.5 2-2 ਲੱਖ ਦੀ ਇੱਕ ਮੱਝ ਹੈ, ਤੇ ਉਹਨਾਂ ਦੀ ਦਵਾਈ ਦਾਰੂ ਵੀ ਬੜੀ ਮਹਿੰਗੀ ਹੈ। ਡਾਕਟਰ ਸਾਹਿਬ ਨੂੰ ਲਿਆਉਣਾ, ਜੇ ਪ੍ਰਾਈਵੇਟ ਲਿਆਉਣਾ ਤਾਂ ਪੈਸੇ ਬੜੇ ਲੱਗਦੇ ਆ। ਵੇਲੇ ਸੇ ਡਾਕਟਰ ਸਾਹਿਬ ਨਾ ਆਉਣ, ਇੱਕ ਮੱਝ ਨੂੰ ਕੁਛ ਹੋ ਜਵੇ, ਅਗਲਿਆਂ ਦਾ ਵਿੱਤੀ ਤੌਰ ਤੇ ਭੱਠਾ ਬਹਿ ਜਾਂਦਾ। ਜੇ ਪਸ਼ੂਆਂ ਦੀ ਸਿਹਤ ਸੇਵਾ ਦਾ ਪ੍ਰਬੰਧ ਨੇੜੇ ਹੋ ਜਵੇ ਤੇ ਫਿਰ ਆਮ ਲੋਕਾਂ ਨੂੰ ਇਨਕਰੇਜ ਕਰੋ ਕਿ ਭਾਈ ਤੁਸੀਂ ਦੁੱਧ ਵੇਚੋ, ਅਸੀਂ ਖਰੀਦਾਂਗੇ, ਘਬਰਾਉਣਾ ਕੋਈ ਨਹੀਂ, ਭਾਵੇਂ ਭਾਅ 2 ਰੁਪਏ ਵੱਧ ਖਰੀਦਾਂਗੇ। ਮੇਰੇ ਇੱਕ ਮਿੱਤਰ ਦੇ ਫਾਦਰ ਸਾਹਿਬ ਵੇਰਕਾ ਮਿਲਕ ਪਲਾਂਟ ਜਲੰਧਰ ਲੱਗੇ ਹੁੰਦੇ ਸੀ, ਉਹਨਾਂ ਨੇ ਕਿਹਾ ਜੀ ਮੈਂ ਸੇਵਾ ਮੁਕਤ ਹੋ ਜਾਣਾ, ਤੁਸੀਂ ਦੇਖਣਾ ਤਾਂ ਆ ਜਾਓ। ਅਸੀਂ ਚਲੇ ਗਏ, ਉਦੋਂ ਪੜ੍ਹਦੇ ਹੁੰਦੇ ਸੀ। ਫਿਰ ਉਹਨਾਂ ਨੇ ਸਾਰਾ ਦਿਖਾਇਆ ਜੀ, ਬੜਾ ਵਧੀਆ ਸਾਫ਼ ਸੁਥਰੇ ਢੰਗ ਨਾਲ ਲੱਸੀ ਪੈਕ ਹੋ ਰਹੀ ਹੈ, ਦੁੱਧ ਪੈਕ ਹੋ ਰਿਹਾ, ਸਾਰਾ ਕੁਝ ਇੱਥੇ ਪੰਜੀਰੀ ਬਣ ਰਹੀ ਹੈ ਜੀ। ਫਿਰ ਉਹਨੂੰ ਦੇਖੇ ਕਿ ਇੱਕ ਵੱਡੇ ਸਾਰੇ ਹਾਲ ਦੇ ਵਿੱਚ ਨਾ ਵੱਡੇ ਸਾਰੇ ਇੱਦਾਂ ਸਾਇਲੈਂਸਰ ਜਿਹਾ ਲੱਗੇ ਹੋ, ਇਹ ਕੀ ਹੈ ਜੀ? ਉਹ ਕਹਿੰਦੇ ਜੀ ਇੱਥੇ ਸੁੱਕਾ ਦੁੱਧ ਬਣਦਾ, ਦੁੱਧ ਵਾਲਾ ਪਾਊਡਰ, ਇਹ ਬੰਦ ਪਿਆ। ਉਹ ਕਹਿੰਦੇ ਜੀ ਇਹ ਜੇ ਇੱਕ ਵਾਰੀ ਚਲਾਉਣੇ ਆ ਤੇ ਇਹਦਾ ਖਰਚਾ ਤਾਂ ਪੂਰਾ ਹੁੰਦਾ ਜੇ ਘੱਟੋ ਘੱਟ ਇੰਨੇ 1000 ਲੀਟਰ ਦੁੱਧ ਇਹਦੇ ਵਿੱਚ ਹੋਵੇ। ਜੇ ਉਹਦੇ ਤੋਂ ਥੋੜਾ ਦੁੱਧ ਪਾ ਕੇ ਚਲਾਉਣੇ ਆ ਤਾਂ ਖਰਚਾ ਵੀ ਨਹੀਂ ਪੂਰਾ ਹੁੰਦਾ ਤੇ ਦੁੱਧ ਪੰਜਾਬ 'ਚ ਇੰਨਾ ਆਉਂਦਾ ਨਹੀਂ। ਯਾਨੀ ਹੋ ਸਕਦਾ ਕਈ ਵਾਰੀ ਉਹ ਚੱਲਦਾ ਹੋਵੇ, ਉਦੋਂ ਬੰਦ ਸੀ। ਮੇਰੇ ਉਦੋਂ ਵੀ ਮਨ ਦੇ ਵਿੱਚ ਆਇਆ ਕਿ ਯਾਰ ਆਪਣੇ ਖੇਤ ਆਪਣੇ ਕੋਲ, ਪੱਠੇ ਆਪਣੇ ਕੋਲ, ਲੋਕ ਕੰਮ ਕਰਨਾ ਚਾਹੁੰਦੇ ਆ ਤਾਂ ਘਾਟ ਕਿੱਥੇ ਹੈ? ਹੁਣ ਲੋਕ ਦੁੱਧ, ਦਹੀਂ ਤਾਂ ਆਪਾਂ ਖਾਣਾ ਹੀ ਹੈ, ਦੁੱਧ ਆਪਾਂ ਪੀਣਾ ਹੀ ਹੈ, ਲੱਸੀ ਹੁਣ ਗਰਮੀਆਂ ਨੂੰ ਠੋਕ ਵਜਾ ਕੇ ਨਮਕੀਨ ਵਾਲੀ ਵੀ ਤਾਂ ਮਿੱਠੇ ਵਾਲੀ ਵੀ ਚੱਲਦੀ ਹੈ।
ਜੇ ਲੋਕਾਂ ਨੂੰ ਆ ਬੇਸਿਕ ਜਿਹੀਆਂ ਫੈਸਿਲਿਟੀਆਂ ਦੇ ਦਿੱਤੀਆਂ ਜਾਣ, ਲੋਕਾਂ ਦਾ ਰਿਸਕ ਘਟ ਜਾਵੇ, ਇੰਸ਼ੋਰੈਂਸ ਸਿਸਟਮ ਜਿਹਾ ਕਿਤੇ ਚਲਾ ਦੇਵੇ, ਰੁਜ਼ਗਾਰ ਵੀ ਹੋ ਜੂ, ਲੋਕਾਂ ਦੀ ਸਿਹਤ ਵੀ ਠੀਕ ਰਹੂ, ਪੰਜਾਬ ਸਰਕਾਰ ਨੂੰ 4 ਪੈਸੇ ਵੀ ਬਚਣਗੇ। ਇੱਥੇ ਇੱਕ ਗੱਲ ਧਿਆਨ ਮੰਗਦੀ ਹੈ, ਮੈਂ ਨਾ ਚਲੋ ਜੇ ਇਹ ਗੱਲ ਵੀ ਕੋਈ ਪਹੁੰਚਦੀ ਮੰਤਰੀ ਸਾਹਿਬ ਤੱਕ ਚਲੇ ਜੇ ਜੀ ਵੀ ਪੰਜਾਬ 'ਚ ਹੀ ਸੁੱਕਾ ਦੁੱਧ ਬਣਾਉਣ ਵਾਲੇ ਪਲਾਂਟ ਵੀ ਹੈਗੇ ਆ, ਜੀ ਪ੍ਰਾਈਵੇਟ ਵੀ ਹੈਗੇ ਆ, ਉਹਨਾਂ ਨੂੰ ਦੁੱਧ ਮਿਲ ਜਾਂਦਾ, ਸਰਕਾਰੀ ਪਲਾਂਟ ਤੱਕ ਦੁੱਧ ਨਹੀਂ ਆਉਂਦਾ। ਕੀ ਗੱਲ ਵੀ ਮਤਲਬ ਦੁੱਧ ਨੂੰ ਆਪ ਹੁੰਦਾ ਵੀ ਮੈਂ ਟਿਕਟ ਨਹੀਂ ਲੈਣੀ ਸਰਕਾਰ ਵਾਲੀ। ਇਹ ਜ਼ਰੂਰ ਚੈੱਕ ਕਰਨ ਦੀ ਲੋੜ ਆ ਵੀ ਜਿੱਥੇ ਕਿਤੇ ਵੀ ਭਾਵੇਂ ਉਹ ਸਰਕਾਰੀ ਬੱਸਾਂ ਹੋਣ, ਭਾਵੇਂ ਇੱਕ ਸਰਕਾਰੀ ਕੋਈ ਵੀ ਕੰਮ ਕਾਰੋਬਾਰ ਆ ਜਿਹਦਾ ਪਤਾ ਵੀ ਯਾਰ ਇਹਦਾ ਪੈਸਾ ਸਿੱਧਾ ਖਜ਼ਾਨੇ 'ਚ ਆਉਣਾ, ਉਹ ਕੰਮ, ਉਹ ਕਾਰੋਬਾਰ, ਉਹ ਧੰਦੇ, ਉਹ ਫੈਕਟਰੀਆਂ, ਉਹ ਪ੍ਰੋਜੈਕਟ, ਉਹ ਅਚਾਨਕ ਇਦਾਂ ਬੰਦ ਕਿਉਂ ਲੱਗ ਪੈਂਦੇ ਆ ਜੀ ਵੀ ਕਿਤੇ ਨਾ ਕਿਤੇ, ਕਿਉਂਕਿ ਹੁਕਮ ਤੇ ਆਉਣੇ ਹੁੰਦੇ ਉੱਤੋਂ ਹੀ। ਇਹ ਤੇ ਗੱਲ ਹੈਗੀ ਹੁਣ ਜਿਹੜੇ ਥੱਲੇ ਵਿਚਾਰਾ ਮੁਲਾਜ਼ਮ ਇਹ ਤਾਂ ਨਹੀਂਗਾ ਵੀ ਨਹੀਂ ਯਾਰ ਅੱਜ ਮੈਂ ਨਹੀਂ ਚਲਾਉਂਦਾ, ਜਾ ਕਿਸੇ ਨੇ ਤੂੰ ਕਿਹਾ ਵੀ ਵੀਰ ਅੱਜ ਤੂੰ ਫਿਰ ਰਹਿਣ ਦੀ, ਕਿਉਂਕਿ ਸਾਹਿਬ ਨੇ ਕਿਹਾ। ਉਹ ਸਾਹਿਬ ਕਿਹੜੇ ਨੇ ਕਿਹਾ ਜਾਂ ਕਿੱਦਾਂ ਨਹੀਂ ਕਿਹਾ, ਉਹਦੀ ਵੀ ਜ਼ਰੂਰ ਕਿਤੇ ਨਾ ਕਿਤੇ ਜਾਂਚ ਹੋ ਜਾਣੀ ਚਾਹੀਦੀ, ਕਿਉਂਕਿ ਇਹ ਜ਼ਰੂਰ ਪਿਛਲੇ ਸਮੇਂ 'ਚ ਗੱਲਾਂ ਆਉਂਦੀਆਂ ਚਲਾਉਂਦੇ ਹੁੰਦੇ ਸੀ ਵੀ ਹਾਂਜੀ ਜੇ ਮਹਾਰਾਜ ਇੱਕ ਕੰਮ ਚਲਾਉਣਾ ਹੈ ਉਹ ਚੱਲੇਗਾ ਤਾਂ ਜੇ ਦੂਜਾ ਥੋੜ੍ਹਾ ਜਿਹਾ ਪਿੱਛੇ ਹੋਏਗਾ ਤੇ ਉਹ ਜਿਹੜਾ ਪਿੱਛੇ ਹੋ ਜਾਂਦਾ ਜਾਂ ਪਿੱਛੇ ਕਰ ਦਿੱਤਾ ਜਾਂਦਾ, ਇਹਦੀ ਵੀ ਕਿਤੇ ਨਾ ਕਿਤੇ ਜਾਂਚ ਹੋਣੀ ਚਾਹੀਦੀ ਹੈ। ਨਹੀਂ ਜ਼ਰੂਰੀ ਹੈ ਸੰਧਾਲੀਆ ਸਾਹਿਬ। ਮੈਂ ਤੁਹਾਨੂੰ ਦੱਸਦਾ, ਮੇਰਾ ਖਿਆਲ 2002 ਦੇ ਵਿੱਚ ਮੈਂ ਯੂਨੀਵਰਸਿਟੀ ਐਡਮਿਸ਼ਨ ਲਿਆ। ਘਰ ਇੱਕ ਅੱਧਾ ਪਸ਼ੂ ਰੱਖਿਆ ਹੁੰਦਾ ਸੀ, ਦੁੱਧ ਦਾ ਸਰ ਜਾਂਦਾ ਸੀ, ਜਾਂਢੀਆਂ ਗੁਆਂਢੀਆਂ ਤਾਏ ਚਾਚੇ ਤੋਂ ਚੱਲ ਜਾਂਦਾ ਸੀ, ਲੋੜ ਹੀ ਨਹੀਂ ਸੀ ਬਾਜ਼ਾਰੋਂ ਖਰੀਦਣ ਦੀ। ਪੈਕਟ ਵਾਲੇ ਦੁੱਧ ਦਾ ਨਾਂ ਨਿਸ਼ਾਨ ਨਹੀਂ ਹੁੰਦਾ ਸੀ ਘਰੇ ਕਦੇ। ਉੱਥੇ ਗਏ ਤੇ ਉਹ ਜਿਹੜੇ ਨਾਲ ਦੇ ਸੀਗੇ, ਕਿਉਂਕਿ ਡਿਪਾਰਟਮੈਂਟ ਹਿੰਦੀ ਹੋਇਆ ਵੀ ਹਾਂ ਵੇਰਕਾ ਕਾ ਸਟਾਲ ਲਗਾ ਹੋਇਆ ਬੂਥ ਯੂਨੀਵਰਸਿਟੀ ਦੇ ਅੰਦਰ, ਜਿਹੜੀ ਯੂਨੀਵਰਸਿਟੀ ਦੀ ਮਾਰਕੀਟ ਆ ਉੱਥੇ ਉਹਨਾਂ ਦਾ ਇੱਕ ਵੇਰਕਾ ਵਾਲਿਆਂ ਦਾ ਬੂਥ, ਤੇ ਬੜੇ ਖੁਸ਼ ਹੋ ਗਏ। ਉਹਨਾਂ ਨੂੰ ਉੱਥੋਂ ਪਤਾ ਲੱਗਿਆ ਵੇਰਕਾ ਵਾਲੇ ਪਿੰਨੀ ਵੀ ਬਣਾਉਂਦੇ ਆ, ਵੇਰਕਾ ਵਾਲਿਆਂ ਦੀ ਖੀਰ ਵੀ ਪੈਕ ਹੋ ਕੇ ਜਾਂਦੀ ਹੈ, ਵੇਰਕਾ ਵਾਲਿਆਂ ਦਾ ਦਹੀਂ ਜੀ, ਲੱਸੀ 2-3 ਤਰ੍ਹਾਂ ਦੀ, ਉੱਥੇ ਭੀੜ ਲੱਗੀ ਰਹਿਣੀ। ਮੈਂ ਸੋਚਦਾ ਸੀ ਕਿ ਭਾਈ ਕਰੇਜ਼ ਹੈ, ਲੋਕ ਯਕੀਨ ਕਰਦੇ ਆ ਕਿ ਭਾਈ ਆਹ ਚੀਜ਼ ਚੰਗੀ ਹੋਣੀ ਹੈ ਤੇ ਉਹ ਸਵਾਦ ਵੀ ਹੁੰਦੀ ਆ, ਤੇ ਲੋਕ ਉਹ ਜੇ ਜਗ੍ਹਾ ਦੇ ਉੱਤੇ ਖੁੱਲ੍ਹ ਜਾਣ, ਖੁੱਲ੍ਹੇ ਵੀ ਆ, ਸਪਲਾਈ ਵਧੀਆ ਤਰੀਕੇ ਦੇ ਨਾਲ ਹੋਵੇ, ਉਹਦਾ ਰੇਟ ਵੀ ਜੈਨੂਅਨ ਹੋਵੇ, ਤਾਂ ਸਾਰੇ ਪਾਸੇ ਫਾਇਦਾ ਹੀ ਫਾਇਦਾ। ਨਹੀਂ ਪੂਰਾ ਫਾਇਦਾ। ਇੱਕ ਬੇਨਤੀ ਹੋਰ ਕਰ ਦਿੰਦੇ ਆ, ਕਿਸੇ ਦੇ ਦਿਮਾਗ 'ਚ ਆਵੇ ਚਾਹੇ ਨਾ ਆਵੇ। ਆਮ ਤੌਰ ਤੇ ਇਹ ਸੋਚ ਲੈਂਦਾ ਵੀ ਪਿੰਡਾਂ ਵਾਲੇ ਦੁੱਧ ਲੈ ਕੇ ਆਉਂਦੇ, ਪਿੰਡ 'ਚ ਥੋੜਾ ਵੇਰਕਾ ਦੇ ਬੂਥ ਚਾਹੀਦਾ, ਇਹ ਕਈ ਵਾਰ ਸੋਚ ਲਿਆ ਜਾਂਦਾ। ਇਹ ਵੀ ਕਿਤੇ ਨਾ ਕਿਤੇ ਵਹਿਮ ਹੈ। ਤੁਸੀਂ ਇਹ ਵਹਿਮ ਹੀ ਕੱਢ ਕੇ ਵੇਖ ਲਓ ਵੀ ਜਿਹੜੇ ਬੂਥ ਤੋਂ ਆਪਾਂ ਮੰਨ ਲਓ ਕਲੈਕਸ਼ਨ ਸੈਂਟਰ ਜੇ ਹੁੰਦੇ ਨਾ ਵੀ ਫਲਾਣੇ ਥਾਂ ਦੇ ਉੱਪਰੋਂ ਦੁੱਧ ਇਕੱਠਾ ਕਰਨਾ, ਉਹਨਾਂ ਨੂੰ ਪੁੱਛ ਕੇ ਦੇਖ ਲਓ ਵੀ ਵੀਰ ਮੇਰੇ ਕਿ ਛੋਟਾ ਜਿਹਾ ਬੂਥ ਤੈਨੂੰ ਇੱਥੇ ਖੋਲ੍ਹ ਦਈਏ, ਕਿਉਂਕਿ ਅਗਲਾ ਬੰਦਾ ਬੈਠਾ ਤੇ ਆਈ ਹੈ ਦੁੱਧ ਇਕੱਠਾ ਕਰਨ ਲਈ, ਤੇ ਜੇ ਦੁੱਧ ਇਕੱਠਾ ਕਰਨ ਦੇ ਨਾਲ ਅਗਲਾ ਬੰਦਾ ਉਹਦੇ ਬਣੇ ਪ੍ਰੋਡਕਟ ਵੀ ਉੱਥੇ ਰੱਖ ਲਓ ਵੀ ਆਹ ਲਓ ਜੀ ਸਾਡੇ ਕੋਲੇ ਫਲਾਨੀ ਲੱਸੀ ਵੀ ਹੈਗੀ ਆ, ਢੀਂਗੜੀ ਆਈਸਕ੍ਰੀਮ ਵੀ ਹੈਗੀ ਆ, ਪੰਜੀਰੀ ਵੀ ਹੈਗੀ ਆ, ਠੰਡੀ ਖੀਰ ਵੀ ਹੈਗੀ ਆ, ਆਹ 2-4 ਆਈਸਕ੍ਰੀਮਾਂ ਵੀ ਇਹ ਵੱਖਰੀ ਤਰ੍ਹਾਂ ਦੀਆਂ ਰੱਖੀਆਂ, ਕੁਲਫੀ ਵੀ ਆਉਣ ਲੱਗ ਪਈ ਸਾਡੀ। ਜਿਹੜਾ ਬੰਦਾ ਦੁੱਧ ਪਾਉਣ ਆਉਂਦਾ ਕਿ ਉਹਦੇ ਨਾਲ ਜਵਾਕ ਹੁੰਦਾ ਜੀ, ਉਹ ਕਹਿੰਦਾ ਚੱਲ ਬਾਕੀ ਠੀਕ ਆ, ਨਿੱਕਾ ਗਰਮੀ ਬੜੀ ਇਹਨੂੰ ਦੇ ਯਾਰ ਇੱਕ ਕੱਢ ਕੇ ਆਈਸਕ੍ਰੀਮਾਂ ਦਾ ਮੈਂ ਖਾਣੀ, ਕੁਲਫੀ ਖਾਣੀ। ਕੀ ਪਤਾ ਅਗਲੇ ਬੰਦੇ ਦੇ ਦੁੱਧ ਦੇ ਵਿੱਚੋਂ ₹1-2 ਜਿਹੜੇ ਵੱਟ ਕੇ ਤੇ ਉਹਨੂੰ ਜਵਾਕ ਨੂੰ ਕੁਲਫੀ ਮਿਲ ਜਵੇ। ਤੇ ਜਿਹੜਾ ਇਹ ਸੋਚ ਲਿਆ ਜਾਂਦਾ ਵੀ ਯਾਰ ਅਸੀਂ ਪਤਾ ਨਹੀਂ ਵੇਚਾਂਗੇ ਕਿੱਥੇ, ਉਹ ਤੁਹਾਡੀ ਲਾਗਤ ਉਹਦੇ ਵਿੱਚੋਂ ਨਿਕਲਣ ਲੱਗ ਪਈ। ਇਕਾਈ ਚਲਾਈ ਵਾਲਾ ਚੰਤਰ ਹੀ ਆ ਨਾ, ਬਿਲਕੁਲ। ਉਸ ਤੰਤਰ ਦੇ ਵਿੱਚ ਜਿਹੜਾ ਬੰਦਾ ਇਹ ਕੰਮ ਕਰ ਰਿਹਾ ਪਿੰਡ ਦੇ ਵਿੱਚ, ਉਹਦਾ ਵੀ ਰੋਜ਼ਗਾਰ ਵੱਧ ਗਿਆ। ਤੇ ਜਿਹੜਾ ਇਹ ਉਡੀਕਿਆ ਜਾਂਦਾ ਵੀ ਆਪਾਂ ਵੇਚਾਂਗੇ ਕਿੱਥੇ, ਹੁਣ ਤੁਸੀਂ ਪੰਜਾਬ ਦੇ ਪਿੰਡ ਵੇਖ ਲਓ ਕਿੰਨੇ। ਨਹੀਂ ਇਹ ਸੰਭਵ ਹੋ ਸਕਦਾ ਜੀ, ਤੇ ਉਮੀਦ ਕਰਦੇ ਹਾਂ ਕਿ ਅਗਲੇ ਪਾਸੇ ਨੂੰ ਗੱਲ ਤੁਰੇ। ਸੰਧਾਲੀਆ ਸਾਹਿਬ ਕਹਿੰਦੇ ਆ ਕਿ ਪਾਵਰਕਾਮ ਦੇ ਦਫ਼ਤਰਾਂ ਦੇ ਵਿੱਚ ਲਾਈਨਾਂ ਲੱਗਦੀਆਂ, ਆਈ ਚਲਾਈ ਵੱਧ ਗਈ। ਅਚਾਨਕ ਪਾਵਰਕਾਮ ਦੇ ਦਫ਼ਤਰਾਂ ਦੇ ਵਿੱਚ ਅਰਜ਼ੀਆਂ ਜਾਣ ਲੱਗ ਪਈਆਂ, ਸਾਡੀ ਨਹੀਂ ਬਣਦੀ, ਵਿਹੜਾ ਇੱਕੋ ਹੀ ਆ, ਰੋਟੀ ਸਾਡੀ ਅੱਡ ਹੋ ਗਈ, ਅਸੀਂ ਅੱਡ ਹੋ ਗਏ ਹੁਣ, ਤੇ ਆ ਸਾਡਾ ਮੀਟਰ ਵੱਖਰਾ ਕਰ ਦਿਓ ਕਹਿੰਦੇ। ਕਿਉਂਕਿ ਸਰਕਾਰ ਨੇ ਕਹਿਤਾ ਜੀ 600 ਯੂਨਿਟ 2 ਮਹੀਨਿਆਂ ਦੀ ਇਕੱਠਾ ਬਿੱਲ ਆਊਗਾ, ਮਾਫ ਹੈ। ਜੇ 600 ਤੋਂ ਉੱਪਰ ਵੱਧ ਜਾਂਦੇ ਤੇ ਬਹੁਤੇ ਲੋਕਾਂ ਨੂੰ ਸਾਰਾ ਬਿੱਲ ਦੇਣਾ ਪਊ। ਅਗਲੇ ਕਹਿੰਦੇ ਕੋਈ ਗੱਲ ਨਹੀਂ, ਭੋਲੇ ਦੇ ਪਾਪਾ 1 ਮੀਟਰ ਫਿਰ ਤੇਰੇ ਨਾਲ ਲਵਾ ਦਿੰਦੇ ਆ ਹੁਣ। ਇਹ ਸਕੀਮ ਆਪਣੇ ਵਾਲਿਆਂ ਨੇ ਕੱਢ ਲਈ ਆ। ਵੇਖੋ ਇਹ ਜੇ ਤੇ ਸਕੀਮ ਸਹੀ ਆ, ਹੋ ਸਕਦਾ ਕਿਤੇ ਝਗੜਾ ਹੋਵੇ ਵੀ। ਨਹੀਂ ਵੀ ਜੇ ਸਹੀ ਸਕੀਮ ਗੱਲ ਕਰਦੇ ਨੇ, ਝਗੜਾ ਤਾਂ ਕਿਤੇ ਅਚਾਨਕ ਹੋਣੇ, ਥੋੜਾ ਝਗੜੇ ਹੋਣ ਲੱਗ ਪਏ ਜਿਹੜੇ ਉਹਨੇ ਚਿਰ ਦੇ ਝਗੜੇ ਨਹੀਂ ਸੀ ਹੋਏ। ਵੀ ਜੇ ਤੇ ਸਕੀਮ ਸਹੀ ਆ ਤੇ ਇਹਦੇ ਬਾਰੇ ਜ਼ਰੂਰ ਚੈੱਕ ਕੀਤਾ ਜਾਵੇ ਵੀ ਭਾਈ ਇਹ ਕਿੰਨਾ ਕੁ ਜੈਨੂਅਨ ਆ ਕੰਮ। ਹਾਂ ਜੇ ਕਿਸੇ ਦੀ ਵਾਕਈ ਮਜਬੂਰੀ ਹੈ ਵੀ ਯਾਰ ਅਸੀਂ ਅੱਡ ਬਾਹਰ ਆ, ਅੱਗੇ ਚਲੋ ਸਾਡਾ ਸਾਂਝਾ ਸਰੀ ਜਾਂਦਾ, ਹੁਣ ਸਾਨੂੰ ਲੱਗਦਾ ਵੀ ਨਹੀਂ ਸਾਡਾ ਨਹੀਂ ਗੁਜ਼ਾਰਾ, ਜਾਂ ਸੱਚੀਓ ਕਿਸੇ ਨੇ ਘਰ ਬਦਲ ਲਿਆ, ਉਹ ਕਹਿੰਦਾ ਨਹੀਂ ਯਾਰ ਸਾਨੂੰ ਹੁਣ 2 ਅਲੱਗ-ਅਲੱਗ ਕਨੈਕਸ਼ਨ ਚਾਹੀਦੇ ਆ, ਉਹ ਆਪਣੀ ਥਾਂ ਤੇ ਠੀਕ ਹੋ ਸਕਦੀ ਗੱਲ। ਪਰ ਜਾਂ ਜੇ ਸਿਰਫ ਇਹ ਸਬਸਿਡੀ ਲੈਣ ਦੇ ਲਈ ਆਪਾਂ ਸਕੀਮ ਲਾਈ ਆ ਵੀ ਅੱਗੇ ਦੇ ਯਾਰ 1 ਮੀਟਰ ਸੀ, ਉੱਦਾਂ ਕਰੋ ਵੀ ਇਹਦਾ ਲੋਡ ਇੰਨਾ ਬਣਦਾ, ਇੱਦਾਂ ਕਰ 2 ਫਿੱਟ ਕਰਾ ਦੇ ਤੇ ਲੋਡ ਅੱਧੋ-ਅੱਧ ਹੋ ਜਾਣਾ, ਕੰਮ ਆਪਣਾ ਉਸ ਹਿਸਾਬ ਨਾਲ ਚੱਲੀ ਜਾਣਾ। ਤੇ ਇੱਥੇ ਆਪਾਂ ਨੂੰ 600 ਯੂਨਿਟ ਮਾਫ ਹੋਣਾ ਸੀ, 2 ਮੀਟਰਾਂ ਦਾ 1200 ਮਾਫ ਹੋਣਾ, ਆਪਣੇ ਨਹੀਂ ਯਾਰ। ਨਹੀਂ ਤੁਹਾਡੇ ਕਹਿਣ ਦਾ ਭਾਵ ਆ ਵੀ ਹੁਣ ਜਦੋਂ ਪਾਵਰਕਾਮ ਵਾਲੇ ਆਉਣ ਤਾਂ ਡਾਂਗਾ ਚੱਕ ਲਈਏ ਘਰਾਂ 'ਚ, ਇੱਕ ਦੂਜੇ ਦੇ ਕੱਪੜੇ ਪਾੜੀਏ ਨਾ, ਹੁਣ ਲਹੂ ਕੱਢ ਦਈਏ ਮੱਥਿਆਂ ਦੇ ਵਿੱਚੋਂ, ਰੋਡ ਪਾ ਦਈਏ। ਹੁਣ ਜਾਨੀ ਤੁਸੀਂ ਦੱਸੋ ਨਾ ਵੀ ਕ੍ਰਾਈਟੇਰੀਆ ਕੀ ਆ? ਇਹ ਤਾਂ ਹੁਣ ਮਹਿਕਮਾ ਜਾਣੇ, ਮੈਂ ਥੋੜਾ ਦੱਸਣਾ, ਇਹ ਕਮਾਲ ਹੋ ਗਈ। ਨਹੀਂ ਮੈਂ ਵੈਸੇ ਗੱਲ ਕਰਦਾ, ਜਿੰਨਾ ਪੈਸੇ ਲੈਣੇ ਵੀਰ, ਜਿੰਨਾ ਦਾ ਕੰਮ ਉਹ ਜਾਣਨ, ਮੈਂ ਥੋੜਾ ਹੁਣੇ ਦੱਸੂਗਾ ਵੀ ਹਾਂਜੀ ਭਾਈ। ਹੋ ਸਕਦਾ ਨਿਆਣਿਆਂ ਨੂੰ ਵੀ ਸਾਰੇ ਕਹਿ ਕੇ ਰੱਖਣ, ਦੇਖਿਓ ਜਦੋਂ ਬਿਜਲੀ ਵਾਲੇ ਭਾਈ ਆਏ ਦੱਸ ਦਿਓ ਅਸੀਂ ਦੋਨੇ ਦਰਾਣੀ ਠਾਣੀ ਲੜਨ ਲੱਗ ਪੈਣੇ।
ਹਾਂ ਨਹੀਂ ਚਲੋ ਇਹ ਵੀ ਇੱਕ ਢੰਗ ਤਰੀਕਾ, ਪਰ ਆਪਾਂ ਇੱਕ ਬੇਨਤੀ ਹੋਰ ਕਰ ਦਿੰਦੇ ਆ। ਕਿਸੇ ਵੇਲੇ ਹੁੰਦਾ ਨਾ ਵੀ ਉਹ ਹੋ ਪੰਜਾਬੀ ਇਦਾਂ ਦੇ ਨੇ ਜੀ ਯਾਰ, ਕਿਤੇ ਸਾਰਾ ਪੰਜਾਬ ਥੋੜਾ ਕਨੈਕਸ਼ਨ ਲੈਣ ਤੁਰ ਪਿਆ ਹੋਊਗਾ, ਕਿਤੇ ਹੋ ਸਕਦਾ ਕੁਝ ਲੋਕ ਵਿੱਚੋਂ ਇਹ ਕੰਮ ਕਰ ਵੀ ਲੈਣ, ਪਰ ਸਾਰਿਆਂ ਨੇ ਜੇ ਆਪੇ ਸਾਰਿਆਂ ਨੇ 2-2 3-3 ਮੀਟਰ ਲਵਾ ਲੈਣੇ ਇਦਾਂ ਤੇ ਹੈ ਨਹੀਂ। ਨਹੀਂ ਮੁਸ਼ਕਲ ਆ ਮੀਟਰਾਂ ਦਾ ਇੱਕ ਕੰਮ ਹੋਰ ਹੋ ਸਕਦਾ ਕੀ? ਜੇ ਕਿਤੇ ਮਹਿਕਮੇ ਨੂੰ ਲੱਗਦਾ ਨਾ ਵੀ ਰੋਕ ਤਾਂ ਸਕਦੇ ਆ, ਜਿੰਨੇ ਕਿਸੇ ਨੇ ਨਵਾਂ ਲਵਾਉਣਾ ਤੇ ਸਾਨੂੰ ਥੋੜਾ ਸ਼ੱਕ ਲੱਗਦਾ ਉਹਦੇ ਪ੍ਰੀਪੇਡ ਵਾਲਾ ਲਾਵਾਂਗੇ ਹੀ। ਗੱਲ ਕਰੋ ਲਵਾਉਣਾ। ਸੰਧਾਲੀਆ ਸਾਹਿਬ ਕੱਲ ਹੀ ਆਪਾਂ ਜ਼ਿਕਰ ਕੀਤਾ ਸੀ ਕਿ ਕ੍ਰੈਸ਼ਰ ਜਿਹੜੇ ਆ ਨਾ ਇੱਕ ਖਾਸ ਇਲਾਕੇ ਦੇ ਰੋਪੜ ਦੇ ਜਿਹੜੇ ਉਹ ਕ੍ਰੈਸ਼ਰ ਸੀਲ ਕਰ ਦਿੱਤੇ। ਹਰਜੋਤ ਸਿੰਘ ਬੈਂਸ ਮਾਈਨਿੰਗ ਵਿਭਾਗ ਦੇ ਮਿਨਿਸਟਰ ਨੇ, ਮੰਤਰੀ ਨੇ, ਨੌਜਵਾਨ ਨੇ, ਸਭ ਤੋਂ ਯੰਗ ਨੇ ਮੇਰੇ ਖਿਆਲ ਮੰਤਰੀ ਨਾ, ਤੇ ਉਹਨਾਂ ਨੇ ਪਹਿਲਾਂ ਤਾਂ ਇਹ ਕੀਤਾ ਸੀ, ਬਾਅਦ ਵਿੱਚ ਉਹਨਾਂ ਦੇ ਆਪਣੇ 3 ਵਿਧਾਇਕ ਸ਼ਿਕਾਇਤਾਂ ਲੈ ਕੇ ਗਏ ਸੀ ਕਿ ਮਾਈਨਿੰਗ ਵਾਲਾ ਕੰਮ ਚੱਲੀ ਜਾਂਦਾ, ਤੇ ਹੁਣ ਇੱਕੋ ਦਿਨ ਕਾਰਵਾਈ ਕਰਕੇ ਰੋਪੜ ਤੇ ਮੁਹਾਲੀ 2 ਜ਼ਿਲ੍ਹਿਆਂ ਦੇ ਮਾਈਨਿੰਗ ਆਫੀਸਰ ਜਿਹੜੇ ਸਸਪੈਂਡ ਕਰ ਦਿੱਤੇ ਆ ਕਿ ਭਾਈ ਤੁਹਾਡੇ ਜਿਹੜੇ ਕੰਮ ਕਰਦੇ ਉੱਤੇ ਸਾਨੂੰ ਤਸੱਲੀ ਨਹੀਂ, ਲੋਕ ਰੌਲਾ ਰੱਪਾ ਬਹੁਤ ਪਾਉਂਦੇ ਆ, ਤੁਸੀਂ ਸਸਪੈਂਡਾਂ ਜਾਂਚ ਪੜਤਾਲ ਕਰਦੇ ਆ। ਨਾਲ ਹੀ ਇੱਕ ਅਧਿਕਾਰੀ ਜਿਹੜੇ ਸਿੱਖਿਆ ਬੋਰਡ ਦੇ ਵਿੱਚ ਬੜੇ ਚਰਚਿਤ ਰਹੇ ਸੀ, ਕ੍ਰਿਸ਼ਨ ਕੁਮਾਰ ਹੋਰੀ, ਉਹ ਕਹਿੰਦੇ ਸੀ ਮੈਂ ਕੰਮ ਬੜਾ ਵਧੀਆ ਕੀਤਾ, ਠੋਕ ਵਜਾ ਕੇ ਕੀਤਾ, ਐਜੂਕੇਸ਼ਨ ਦਾ ਪੱਧਰ ਉੱਪਰ ਲੈ ਗਿਆ। ਚਰਚਾ ਬੜੀ ਰਹੀ ਉਹਨਾਂ ਦੀ, ਜਦੋਂ ਨਵੇਂ ਸ਼ਹਿਰ ਦੇ ਡੀਸੀ ਹੁੰਦੇ ਸੀ ਚਰਚਾ ਉਦੋਂ ਵੀ ਠੋਕ ਕੇ ਸੀ। ਮੂਹਰੇ ਬਹੁਤ ਸਾਰੇ ਅਧਿਆਪਕ ਤਬਕੇ ਦੇ ਨਾਲ ਸੰਬੰਧਿਤ ਬੰਦੇ ਕਹਿੰਦੇ ਸੀ ਜੀ ਅੰਕੜਿਆਂ ਦੀ ਖੇਡ ਹੀ ਹੈ, ਠੀਕ ਹੈ ਅਧਿਆਪਕ ਜਾਂ ਬਾਕੀ ਸਾਰੇ ਬੰਦੇ ਸਮੇਂ ਸਿਰ ਆਉਣ ਲੱਗ ਪਏ ਆ, ਪਰ ਬੇਲੋੜਾ ਪ੍ਰੈਸ਼ਰ ਬੜਾ। ਉਹਨਾਂ ਨੂੰ ਹੁਣ ਮਾਈਨਿੰਗ ਵਿਭਾਗ ਦੇ ਵਿੱਚ ਲਾਤਾ ਕਿ ਭਾਈ ਤੁਸੀਂ ਇੱਧਰਲੇ ਪਾਸੇ ਮਾੜੇ ਜਿਹੇ ਬੰਦੇ ਸਿੱਧੇ ਕਰੋ, ਦੇਖਦੇ ਨਤੀਜੇ ਕੀ ਆਉਂਦੇ ਆ। ਨਹੀਂ ਨਤੀਜੇ ਦੇ 2 ਤਰ੍ਹਾਂ ਦੇ ਆ ਸਕਦੇ ਆ। ਕਿਵੇਂ ਦੇ? ਪਹਿਲਾ ਨਤੀਜਾ ਤੇ ਇਹ ਆ ਸਕਦਾ ਵੀ ਜੇ ਹੁਣ ਕੋਈ ਨਾ ਕੋਈ ਨਵੀਂ ਸਕੀਮ ਕੱਢ ਕੇ ਲੈ ਆਉਣ ਜਿਹਦੇ ਨਾਲ ਵਾਕਈ ਪੰਜਾਬ ਸਰਕਾਰ ਖੁਦ ਰੇਤ ਬਜਰੀ ਵਾਲਾ ਕੰਮ ਕਰਨ ਲੱਗ ਪਏ ਜੀ, ਤੇ ਫਿਰ ਹੋ ਸਕਦਾ ਖਜ਼ਾਨੇ 4 ਪੈਸੇ ਆਉਣ ਲੱਗ ਪੈਣ। ਤੇ ਜੇ ਅਗਲੇ ਬੰਦੇ ਭਾਰੂ ਪੈ ਗਏ ਜੀ, ਜਿਨ੍ਹਾਂ ਦੇ ਬਾਰੇ ਪਿਛਲੇ ਦਿਨੀ ਕੇਜਰੀਵਾਲ ਸਾਹਿਬ ਖੁਦ ਕਹਿੰਦੇ ਵੀ ਸਾਡੇ ਤੱਕ ਪਹੁੰਚ ਕਰਦੇ ਆ, ਉਹ ਕਹਿੰਦੇ ਹਾਂਜੀ ਦੱਸੋ ਯਾਰ ਕਿਹੜਾ ਬੰਦਾ ਤੁਹਾਡਾ ਜਿਹੜਾ ਬੰਦਾ ਕੋਈ ਖਜ਼ਾਨਚੀ ਬਣਾਇਆ, ਫਿਰ ਉਹਨੂੰ ਮਿਲ ਕੇ ਲਿਆ ਕਰਾਂਗੇ। ਫਿਰ ਜੇ ਉਹੋ ਜਿਹੀ ਗੱਲ ਆ ਗਈ ਫਿਰ ਕ੍ਰਿਸ਼ਨ ਕੁਮਾਰ ਨੂੰ ਲਾ ਲਓ ਜਾਂ ਕਿਸੇ ਹੋਰ ਨੂੰ ਲਾ ਲਓ, ਤੇ ਫਿਰ ਗੱਲ ਉੱਥੇ ਦੀ ਉੱਥੇ ਰਹਿਣੀ, ਜੋ ਮਰਜ਼ੀ ਹੋ ਜਾਵੇ, ਜੋ ਮਰਜ਼ੀ ਹੋ ਜਾਵੇ। ਯਾਨੀ ਰੇਤਾ ਦੇ ਭਾਅ ਨਹੀਂ ਰੇਤਾ ਦੇ ਭਾਅ ਹੋ, ਰੇਤਾ ਦੇ ਸੋਨੇ ਦੇ ਭਾਅ ਹੋਈ ਪਈ। ਸਿੱਧੂ ਸਾਹਿਬ ਤੇ ਕਹਿਣ ਡਿਆ, ਕਹਿੰਦਾ ਲੈ ਤੁਸੀਂ ਅੱਜ ਬੰਦ ਕਰਾ ਲਓ, ਇਹੋ ਟਰਾਲੀ 12,000 ਨੂੰ ਨਾ ਜਾਓ ਤਾਂ ਗਏ ਹੋ। ਦੇਖੋ 1000 ਦੀ ਟਰਾਲੀ ਦੀ ਗੱਲ ਚੱਲਦੀ ਸੀ ਨਾ ਉਦੋਂ, ਜਦੋਂ ਸੀਗੇ ਚੰਨੀ ਸਾਹਿਬ ਮੁੱਖ ਮੰਤਰੀ, ਉਹ ਕਹਿੰਦੇ ਨਹੀਂ 1000 ਨਹੀਂ ਯਾਰ 1200 ਕਰ ਲਓ, ਕਿਤੇ 1000-1200 ਵਾਲੀ ਟਰਾਲੀ 12,000 ਦੀ ਚਰਚਾ ਹੋਵੇ। ਇਹ ਜਾਂ ਤੇ ਨਾ ਵੀ 1000 ਦੀ ਟਰਾਲੀ 2000 ਦੀ ਹੋਈ, ਚਲੋ ਫਿਰ ਵੀ 50% ਦਾ ਹਿਸਾਬ ਤਾਂ ਵੀ ਯਾਰ ਦੁੱਗਣਾ ਹੋ ਗਿਆ ਕੰਮ। 1000 ਵਾਲੀ ਚੀਜ਼ ਜੇ 12-12,000 ਦੀ ਚੱਲੀ ਜਾਂਦੀ, ਵੀ ਉਹ ਕਿਹੜੀ ਐਸੀ ਚੀਜ਼ ਆ ਰੇਤ ਦੇ ਵਿੱਚ ਜਿਹਦਾ ਕਰਕੇ ਉਹ ਇੰਨੀ ਵੱਧ ਜਾਂਦੀ, ਇਹ ਨਹੀਂ ਅਜੇ ਤੱਕ ਫਾਰਮੂਲਾ ਕਿਹਨੂੰ ਸਮਝਾਇਆ। ਨਹੀਂ ਉਹ ਹੁਣ ਦੇਖੋ 6 ਮਹੀਨੇ ਮੰਗੇ ਉਹਨਾਂ ਨੇ ਮਾਈਨਿੰਗ ਪਾਲਿਸੀ ਲਈ, ਬਾਕੀ ਪਿਛਲੇ ਦਿਨੀ ਕਿਹਾ ਸੀ ਅੰਮ੍ਰਿਤਸਰ ਮੋਗੇ ਵਾਲੇ ਪਾਸਿਓਂ ਅਸੀਂ ਰੇਤਾ ਆਪ ਵੇਚਣੀ ਹੈ, ਕਦੋਂ ਕੁ ਜਾ ਕੇ ਕੰਮ ਦਰੁਸਤ ਹੁੰਦਾ ਇਹ ਤਾਂ ਸੰਧਾਲੀਆ ਸਭ ਉਡੀਕ ਕਰਨੀ ਪਊਗੀ। ਪਰ ਪੰਜਾਬ ਦੇ ਵਿੱਚ ਬੱਤੀ ਮੁਫਤ ਮਿਲਣੀ ਹੈ, ਹੋਰ ਬਹੁਤ ਕੁਝ ਕਿਹਾ ਸੀ, 1000 ਰੁਪਈਆ ਬੀਬੀਆਂ ਨੂੰ ਦੇਣਾ ਹੈ। ਨਾਲ ਹੀ ਵੋਟਾਂ ਪਈਆਂ ਸੀ ਉੱਤਰਾਖੰਡ ਦੇ ਵਿੱਚ, ਜਿੱਥੋਂ ਦੇ ਹਰੀਸ਼ ਰਾਵਤ ਸਾਹਿਬ ਦਾ ਆਪਾਂ ਜ਼ਿਕਰ ਕੀਤਾ ਕਿ ਮੁੱਖ ਮੰਤਰੀ ਬਣਦੇ ਬਣਦੇ ਐਮਐਲਏ ਦੀ ਕੁਰਸੀ ਤੋਂ ਵੀ ਗਏ। ਉਸ ਉੱਤਰਾਖੰਡ ਦੇ ਵਿੱਚ ਭਾਜਪਾ ਦੀ ਸਰਕਾਰ ਦੁਬਾਰਾ ਬਣ ਗਈ ਹੈ। ਉਹਨਾਂ ਨੇ ਕਈ ਤਰ੍ਹਾਂ ਦੇ ਵਾਅਦੇ ਕੀਤੇ ਸੀ ਸਰਕਾਰ ਬਣਾਉਣ ਦੇ ਲਈ, ਤੇ ਹੁਣ ਪਤਾ ਲੱਗਾ ਕਿ ਉਹ ਵਾਅਦਿਆਂ ਦੀ ਪੂਰਤੀ ਕਰਨ ਲੱਗੇ ਆ। ਉਹ ਵੀ ਫਿਰ ਇਸ਼ਤਿਹਾਰ ਵੀ ਤਾਂ ਦੇਣੇ ਆ ਨਾ, ਕਿਉਂਕਿ ਉੱਥੇ ਵਾਅਦੇ ਪੂਰੇ ਕਰਨਗੇ ਤਾਂ ਗੁਜਰਾਤ ਦੇ ਵਿੱਚ ਚੋਣਾਂ, ਹਿਮਾਚਲ ਤੇ ਉੱਤਰਾਖੰਡ 'ਚ ਬਹੁਤਾ ਫਰਕ ਨਹੀਂ ਹੈ। ਉੱਤਰਾਖੰਡ ਦੇ ਵਿੱਚ ਕੋਈ ਵਾਅਦਾ ਪੂਰਾ ਕਰਨਗੇ ਤਾਂ ਹਿਮਾਚਲ ਵਾਲਿਆਂ ਨੂੰ ਜਾ ਕਹਿਣਗੇ ਕਿ ਭਾਈ ਉੱਥੇ ਵੀ ਸਾਡੀ ਸਰਕਾਰ ਸੀ ਜਿਹਦਾ ਇੱਥੇ ਹੈ, ਉੱਥੇ ਵੀ ਅਸੀਂ ਆਹ ਵਾਅਦੇ ਕੀਤੇ ਸੀ ਜਿਹਦਾ ਇੱਥੇ ਕਰ ਰਹੇ ਹਾਂ, ਉੱਥੇ ਵੋਟਾਂ ਪਹਿਲਾਂ ਪੈ ਗਈਆਂ ਸੀ ਪੂਰੇ ਕਰਤੇ, ਇੱਥੇ ਵੀ ਪੂਰੇ ਕਰਾਂਗੇ, ਵੋਟਾਂ ਪਾ ਦਿਓ। ਵਾਅਦਾ ਕੀਤਾ ਗਿਆ ਸੀ ਕਿ 3 ਸਿਲੰਡਰ ਸਾਲ ਦੇ ਇੱਕ ਖਾਸ ਆਮਦਨ ਪੱਧਰ ਤੱਕ ਦੇ ਪਰਿਵਾਰਾਂ ਨੂੰ ਅਸੀਂ ਮੁਫਤ ਦੇਵਾਂਗੇ। ਹੁਣ ਕਹਿੰਦੇ ਜੀ ਤਿਆਰੀ ਚੱਲਦੀ ਹੈ, ਮਹੀਨੇ ਦੇ ਅੰਦਰ ਅੰਦਰ ਉਹਨਾਂ ਪਰਿਵਾਰਾਂ ਨੂੰ ਜਿਹਨਾਂ ਦੀ ਗਿਣਤੀ ਹਜ਼ਾਰਾਂ 'ਚ ਬਣਦੀ ਹੈ 3 ਸਿਲੰਡਰ ਸਾਲ ਦੇ, ਹਰ 4 ਮਹੀਨੇ ਬਾਅਦ ਇੱਕ ਗੈਸ ਦਾ ਸਿਲੰਡਰ, ਘਰੇਲੂ ਰਸੋਈ ਗੈਸ ਦਾ ਸਿਲੰਡਰ ਮੁਫਤ ਦੇਣਾ। ਦੂਸਰਾ, ਜਿਹੜੇ ਤੇਲ ਦੀ ਵਰਤੋਂ ਰਸੋਈ 'ਚ ਕੀਤੀ ਜਾਂਦੀ ਹੈ ਤੜਕਾ ਤੁੜਕਾ ਲਾਉਣ ਨੂੰ, ਉਹ ਤੇਲ ਵੀ ਕਹਿੰਦੇ ਸਸਤੇ ਭਾਅ ਦੇਣਾ। ਤੇ ਕਹਿੰਦੇ ਖੰਡ ਵੀ ਥੋੜੀ ਜਿਹੀ ਰੇਟ ਦੇ ਪੱਖੋਂ ਘੱਟ ਮਿੱਠੀ ਕਰਕੇ ਉੱਥੇ ਲੋਕਾਂ ਨੂੰ ਦੇਣੀ ਹੈ ਕਿ ਭਾਈ ਕੋਈ ਗੱਲ ਨਹੀਂ, ਚਲੋ ਖੰਡ ਦੀ ਵਰਤੋਂ ਤਾਂ ਹੋਣੀ ਹੈ। ਸੋ ਇਹ 3-4 ਸਹੂਲਤਾਂ ਜੇ ਉੱਤਰਾਖੰਡ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਦੇਤੀਆਂ, ਬਾਕੀ ਸੂਬਿਆਂ ਦੀਆਂ ਸਰਕਾਰਾਂ ਤੇ ਦਬਾਅ ਪਊਗਾ। ਨਹੀਂ ਪੂਰਾ ਦਬਾਅ ਪਊਗਾ, ਪਰ ਆਪਾਂ ਇਹ ਕਹਿ ਸਕਦੇ ਵੀ ਘੱਟੋ ਘੱਟ ਚਲੋ ਇਹ ਸਿਆਸਤ ਉਹ ਵਾਲੀ ਸਿਆਸਤ ਹੈ। ਹਾਲਾਂਕਿ ਇਹਦਾ ਵੀ ਇਤਰਾਜ਼ ਕਰਨ ਵਾਲੇ ਬੜਾ ਇਤਰਾਜ਼ ਕਰਦੇ, ਇਹਨੂੰ ਫ੍ਰੀ ਬੀਜ਼ ਦੱਸਦੇ ਆ ਜੀ, ਵੀ ਜਿਹੜੀਆਂ ਫ੍ਰੀ ਬੀਜ਼ ਨੇ ਜੀ ਇਹਦੇ ਨਾਲ ਖਜ਼ਾਨੇ ਤੇ ਬੋਝ ਪੈਂਦਾ ਜੀ, ਫਿਰ ਤਰੱਕੀ ਕਿੱਦਾਂ ਹੋਊਗੀ ਜੀ, ਸਟੇਟ ਦਾ ਪੈਸਾ ਇੱਦਾਂ ਹੀ ਤੁਸੀਂ ਦੁਬਾਰਾ ਵੰਡਦੇ ਰਹੇ। ਉਹ ਘੱਟੋ ਘੱਟ ਯਾਰ ਲੋਕਾਂ ਨੂੰ ਵੰਡਦੇ ਕਿਸੇ ਨੂੰ ਕੋਈ ਫਾਇਦਾ ਤਾਂ ਹੈਗਾ ਕਿ ਨਹੀਂ? ਉਹ ਕਿੱਡਾ ਕੰਮ ਵਧੀਆ ਜੋ ਵਧੀਆ ਹੈਗਾ ਵੀ ਜੇ ਅਗਲੇ ਦੇ ਕੋਈ ਨਾ ਕੋਈ ਪੇਜ ਫਸਾ ਕੇ ਤੇ ਉਧਰੋਂ ਲੋਕ ਆਖਣਾ ਲੈ ਫਲਾਨਾ ਤੂੰ ਬਾਹਰ ਨਿਕਲੋ, ਕਹਿੰਦਾ ਤੂੰ ਫਲਾਨਾ ਬਾਹਰ ਨਿਕਲ, ਤੇ ਇੱਧਰੋਂ ਉਹਨੇ ਡਾਂਗਾ ਮਾਰੀ ਜਾਵੇ, ਉਹਦੀ ਡਾਂਗਾ ਮਾਰੀ ਜਾਵੇ, 4 ਦਿਨ ਮੁੜ ਕੇ ਕਰਫਿਊ ਲੱਗਾ ਰਹੇ। ਇੱਕ ਸਿਆਸਤ ਉਹ ਵੀ ਚੱਲਦੀ ਹੁੰਦੀ ਸੀ ਪਹਿਲਾਂ। ਉਹ ਵਾਲੀ ਸਿਆਸਤ ਜਿਹੜੀ ਘੱਟੋ ਘੱਟ ਉਹਦੇ ਤੋਂ ਬਚਾਅ ਹੋਣਾ ਚਾਹੀਦਾ। ਹਾਂ
ਜੇ ਕਿਸੇ ਨੂੰ ਕੋਈ ਫਾਇਦਾ ਨਹੀਂ ਆ, ਜੇ ਕਿਸੇ ਨੂੰ ਕੋਈ ਨੁਕਸਾਨ ਨਹੀਂ ਆ, ਤੇ ਉਹਦੇ ਜੇ ਮੰਨ ਲਓ ਵੀ ਅਗਲੇ ਬੰਦੇ ਦੇ ਟੈਕਸ ਦੇ ਪੈਸੇ 'ਚੋਂ ਸਰਕਾਰ ਸੋਚਦੀ ਵੀ ਇਹਨੂੰ ਆਹ ਦੀ ਚੀਜ਼ ਦੇ ਦਈਏ। ਹੁਣ ਤੁਸੀਂ ਇਹ ਦੇਖੋ ਨਾ, ਭਾਵੇਂ 4 ਮਹੀਨੇ ਸਹੀ ਜਿਹਨੂੰ ਸਿਲੰਡਰ ਇੱਕ ਮਿਲ ਗਿਆ, ਕੁਛ ਤੇ ਉਹਦਾ ਆਪਾਂ ਭਲਾ ਹੋਊਗਾ ਕਿ ਨਹੀਂ ਹੋਊਗਾ? ਨਹੀਂ, ਬਹੁਤ ਜ਼ਰੂਰੀ ਹੈ। ਨਾਲ ਥੋੜਾ ਜਿਹਾ ਹੌਲੀ ਹੌਲੀ 2-4 ਮਹੀਨਿਆਂ ਦੇ ਵਿੱਚ ਨੌਕਰੀ ਦਾ ਪ੍ਰਬੰਧ ਥੋੜ੍ਹਾ ਜਿਹਾ ਕਰ ਦੇਣ, ਹਿਸਾਬ ਕਿਤਾਬ ਜਿਹਾ ਲਾ ਲੈਣ, ਫੇਰ ਵਧੀਆ। ਨਹੀਂ ਤਾਂ ਕੰਮ, ਕਿਉਂਕਿ ਸਿਲੰਡਰ ਵੀ ਫਿਰ ਕਿੰਨੀ ਕੁ ਦੇਰ ਦੇਈ ਜਾਣੇ ਆ। ਮੈਨੂੰ ਅਨਿਲ ਵਿਜ ਸਾਹਿਬ ਦਾ ਔਖਾ ਲੱਗਦਾ ਸੀ, ਹਰਿਆਣੇ ਦੇ ਮੰਤਰੀ ਨੇ, ਭਾਜਪਾ ਦੇ ਲੀਡਰ ਨੇ। ਤੁਹਾਨੂੰ ਚੇਤਾ ਹੋਣਾ ਕਿ ਜਿੱਦਣ ਆਮ ਆਦਮੀ ਪਾਰਟੀ ਦੀ ਪੰਜਾਬ ਵਾਲੀ ਸਰਕਾਰ ਨੇ ਕਿਹਾ ਕਿ 600 ਯੂਨਿਟ, ਉਹ ਕਹਿੰਦੇ ਜੀ ਮੁਫਤ ਦੇਣ ਦੀ ਬਿਮਾਰੀ ਤਾਂ ਇੱਥੋਂ ਪਈ ਆ ਤੁਸੀਂ ਦੇਖ ਲਓ ਕਿ ਕੰਮ ਕਿੱਦਾਂ ਕਰਨੇ ਆ, ਸੂਬੇ ਕਿੱਦਾਂ ਚਲਾਉਣੇ ਆ। ਮੈਂ ਸੋਚਦਾ ਸੀ ਇੱਕ ਨਾਲ ਲੱਗਦਾ ਬਿਆਨ ਹੁਣ ਉੱਤਰਾਖੰਡ ਵਾਲੇ ਪਾਸੇ ਵੀ ਦੇ ਦੇਣ ਤਾਂ ਚੰਗਾ ਰਹੂਗਾ ਨਾ ਕੰਮ, ਕਿਉਂਕਿ ਉੱਥੇ ਤਾਂ ਪਾਰਟੀ ਇੱਕੋ ਹੀ ਹੈ। ਉਧਰ ਨਹੀਂ ਦੇਣਾ ਨਾ, ਕੀ ਗੱਲਾਂ ਕਰਦੇ ਨੇ ਉਹੀ ਗੱਲਾਂ WhatsApp ਫਿਰ ਤੁਸੀਂ। ਅੱਛਾ ਨਹੀਂ, ਪਰ ਇੱਕ ਚੀਜ਼ ਹੈ, ਰੋਜ਼ਗਾਰ ਦੀ ਗੱਲ ਬੜੀ ਵਾਰ ਚਰਚਾ ਚੱਲਦੀ ਹੁੰਦੀ ਨਾ। ਆਹ ਜਿਹੜੀ ਗੱਲ ਥੋੜ੍ਹੀ ਦੇਰ ਪਹਿਲਾਂ ਆਪਾਂ ਗੱਲ ਕਰਦੇ ਸੀ ਵੀ ਯਾਰ ਜਿਹੜੇ ਉਹ ਜੇ ਮੰਨ ਲਓ ਸਰਕਾਰੀ ਵੇਰਕਾ ਹੈ, ਵੇਰਕੇ ਦੇ ਜਿਹੜੇ ਉਹ ਛੋਟੇ ਛੋਟੇ ਕਹਿ ਲਓ ਕਿ ਵੀ ਦੁਕਾਨਾਂ ਨੇ, ਉਹ ਜੇ ਪਿੰਡਾਂ 'ਚ ਖੋਲ੍ਹੀਆਂ ਜਾ ਸਕਦੀਆਂ, ਉਹ ਵੀ ਤਾਂ ਇੱਕ ਤਰ੍ਹਾਂ ਦਾ ਰੋਜ਼ਗਾਰ ਹੀ ਆ ਜੀ। ਤੇ ਫਿਰ ਕਿਉਂ ਨਾ ਇਹੋ ਜਿਹਾ ਕੁਛ ਨਾ ਕੁਛ ਕੱਢਿਆ ਜਾਵੇ ਵੀ ਕੰਮਕਾਰ ਕਾਰੋਬਾਰ ਕੰਪਨੀ ਜੀ ਉਹ ਸਰਕਾਰੀ ਹੋਵੇ ਜਾਂ ਅਰਧ ਸਰਕਾਰੀ ਹੋਵੇ, ਉਹਦੀ ਗਾਂ ਏਜੰਸੀ ਜਾਂ ਉਹਦੇ ਗਾਂ ਦੀ ਗਾਂ ਉਹਦੇ ਨਾਲ ਕੰਮ ਕਰਨ ਵਾਲੇ ਲੋਕ ਜਿਹੜੇ ਨੇ ਉਹ ਉਸੇ ਸਟੇਟ ਦੇ ਹੋਣ, ਵੀ ਅਗਲੇ ਨੂੰ ਰੋਜ਼ਗਾਰ ਖੋਲ੍ਹ ਕੇ ਦੇਤਾ, ਅਗਲਾ ਆਪਣਾ ਕੰਮ ਕਰ ਰਿਹਾ, ਉਹਦੇ 'ਚੋਂ ਜੋ ਕਮਾਈ ਕਰ ਰਿਹਾ ਉਹਦਾ ਕੁਝ ਹਿੱਸਾ ਜਿਹੜਾ ਉਹ ਸਰਕਾਰ ਨੂੰ ਵੀ ਜਾ ਰਿਹਾ। ਇੱਕ ਤਾਂ ਸਰਕਾਰ ਦਾ ਉਹ ਅਦਾਰਾ ਚੱਲ ਪਿਆ, ਦੂਸਰਾ ਜਿਹੜਾ ਉਹ ਕਹਿੰਦੇ ਸੀ ਵੀ ਅਸੀਂ ਰੋਜ਼ਗਾਰ ਦੇਣਾ, ਇੱਕ ਉਹਦੇ ਵੀ ਤੁਹਾਨੂੰ ਅਸੀਂ ਸਵੈ ਰੋਜ਼ਗਾਰ ਖੋਲ੍ਹ ਕੇ ਦੇਣਾ। ਉਹ ਸਵੈ ਰੋਜ਼ਗਾਰ ਜ਼ਰੂਰ ਅਗਲੇ ਨੇ ਆਪਣਾ ਖੋਲ੍ਹਣਾ, ਉਹਦੇ 'ਚ ਵੀ ਕਿਤੇ ਨਾ ਕਿਤੇ ਸਰਕਾਰ ਦਾ ਕੋਈ ਲਿੰਕ ਹੋ ਗਿਆ ਵੀ ਜੇ ਚੀਜ਼ਾਂ ਬੰਦਾ ਵੇਚ ਰਿਹਾ, ਨਾਲੇ ਤੇ ਇਹ ਕਮਾ ਰਿਹਾ, ਨਾਲੇ ਸਰਕਾਰ ਨੂੰ ਦੇ ਰਿਹਾ, ਨਾਲੇ ਸਰਕਾਰ ਦਾ ਅਦਾਰਾ ਤਰੱਕੀ ਕਰ ਰਿਹਾ। ਤੇ ਕੁਛ ਨਾ ਕੁਛ ਇਹੋ ਜਿਹਾ ਤਰੀਕਾ ਨਹੀਂ ਕੱਢਣਾ ਚਾਹੀਦਾ ਵੀ ਜਿਹਦੇ ਨਾਲ ਜਿਹੜੇ ਕੰਮ ਜਾਂ ਕਾਰੋਬਾਰ ਸਰਕਾਰ ਕਹਿੰਦੀ ਸਾਡੇ ਫੇਲ ਹੋ ਗਏ ਜੀ, ਸਾਨੂੰ ਬੰਦੇ ਰੱਖਣੇ ਪੈਂਦੇ ਆ, ਉਹ ਬੰਦੇ ਤੁਸੀਂ ਇਸ ਢੰਗ ਨਾਲ ਰੱਖ ਲਓ ਵੀ ਤੁਹਾਡਾ ਕੰਮ ਹੀ ਚੱਲੀ ਜਾਵੇ ਤੇ ਬੰਦੇ ਨੂੰ ਰੋਜ਼ਗਾਰ ਵੀ ਮਿਲ ਜਾਵੇ। ਤਰੀਕਾ ਹੈਗਾ, ਤਰੀਕਾ ਤਾਂ ਬਹੁਤ ਵਧੀਆ। ਜੇ ਸਿੱਖਣਾ ਤਾਂ ਨਿਤਿਸ਼ ਕੁਮਾਰ ਤੋਂ ਸਿੱਖ ਲਓ। ਇੰਨਾ ਨਾ ਲੜੋ ਕਿ ਦੂਜੇ ਦੇ ਘਰ ਜਾਣ ਜੋਗੇ ਨਾ ਰਹੋ। ਇਹ ਤਾਂ ਮੈਨੂੰ ਲੱਗਦਾ ਕਿ ਸਬਕ ਹੀ ਸਿੱਖ ਲੈਣਾ ਚਾਹੀਦਾ। ਤੁਸੀਂ ਇਹ ਦੇਖੋ ਕਿ ਲਾਲੂ ਪ੍ਰਸਾਦ ਯਾਦਵ ਤੇ ਨਿਤਿਸ਼ ਕੁਮਾਰ ਨੇ ਸਾਂਝੀਆਂ ਚੋਣਾਂ ਲੜੀਆਂ ਸੀ, ਜਿੱਤ ਗਏ, ਸਰਕਾਰ ਬਣਾ ਲਈ। ਲਾਲੂ ਪ੍ਰਸਾਦ ਯਾਦਵ ਨੂੰ ਪਤਾ ਹੀ ਨਹੀਂ ਲੱਗਾ, ਉਹ ਸੁੱਤਾ ਹੀ ਰਹਿ ਗਿਆ। ਨਿਤਿਸ਼ ਕੁਮਾਰ ਭਾਰਤੀ ਜਨਤਾ ਪਾਰਟੀ ਨਾਲ ਜਾ ਰਲਿਆ ਤੇ ਲਾਲੂ ਪ੍ਰਸਾਦ ਯਾਦਵ ਸਰਕਾਰ ਚੋਂ ਬਾਹਰ, ਤੇ ਨਿਤਿਸ਼ ਕੁਮਾਰ ਦੇ ਨਾਲ ਭਾਜਪਾ ਆ ਗਈ ਸਰਕਾਰ ਉਹਨਾਂ ਦੀ। ਫੇਰ ਵੋਟਾਂ ਪਈਆਂ ਨਿਤਿਸ਼ ਕੁਮਾਰ ਤੇ ਭਾਜਪਾ ਫੇਰ ਜਿੱਤ ਗਿਆ। ਭਾਰਤੀ ਜਨਤਾ ਪਾਰਟੀ ਵਾਲੇ ਬਹੁਤੇ ਪੈਰ ਨਾ ਲੱਗਣ ਦੇਣ, ਭਾਵੇਂ ਮੁੱਖ ਮੰਤਰੀ ਬਣਾਤਾ। ਹੁਣ ਅਚਾਨਕ ਰਾਤੀ ਨਿਤਿਸ਼ ਕੁਮਾਰ ਹੋਰੀ ਹੌਲੀ ਹੌਲੀ ਘਰੋਂ ਆਪਣੇ ਨਿਕਲੇ, 20 ਮੀਟਰ ਦੂਰੀ ਤੇ ਬੀਬੀ ਰਾਬੜੀ ਦੇਵੀ ਦਾ ਤੇਜਸਵੀ ਯਾਦਵ ਦਾ ਘਰ ਸੀ। ਫਿਰ ਲਾਲੂ ਪ੍ਰਸਾਦ ਯਾਦਵ ਦੇ ਘਰੇ ਗਏ, ਕਹਿੰਦੇ ਜੀ ਸੱਦਾ ਭੇਜਿਆ ਸੀ, ਨਿਯੁਕਤਾ, ਤੇ ਮੈਂ ਕਿਹਾ ਜ਼ਰੂਰ ਜਾਣਾ ਚਾਹੀਦਾ। ਤੇਜਸਵੀ ਯਾਦਵ ਨੇ ਪੈਰੀਂ ਹੱਥ ਲਾਏ, ਸਲਾਹ ਮਸ਼ਵਰਾ ਕੀਤਾ। ਨਾਲ ਹੀ ਕਹਿੰਦੇ ਜੀ ਸਿਆਸਤ ਨਾਲ ਨਾ ਜੋੜੋ, ਇਫਤਾਰ ਪਾਰਟੀ ਦਾ ਸੱਦਾ ਸੀ। ਬਹੁਤ ਵਧੀਆ ਗੱਲ ਹੈ, ਪਰ ਇਫਤਾਰ ਪਾਰਟੀ ਦਾ ਸੱਦਾ ਤਾਂ 5 ਸਾਲ ਹੋ ਗਏ ਲਗਾਤਾਰ ਦਿੰਦੇ, ਤੁਹਾਨੂੰ 5 ਸਾਲ ਕਾਹਤੋਂ ਲੱਗ ਗਏ? ਮੈਨੂੰ ਇਹ ਲੱਗਦਾ ਕਿ ਮਾੜਾ ਜਿਹਾ ਭਾਰਤੀ ਜਨਤਾ ਪਾਰਟੀ ਨੂੰ ਉਹਨਾਂ ਨੇ ਸੇਕ ਜਿਹਾ ਦਿੱਤਾ ਕਿ ਦੇਖ ਲਓ, ਜੇ ਤਾਂ ਸਤਿਕਾਰ ਕਰਨਾ ਹੀ, ਮਾਣ ਦੇਣਾ ਹੀ, ਤਾਂ ਚੰਗੀ ਤਰ੍ਹਾਂ ਦਿਓ, ਨਹੀਂ ਤਾਂ ਮੈਂ ਤੇਜਸਵੀ ਯਾਦਵ ਤੋਂ ਮਾਣ ਲੈਣਾ ਨਹੀਂ। ਇਹ ਤਾਂ ਉਹਨਾਂ ਦਾ ਪੁਰਾਣਾ ਤਰੀਕਾ, ਕੋਈ ਨਿਤਿਸ਼ ਕੁਮਾਰ ਹੋਰਾਂ ਨੇ ਪਹਿਲੀ ਵਾਰਾਂ ਤਾਂ ਇਹ ਤਰੀਕਾ ਅਜ਼ਮਾਇਆ ਨਹੀਂ। ਜਦੋਂ ਵੀ ਉਹਨਾਂ ਨੂੰ ਯਾਦ ਆਉਂਦਾ ਵੀ ਇੱਧਰੋਂ ਕੁਛ ਕੰਮ ਪੈ ਗਏ ਨੇ, ਉਹ ਕਹਿੰਦੇ ਹੁਣ ਕੰਮ ਤਾਂ ਬੀਜੇਪੀ ਨਾਲ ਪਿਆ, ਇਸ ਕਰਕੇ 2 ਗੇੜੇ ਵਿਰੋਧੀਆਂ ਨਾਲ ਮਾਰੋ, ਆਪੇ ਸੂਤ ਹੋ ਜਾਊ। ਆਪਣੇ ਇੱਧਰੋਂ ਫੋਨ ਆ ਜਾਂਦਾ ਵੀ ਚਲੋ ਛੱਡੋ ਮਹਾਰਾਜ, ਕਿੱਧਰ ਤੁਰੇ ਫਿਰਦੇ, ਅਗਲਾ ਘਰੇ ਆ ਕੇ ਸਾਈਨ ਕਰਕੇ ਜਾਂਦਾ। ਸੋ ਚਲੋ ਸੇਮ ਰਣਨੀਤੀ ਤੇ ਹੁਣ ਉਹ ਫਿਰ ਨੇ, ਆਪਾਂ ਚੱਲੀਏ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜਦੇ ਰਹਿੰਦੇ ਹੋ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।